ਪਿਆਰੇ ਬੱਚਿਓ, ਅੱਜ ਆਪਾਂ 9ਵੀਂ ਕਲਾਸ ਦਾ ਪਾਠ ਪਾਵਰਟੀ ਚੈਲੰਜ ਫੇਸਿੰਗ ਇੰਡੀਆ, ਗਰੀਬੀ ਭਾਰਤ ਸਾਹਮਣੇ ਚੁਣੌਤੀ, ਇਸ ਬਾਰੇ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਬੱਚਿਓ ਸਾਨੂੰ ਟੌਪਿਕ ਕਲੀਅਰ ਹੋਣਾ ਚਾਹੀਦਾ ਵੀ ਕੀ ਕਿਹਾ ਜਾ ਰਿਹਾ ਹੈ। ਗਰੀਬੀ ਨੂੰ ਚੈਲੰਜ ਕਿਉਂ ਕਿਹਾ ਜਾ ਰਿਹਾ ਹੈ? ਕਿਉਂਕਿ ਬੱਚਿਓ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਆ ਉਦੋਂ ਤੋਂ ਹੀ ਸਾਡੇ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਗਰੀਬੀ ਦੀ ਰਹੀ ਹੈ। ਜਦੋਂ ਭਾਰਤ ਆਜ਼ਾਦ ਹੋਇਆ ਸੀ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਲਗਭਗ 50% ਲੋਕ ਗਰੀਬ ਸਨ। ਉਹਨਾਂ ਨੂੰ ਉਸ ਮੁਸ਼ਕਲ ਹਾਲਾਤ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਯਤਨ ਕਰਨੇ ਸਰਕਾਰ ਦੇ ਲਈ ਇੱਕ ਚੈਲੰਜ ਬਣ ਗਿਆ ਸੀ, ਇੱਕ ਚੁਣੌਤੀ ਬਣ ਗਈ ਸੀ। ਤਾਂ ਜੇਕਰ ਆਪਾਂ ਕਿਸੇ ਵੀ ਚੀਜ਼ ਨੂੰ ਚੁਣੌਤੀ ਦੇ ਤੌਰ 'ਤੇ ਲੈਂਦੇ ਹਾਂ ਤਾਂ ਉਸ ਨੂੰ ਆਪਾਂ ਛੇਤੀ ਤੋਂ ਛੇਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸੇ ਕਰਕੇ ਪਾਠ ਦਾ ਨਾਂ ਗਰੀਬੀ ਭਾਰਤ ਸਾਹਮਣੇ ਚੁਣੌਤੀ ਰੱਖਿਆ ਗਿਆ ਹੈ, ਕਿਉਂਕਿ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਦੇਖਣ 'ਚ ਇਹੀ ਆ ਰਹੀ ਹੈ ਵੀ ਸਾਡੇ ਦੇਸ਼ ਦੇ ਵਿੱਚ ਗਰੀਬੀ ਨੇ ਸਾਡੇ ਦੇਸ਼ ਨੂੰ ਸੰਸਾਰ ਦੇ ਵਿੱਚ ਬਹੁਤ ਪਿੱਛੇ ਧਕੇਲ ਦਿੱਤਾ ਹੈ। ਤਾਂ ਆਓ ਹੁਣ ਆਪਾਂ ਪਾਠ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਪਾਠ ਦੇ ਬਾਰੇ ਕੁਝ ਹੋਰ ਜਾਣਕਾਰੀ ਲਈਏ, ਇੱਕ ਚਾਰਟ ਬੱਚਿਓ ਤੁਹਾਡੇ ਸਾਹਮਣੇ ਦਿਖਾਇਆ ਜਾ ਰਿਹਾ ਆ। ਦ ਇੰਡੀਅਨ ਪਲੂਟੋਕ੍ਰੇਸੀ, ਸ਼ੇਅਰ ਇਨ ਵੈਲਥ ਆਫ ਦਾ ਕੰਟਰੀ, ਯਾਨੀ ਜੋ ਸਰਮਾਇਆ ਭਾਰਤ ਦੇ ਵਿੱਚ ਹੈ, ਜੋ ਸੰਪत्ति, ਜੋ ਪੈਸੇ, ਜਿਵੇਂ ਆਪਾਂ ਕਹਿੰਦੇ, ਕਿਉਂਕਿ ਅਸੀਂ ਹਰ ਚੀਜ਼ ਨੂੰ ਜੇਕਰ ਅਸੀਂ ਗਰੀਬ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਵੀ ਗਰੀਬ ਵਿਅਕਤੀ ਦੇ ਕੋਲ ਪੈਸਾ ਨਹੀਂ ਹੁੰਦਾ। ਤਾਂ ਸਾਡੀ ਜਿਹੜੀ ਆਮ ਧਾਰਨਾ ਆ ਉਹ ਇਸ ਗੱਲ ਨਾਲ ਹੀ ਜੁੜੀ ਹੋਈ ਹੈ ਵੀ ਗਰੀਬ ਉਹ ਵਿਅਕਤੀ ਹੈ ਜਿਹਦੇ ਕੋਲ ਪੈਸਾ ਨਹੀਂ ਹੈ, ਜਦ ਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਗਰੀਬ ਵਿਅਕਤੀ ਨੂੰ ਬਾਕੀ ਲੋਕਾਂ ਨਾਲੋਂ ਵੱਖ ਕਰਦੀਆਂ ਹਨ, ਇਕੱਲਾ ਪੈਸਾ ਨਹੀਂ। ਉਹਦੇ ਬਾਰੇ ਬੱਚਿਓ ਆਪਾਂ ਅੱਗੇ ਪੜ੍ਹਾਂਗੇ। ਤਾਂ ਇੱਥੇ ਦੇਖੋ ਕੀ ਦੱਸਿਆ ਜਾ ਰਿਹਾ ਆ। The richest 10% have 77.4% of national wealth, ਯਾਨੀ ਦੇਸ਼ ਦੀ ਜਿੰਨੀ ਵੀ ਸੰਪत्ति ਆ, ਸੰਪत्ति ਦੇ ਵਿੱਚ ਬੱਚਿਓ ਸੰਪत्ति ਦਾ ਮਤਲਬ ਇਹ ਹੁੰਦਾ ਜਾਇਦਾਦ। ਹੁਣ ਮੰਨ ਲਓ ਬੱਚਿਓ ਤੁਹਾਡੇ ਘਰਾਂ ਦੇ ਵਿੱਚ ਦੇਖੋ ਟਰੈਕਟਰ ਵੀ ਖੜਾ ਆ ਨਾ, ਤੁਹਾਡੇ ਕੋਲ ਮੱਝਾਂ ਵੀ ਹੈਗੀਆਂ, ਤੁਹਾਡੇ ਕੋਲ 4 ਕਮਰੇ ਦਾ ਘਰ ਵੀ ਹੈਗਾ, ਸਾਈਕਲ ਵੀ ਹੈਗਾ, ਸਕੂਟਰ ਵੀ ਆ, TV ਵੀ ਆ, ਫਰਿੱਜ ਵੀ ਆ। ਇਹ ਸਾਰੀ ਤੁਹਾਡੀ ਸੰਪत्ति ਆ, ਕਿਉਂਕਿ ਇਹ ਅਸੀਂ ਕਿਸੇ ਵੇਲੇ ਖਰੀਦੀ ਆ, ਜਾਂ ਅਸੀਂ ਕਹਿ ਸਕਦੇ ਹਾਂ ਵੀ ਇਹਦਾ ਕੋਈ ਮੁੱਲ ਆ। ਤਾਂ ਇਹ ਸਾਰੀ ਤੁਹਾਡੀ ਸੰਪत्ति ਆ। ਤੁਹਾਡੇ ਖੇਤ ਵੀ ਤੁਹਾਡੀ ਸੰਪत्ति ਆ, ਕੱਪੜੇ ਜੋ ਤੁਸੀਂ ਪਹਿਨੇ ਹੋਏ ਉਹ ਵੀ ਤੁਹਾਡੀ ਸੰਪत्ति ਆ, ਤੁਹਾਡੀ ਪ੍ਰੋਪਰਟੀ ਆ। ਤਾਂ ਇਹ ਕੀ ਕਿਹਾ ਜਾ ਰਿਹਾ ਵੀ ਮੰਨ ਲਓ ਸਾਡੇ ਦੇਸ਼ ਦੀ ਆਬਾਦੀ ਜੇਕਰ ਅਸੀਂ ਇਹ ਹਿਸਾਬ ਲਾਈਏ ਵੀ 100 ਕਰੋੜ ਆ, ਤਾਂ ਉਹਦੇ ਵਿੱਚੋਂ ਜਿੰਨੀ ਵੀ ਦੇਸ਼ ਦੀ ਸਾਡੀ ਆਮਦਨ ਹੈ ਜਾਂ ਜਾਇਦਾਦ ਆ, ਉਹਦਾ 77% ਭਾਗ ਸਿਰਫ 10 ਕਰੋੜ ਲੋਕਾਂ ਕੋਲ ਆ। ਕਹਿਣ ਦਾ ਮਤਲਬ ਆ ਵੀ ਸਿਰਫ 10 ਲੋਕ ਜਿਹੜੇ ਆ ਉਹ 100 ਦੇ ਵਿੱਚੋਂ 77% ਹਿੱਸਾ ਆਪਣੇ ਕੋਲ ਰੱਖਦੇ ਆ, ਅਤੇ ਬਾਕੀ ਜਿਹੜੇ 60% ਲੋਕ ਆ, ਯਾਨੀ ਜੇਕਰ 100 ਕਰੋੜ ਦੀ ਗੱਲ ਕਰੀਏ ਵੀ ਆਬਾਦੀ 100 ਕਰੋੜ ਆ, ਤਾਂ 10 ਕਰੋੜ ਲੋਕਾਂ ਕੋਲ 77% ਜਿਹੜੀ ਆ ਜਾਇਦਾਦ ਆ, ਅਤੇ 60% ਜਿਹੜੇ ਲੋਕ ਆ ਉਹਨਾਂ ਕੋਲ 4.7% ਜਿਹੜੀ ਆ ਨੈਸ਼ਨਲ ਵੈਲਥ ਹੈਗੀ ਆ। ਯਾਨੀ ਬਹੁਤ ਸਾਰੀ ਵੱਡੀ ਗਿਣਤੀ ਦੇ ਲੋਕਾਂ ਦੇ ਕੋਲ ਬਹੁਤ ਹੀ ਘੱਟ ਜਾਇਦਾਦ ਆ, ਪ੍ਰੋਪਰਟੀ ਆ, ਅਤੇ ਬਹੁਤ ਥੋੜ੍ਹੇ ਲੋਕਾਂ ਕੋਲ ਬਹੁਤ ਜ਼ਿਆਦਾ। ਅੱਗੇ ਚਾਰਟ ਦੇਖ ਲਓ ਤੁਸੀਂ ਬੱਚਿਓ, ਆਹ ਦੇਖੋ ਤੁਹਾਨੂੰ ਚਾਰਟ ਦਿਖ ਰਿਹਾ, ਠੀਕ ਹੈ। ਕੀ ਲਿਖਿਆ ਹੋਇਆ ਤੇ 51.5% ਜਿਹੜੀ ਸਾਡੀ ਵੈਲਥ ਹੈਗੀ ਆ ਉਹ 1% ਲੋਕਾਂ ਕੋਲ ਆ, ਅਤੇ 60% ਲੋਕਾਂ ਕੋਲ ਕਿੰਨੀ ਆ? ਸਿਰਫ 4.7%। ਠੀਕ ਹੈ। ਜੇਕਰ ਤੁਸੀਂ ਦੇਖੋ ਇਹਨੂੰ ਸਮਝਣਾ ਕੋਈ ਬਹੁਤਾ ਔਖਾ ਨਹੀਂ ਹੈਗਾ। ਜੇ ਮੰਨ ਲਓ ਵੀ 100 ਰੁਪਈਆ ਹੈਗਾ, 100 ਰੁਪਏ ਦੇ ਵਿੱਚੋਂ 100 ਰੁਪਈਆ ਆ ਅਤੇ 100 ਲੋਕ ਆ, ਠੀਕ ਹੈ। ਤਾਂ ਇੱਕ ਵਿਅਕਤੀ ਕੋਲ ਜਿਹੜਾ ਆ 51 ਰੁਪਈਏ ਆ,
ਤੇ 60 ਲੋਕਾਂ ਦੇ ਕੋਲ 4.7 ਰੁਪਏ ਆ। ਇਸ ਗੱਲ ਨੂੰ ਸਮਝ ਲਓ ਤੁਸੀਂ, ਠੀਕ ਹੈ ਨਾ। ਕਹਿਣ ਦਾ ਮਤਲਬ ਹੈ ਇੱਕ ਵਿਅਕਤੀ ਜਿਹੜਾ ਆ ਅੱਧਾ ਪੈਸਾ ਆਪਣੇ ਕੋਲ ਰੱਖ ਕੇ ਬੈਠਾ ਆ, ਤੇ ਬਾਕੀ ਜਿਹੜੇ 99% ਲੋਕ ਆ, 99 ਲੋਕ ਆ, ਉਹਨਾਂ ਦੇ ਕੋਲ ਸਾਰਿਆਂ ਕੋਲ ਅੱਧਾ ਪੈਸਾ ਆ। ਇਸ ਨੂੰ ਅਸੀਂ ਕਹਿੰਦੇ ਆ ਰਾਸ਼ਟਰੀ ਇਨਕਮ ਦੀ ਜਿਹੜੀ ਆ ਸਹੀ ਵੰਡ ਨਾ ਹੋਣਾ। ਜਿਹੜੇ ਅਮੀਰ ਆ ਬਹੁਤ ਜ਼ਿਆਦਾ ਅਮੀਰ ਆ, ਜਿਹੜੇ ਗਰੀਬ ਆ ਉਹ ਬਹੁਤ ਜ਼ਿਆਦਾ ਗਰੀਬ ਹੈ। ਇਹ ਸਭ ਤੋਂ ਵੱਡਾ ਕਾਰਨ ਆ ਸਾਡੇ ਦੇਸ਼ ਦੇ ਵਿੱਚ ਗਰੀਬੀ ਦਾ, ਠੀਕ ਹੈ। ਇਹ ਚਾਰਟ ਨੂੰ ਤੁਸੀਂ ਸਕਰੀਨਸ਼ਾਟ ਕਰ ਲਿਓ, ਇਹਨੂੰ ਸਮਝ ਲਿਓ ਚੰਗੀ ਤਰ੍ਹਾਂ। ਅਗਲੀ ਗੱਲ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਪਾਠ ਦੀ, ਪਾਠ ਆ ਸਾਡਾ ਗਰੀਬੀ, ਚੁਣੌਤੀ ਆ ਤੇ ਕਿਵੇਂ ਚੁਣੌਤੀ ਆ। ਕਿਉਂਕਿ ਜਿਹੜਾ ਗਰੀਬ ਵਿਅਕਤੀ ਆ ਉਹ ਆਪਣੇ ਗਰੀਬੀ ਦੇ ਚੱਕਰ ਦੇ ਵਿੱਚੋਂ ਬੱਚਿਓ ਬਾਹਰ ਨਹੀਂ ਆ ਪਾ ਰਿਹਾ ਹੈ। ਗਰੀਬ ਵਿਅਕਤੀ ਕੋਲ ਪੈਸਾ ਨਹੀਂ ਹੁੰਦਾ, ਪੈਸਾ ਨਾ ਹੋਣ ਕਰਕੇ ਉਹਨੂੰ ਚੰਗੀ ਸਿੱਖਿਆ ਨਹੀਂ ਮਿਲਦੀ। ਸਰਕਾਰ ਬੇਸ਼ੱਕ ਬਹੁਤ ਸਾਰੀਆਂ ਸੁਵਿਧਾਵਾਂ ਦਿੰਦੀ, ਪਰ ਉਹਦੇ ਘਰ ਦੇ ਹਾਲਾਤ ਐਸੇ ਹੁੰਦੇ ਆ ਕਿ ਉਹ ਉਹਨਾਂ ਸੁਵਿਧਾਵਾਂ ਨੂੰ ਉਹਨਾਂ ਦਾ ਫਾਇਦਾ ਚੱਕ ਕੇ, ਜਿਵੇਂ ਆਪਾਂ ਦੇਖਦੇ ਹਾਂ ਵੀ ਸਕੂਲਾਂ ਦੇ, ਸਰਕਾਰੀ ਸਕੂਲਾਂ ਵਿੱਚ ਜਿਹੜੀ ਸਿੱਖਿਆ ਆ 8ਵੀਂ ਤੱਕ ਫ੍ਰੀ ਆ, ਪਰ ਘਰ ਦੇ ਹਾਲਾਤ ਐਸੇ ਹੁੰਦੇ ਵੀ ਉਹ ਆਪਣੇ ਬੱਚਿਆਂ ਨੂੰ ਵੀ ਕੰਮ ਦੇ ਵਿੱਚ ਲਾ ਲੈਂਦੇ ਆ ਤੇ ਉਹਨਾਂ ਨੂੰ ਪੜ੍ਹਨ ਨੂੰ ਨਹੀਂ ਭੇਜ ਸਕਦੇ। ਇਸ ਕਰਕੇ ਉਹਨਾਂ ਦੇ ਬੱਚੇ ਵੀ ਅੱਗੇ ਪੜ੍ਹਨ ਤੋਂ ਰਹਿ ਜਾਂਦੇ ਆ, ਕਿਉਂਕਿ ਜਦ ਤੱਕ ਸਿੱਖਿਆ ਬੱਚਿਆਂ ਦੇ ਵਿੱਚ ਨਹੀਂ ਜਾਊਗੀ ਉਹ ਤਰੱਕੀ ਨਹੀਂ ਕਰ ਸਕਦੇ। ਤੇ ਜਦੋਂ ਸਕੂਲ ਨਹੀਂ ਜਾਂਦੇ ਤੇ ਆਪਣੇ ਫਿਰ ਉਹ ਕੰਮਾਂ 'ਚ ਲੱਗ ਜਾਂਦੇ ਆ, ਉਹ ਫਿਰ ਉਹਨਾਂ ਦਾ ਗਰੀਬੀ ਦਾ ਜਿਹੜਾ ਚੱਕਰ ਫਿਰ ਘੁੰਮਦਾ ਜਾਂਦਾ ਆ। ਸਿਹਤ ਨਹੀਂ ਚੰਗੀ ਬਣਦੀ, ਖਾਣ ਨੂੰ ਨਹੀਂ ਮਿਲਦਾ, ਰੋਟੀ ਪਾਣੀ ਨਹੀਂ ਹੈਗਾ, ਛੱਤ ਨਹੀਂ ਹੈਗੀ, ਕੱਪੜੇ ਨਹੀਂ ਹੈਗੇ, ਤੇ ਉਹ ਸਾਰਾ ਸਿਸਟਮ ਜਿਹੜਾ ਆ ਉਹਨਾਂ ਨੂੰ ਉਸੇ ਚੱਕਰ 'ਚ ਫਸਾਈ ਰੱਖਦਾ ਆ। ਉਹਨੂੰ ਅਸੀਂ ਕਹਿੰਦੇ ਆ ਗਰੀਬੀ ਦਾ ਦੁਸ਼ ਚੱਕਰ। ਤੇ ਇਸ ਕਰਕੇ ਇੱਕ ਬਹੁਤ ਵੱਡੀ ਚੁਣੌਤੀ ਬਣ ਗਿਆ ਗਰੀਬੀ ਸਾਡੇ ਦੇਸ਼ ਦੇ ਲਈ। ਹੁਣ ਇਸ ਪਾਠ ਦੇ ਵਿੱਚ ਆਪਾਂ ਕੀ ਪੜ੍ਹਾਂਗੇ? ਸਭ ਤੋਂ ਪਹਿਲਾਂ ਤਾਂ ਪੜ੍ਹਾਂਗੇ ਸ਼ਹਿਰੀ ਤੇ ਪੇਂਡੂ ਗਰੀਬੀ, ਕਿਉਂਕਿ ਅਸੀਂ ਜਾਣਦੇ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ ਸਾਡੇ ਉਹ ਪਿੰਡਾਂ ਦੇ ਵਿੱਚ ਰਹਿੰਦੇ ਆ ਤੇ ਸ਼ਹਿਰਾਂ ਦੇ ਵਿੱਚ ਵੀ ਕੁਛ ਲੋਕ ਜਿਹੜੇ ਰਹਿੰਦੇ ਆ। ਦੋਵੇਂ ਜਗ੍ਹਾ ਦੇ ਉੱਤੇ ਸਾਨੂੰ ਗਰੀਬੀ ਮਿਲਦੀ ਆ। ਉਹ ਕਿਸ ਤਰ੍ਹਾਂ ਦੀ, ਉਹਦੇ ਬਾਰੇ ਪੜ੍ਹਾਂਗੇ। ਫਿਰ ਗਰੀਬੀ ਕੀ ਹੈ, ਕਿਹਨੂੰ ਅਸੀਂ ਗਰੀਬ ਕਹਿੰਦੇ, ਇਹਦੇ ਬਾਰੇ ਪੜ੍ਹਾਂਗੇ। ਫਿਰ ਇੱਕ ਗਰੀਬੀ ਰੇਖਾ ਆ ਬੱਚਿਓ, ਰੇਖਾ ਮਤਲਬ ਇੱਕ ਐਸੀ ਲਾਈਨ ਆ, ਸਰਕਾਰ ਨੇ ਇਹ ਤੈਅ ਕੀਤਾ ਆ ਵੀ ਇੱਕ ਕੈਟੇਗਰੀ ਤੋਂ ਹੇਠਾਂ, ਇੱਕ ਲਾਈਨ ਤੋਂ ਹੇਠਾਂ ਜਿਹੜੇ ਲੋਕ ਆ ਉਹ ਗਰੀਬ ਆ, ਤੇ ਉਹਨਾਂ ਦੇ ਲਈ ਕੁਛ ਖਾਸ ਜਿਹੜੀਆਂ ਆ ਸੁਵਿਧਾਵਾਂ ਸਰਕਾਰ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜਾ ਉਸ ਰੇਖਾ ਤੋਂ, ਗਰੀਬੀ ਰੇਖਾ ਤੋਂ ਬਾਹਰ ਕੱਢਿਆ ਜਾ ਸਕੇ। ਉਹਦੇ ਬਾਰੇ ਵੀ ਪੜ੍ਹਾਂਗੇ। ਫਿਰ ਵਿਸ਼ਵ ਵਿਆਪੀ ਗਰੀਬੀ ਅਨੁਪਾਤ, ਇਹਦਾ ਮਤਲਬ ਇਹ ਆ ਵੀ ਸਾਰੇ ਸੰਸਾਰ ਦੇ ਵਿੱਚ ਗਰੀਬੀ ਕਿਸ ਢੰਗ ਨਾਲ ਫੈਲੀ ਹੋਈ ਆ ਤੇ ਕਿਹੜੇ ਦੇਸ਼ਾਂ ਨੇ ਗਰੀਬੀ ਨੂੰ ਆਪਣੇ ਵੱਸ ਦੇ ਵਿੱਚ ਕਰ ਲਿਆ ਆ, ਕੰਟਰੋਲ ਕਰ ਲਿਆ ਆ, ਗਰੀਬੀ ਘਟਾ ਲਈ ਹੈ। ਫਿਰ ਅੰਤਰਰਾਜੀ ਅਸਮਾਨਤਾ। ਅੰਤਰਰਾਜੀ ਅਸਮਾਨਤਾ ਮਤਲਬ ਹੁਣ ਭਾਰਤ ਦੇ ਵਿੱਚ ਜਿਹੜੇ ਆ ਬਹੁਤ ਸਾਰੇ ਰਾਜ ਆ, ਪੰਜਾਬ ਆ, ਹਰਿਆਣਾ ਆ, ਉੱਤਰ ਪ੍ਰਦੇਸ਼ ਆ, ਮੱਧ ਪ੍ਰਦੇਸ਼ ਆ, ਹਰੇਕ ਰਾਜ ਦੇ ਵਿੱਚ ਗਰੀਬੀ ਦੀ ਹਾਲਤ ਵੱਖੋ ਵੱਖ ਆ। ਉਹਦੇ ਬਾਰੇ ਪੜ੍ਹਾਂਗੇ ਵੀ ਕਿਹੜਾ ਰਾਜ ਜਿਹੜਾ ਆ ਉਹਦੇ ਵਿੱਚ ਗਰੀਬੀ ਘੱਟ ਆ, ਕਿਹਦੇ ਵਿੱਚ ਜ਼ਿਆਦਾ ਆ, ਤੇ ਕਿਉਂ ਘੱਟ ਆ ਤੇ ਕਿਉਂ ਵੱਧ ਆ। ਫਿਰ ਗਰੀਬੀ ਦੇ ਕਾਰਨ ਕੀ ਆ, ਜੇਕਰ ਲੋਕ ਗਰੀਬ ਆ, ਉਸ ਗਰੀਬੀ ਦੇ ਵਿੱਚੋਂ ਬਾਹਰ ਨਹੀਂ ਆ ਪਾ ਰਹੇ ਤਾਂ ਉਹਦੇ ਕਾਰਨ ਕੀ ਆ। ਫਿਰ ਗਰੀਬੀ ਨੂੰ ਖਤਮ ਕਰਨ ਦੇ ਲਈ ਸਰਕਾਰ ਨੇ ਕੀ ਕੀਤਾ ਆ। ਇਹ ਸਾਰੀਆਂ ਗੱਲਾਂ ਤਾਂ ਬੱਚਿਓ ਆਪਾਂ ਇਸ ਪਾਠ ਦੇ ਵਿੱਚ ਪੜ੍ਹਨੀਆਂ ਆ, ਠੀਕ ਹੈ। ਹੁਣ ਸਭ ਤੋਂ ਪਹਿਲੀ ਸਾਡੀ ਗੱਲ ਹੈ ਵੀ ਗਰੀਬੀ ਜਿਹੜੀ ਦੋ ਤਰ੍ਹਾਂ ਦੀ ਆ, 2 types of poverty। ਗਰੀਬੀ ਦੀਆਂ ਦੋ ਕਿਸਮਾਂ ਆ। ਪਹਿਲੀ ਕਿਸਮ ਆ ਪੇਂਡੂ ਗਰੀਬੀ। ਕਿਉਂ ਪਹਿਲੀ ਕਿਸਮ ਆ? ਕਿਉਂਕਿ ਸਾਡੇ ਦੇਸ਼ ਦੇ 60 ਤੋਂ 70% ਲੋਕ ਪਿੰਡਾਂ ਦੇ ਵਿੱਚ ਰਹਿੰਦੇ ਆ। ਤਾਂ ਪੇਂਡੂ ਗਰੀਬੀ ਨੂੰ ਆਪਾਂ ਇੱਕ ਕਹਾਣੀ ਦੇ ਕਿਸਮ ਦੇ ਨਾਲ, ਕਹਾਣੀ ਦੇ ਹਿਸਾਬ ਦੇ ਨਾਲ ਉਹਨੂੰ ਜਿਹੜਾ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਦੇਖੋ ਬੱਚਿਓ, ਇੱਕ ਪਰਿਵਾਰ ਆ, 8 ਜਣਿਆਂ ਦਾ ਪਰਿਵਾਰ ਆ। ਇਹਦਾ ਜਿਹੜਾ ਮੁਖੀ ਆ ਉਹ ਪਿੰਡ ਦੇ ਵਿੱਚ ਕਿਸੇ ਵਿਅਕਤੀ ਦੇ, ਕਿਸੇ ਕਿਸਾਨ ਦੇ ਖੇਤਾਂ ਦੇ ਵਿੱਚ ਕੰਮ ਕਰਦਾ। ਇਹਦਾ ਨਾਮ ਅਸੀਂ ਕੋਈ ਵੀ ਦੇ ਸਕਦੇ ਹਾਂ, ਰਾਮ, ਸ਼ਾਮ, ਮੋਹਨ, ਕੋਈ ਨਾਂ ਦੇ ਦਿਓ। ਜੇਕਰ ਅਸੀਂ ਆਪਣੀ ਕਿਤਾਬ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਭੋਲਾ ਨਾਂ ਦਿੱਤਾ ਗਿਆ ਆ। ਮੰਨ ਲਓ ਇਹ ਵਿਅਕਤੀ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਕੰਮ ਕਰਦਾ ਆ, ਉਹਨੂੰ
60 ਕੁ ਰੁਪਏ ਜਿਹੜੀ ਆ ਸਾਡੀ ਕਿਤਾਬ ਦੇ ਹਿਸਾਬ ਦੇ ਨਾਲ ਜਿਹੜੀ ਦਿਹਾੜੀ ਮਿਲਦੀ ਆ। ਹੁਣ 60 ਰੁਪਏ ਦੇ ਹਿਸਾਬ ਨਾਲ ਜਿਹੜਾ ਉਹਦਾ ਪਰਿਵਾਰ, ਕਿਉਂਕਿ ਵੱਡਾ ਗੁਜ਼ਾਰਾ ਨਹੀਂ ਹੁੰਦਾ, ਤਾਂ ਉਹਦੀ ਪਤਨੀ ਨੂੰ ਵੀ ਕੰਮ ਕਰਨਾ ਪੈਂਦਾ। ਉਹ ਲੋਕਾਂ ਦੇ ਘਰ ਜਾ ਕੇ ਉਹਨਾਂ ਦੇ ਭਾਂਡੇ ਮਾਂਜਦੀ ਆ, ਠੀਕ ਹੈ। ਉਹਦੀ ਵੱਡੀ ਕੁੜੀ ਜਿਹੜੀ ਆ ਲੋਕਾਂ ਦੇ ਘਰ ਝਾੜੂ ਪੋਚਾ ਕੱਪੜੇ ਧੋਣ ਦਾ ਕੰਮ ਕਰਦੀ ਆ, ਠੀਕ ਹੈ। ਹੁਣ ਜਿਹੜਾ ਉਹਦਾ ਵੱਡਾ ਮੁੰਡਾ ਆ ਉਹ ਵੀ ਕਦੇ ਸਕੂਲ ਨਹੀਂ ਗਿਆ ਅਤੇ ਕੀ ਕੰਮ ਕਰਦਾ ਆ, ਸਾਈਕਲ ਨੂੰ ਰਿਪੇਅਰ ਕਰਨ ਦੀ ਦੁਕਾਨ 'ਤੇ ਲੱਗਾ ਹੋਇਆ। ਉੱਥੇ ਵੀ ਉਹਨੂੰ ਕੁਛ ਪੈਸੇ ਮਿਲਦੇ ਆ, ਕਿਉਂਕਿ ਛੋਟਾ ਆ, ਇਸ ਕਰਕੇ ਉਹਨੂੰ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਆ। ਜਿਹੜਾ ਉਹਦਾ ਭਰਾ ਆ ਉਹ ਖੇਤਾਂ ਦੇ ਵਿੱਚ ਕੰਮ ਕਰਦਾ ਆ, ਜਾਨਵਰਾਂ ਨੂੰ ਚਰਾਉਂਦਾ ਆ, ਪਸ਼ੂਆਂ ਨੂੰ ਪੱਠੇ ਪਾਉਂਦਾ ਆ, ਗੋਹਾ ਕੂੜਾ ਵਗੈਰਾ ਜਿਹੜਾ ਆ ਕਿਸੇ ਦੇ ਘਰ ਦੇ ਵਿੱਚੋਂ ਉਹਨੂੰ ਇਕੱਠਾ ਕਰਕੇ ਉਹਨੂੰ ਬਾਹਰ ਸਿੱਟਦਾ ਆ। ਇਹ ਕੰਮ ਕਰਦਾ, ਉਹਦੇ ਬਦਲੇ ਉਹਨੂੰ ਕੁਛ ਜਿਹੜਾ ਆ ਮਿਲਦਾ ਆ। ਹੁਣ ਬਾਕੀ ਉਹਦੇ ਪਰਿਵਾਰ ਦੇ ਕੁਛ ਹੋਰ ਬੱਚੇ ਹੈਗੇ, ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਲੜਕੀ ਆ ਉਹ ਇਹਨਾਂ ਬਾਕੀ ਬੱਚਿਆਂ ਦਾ ਖਿਆਲ ਰੱਖਦੀ, ਘਰ ਦੇ ਵਿੱਚ ਉਹਨਾਂ ਨੂੰ ਖਾਣਾ ਦਿੰਦੀ ਆ ਜਾਂ ਘਰ ਦਾ ਖਿਆਲ ਰੱਖਦੀ, ਸਾਫ਼ ਸਫਾਈ ਕਰਦੀ ਆ। ਹੁਣ ਤੁਸੀਂ ਦੇਖ ਲਓ 4 ਤੇ 2 6 ਬੱਚੇ ਆ, 6 ਦੇ 6 ਬੱਚੇ ਜਿਹੜੇ ਆ ਸਕੂਲ ਨਹੀਂ ਜਾ ਪਾ ਰਹੇ ਆ, ਕਿਉਂਕਿ ਉਹ ਕਿਸੇ ਨਾ ਕਿਸੇ ਕੰਮ ਦੇ ਵਿੱਚ ਉਲਝੇ ਹੋਏ ਫਸੇ ਹੋਏ ਆ। ਤਾਂ ਇੱਦਾਂ ਦਾ ਬੱਚਿਓ ਸਰਕਲ ਜਿਹੜਾ ਆ ਇਹ ਪਿੰਡਾਂ ਦੀ ਗਰੀਬੀ ਨੂੰ ਸ਼ੋਅ ਕਰਦਾ ਆ। ਹੁਣ ਇਹ ਸਾਰੇ ਜਿਹੜੇ ਆ ਬਹੁਤ ਥੋੜ੍ਹੇ ਪੈਸਿਆਂ ਦੇ ਕੰਮ 'ਤੇ ਲੱਗੇ ਆ, ਪੈਸੇ ਬਹੁਤ ਘੱਟ ਮਿਲਦੇ ਆ, ਉਹਦੇ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਆ, ਠੀਕ ਹੈ। ਖਾਣ ਪੀਣ ਉਹਨਾਂ ਦਾ ਬੜੀ ਮੁਸ਼ਕਿਲ ਨਾਲ ਚੱਲਦਾ ਆ, ਲੋਕਾਂ ਦੇ ਰਹਿਮੋ ਕਰਮ 'ਤੇ ਰਹਿੰਦਾ ਆ ਪਰਿਵਾਰ ਸਾਰਾ, ਕਦੀ ਕੁਛ ਮੰਗ ਕੇ ਗੁਜ਼ਾਰਾ ਕਰ ਲਿਆ। ਇਸ ਤਰ੍ਹਾਂ ਕਰਕੇ ਜਿਹੜਾ ਇਹ ਇੱਕ ਪੇਂਡੂ ਗਰੀਬੀ ਦੀ ਕਹਾਣੀ ਆ, ਠੀਕ ਹੈ। ਚਲੋ ਅੱਗੇ ਚੱਲਦੇ ਆਪਾਂ। ਅੱਗੇ ਅਰਬਨ ਪਾਵਰਟੀ, ਸ਼ਹਿਰੀ ਗਰੀਬੀ। ਸ਼ਹਿਰ ਦੇ ਵਿੱਚ ਵੀ ਗਰੀਬੀ ਹੈਗੀ ਆ, ਪਰ ਉਹਦਾ ਥੋੜ੍ਹਾ ਜਿਹਾ ਢੰਗ ਡਿਫਰੈਂਟ ਹੈਗਾ, ਕਿਉਂਕਿ ਸ਼ਹਿਰ ਦੇ ਵਿੱਚ ਹੁਣ ਖੇਤ ਤਾਂ ਹੁੰਦੇ ਨਹੀਂ, ਕੀ ਹੁੰਦਾ ਫੈਕਟਰੀਆਂ ਲੱਗੀਆਂ ਹੁੰਦੀਆਂ ਆ, ਜਾਂ ਲੋਕਾਂ ਦੀਆਂ ਦੁਕਾਨਾਂ ਆ, ਜਾਂ ਢਾਬੇ ਆ, ਜਾਂ ਰੈਸਟੋਰੈਂਟ ਆ, ਜਾਂ ਰੇਹੜੀਆਂ ਆ, ਜਾਂ ਮੰਡੀ ਆ, ਇੱਦਾਂ ਦੇ ਛੋਟੇ ਮੋਟੇ ਕੰਮ ਜਿਹੜੇ ਆ ਉਹ ਕੀਤੇ ਜਾਂਦੇ ਆ। ਹੁਣ ਇੱਥੇ ਵੀ ਇੱਕ ਵਿਅਕਤੀ ਆ, ਸਾਡੀ ਕਿਤਾਬ 'ਚ ਉਹਦਾ ਨਾਂ ਸ਼ਾਇਦ ਸੁੰਦਰ ਦਿੱਤਾ ਹੋਇਆ। ਇਹ ਬੰਦਾ ਜਿਹੜਾ ਆ ਸ਼ਹਿਰ ਦੇ ਵਿੱਚ ਇੱਕ ਫੈਕਟਰੀ 'ਚ ਕੰਮ ਕਰਦਾ, ਠੀਕ ਹੈ। ਇਹਦੇ ਵੀ ਪਰਿਵਾਰ ਦੇ ਕਾਫੀ ਮੈਂਬਰ ਹੈਗੇ ਆ। ਇਹਦੀ ਪਤਨੀ ਲੋਕਾਂ ਦੇ ਘਰ ਜਿਹੜਾ ਆ ਸਾਫ਼ ਸਫਾਈ ਦਾ ਕੰਮ ਕਰਦੀ ਆ। ਬੇਟੀ ਵੀ ਜਿਹੜੀ ਇਹਨਾਂ ਦੀ ਵੱਡੀ ਕੁੜੀ ਆ ਉਹ ਵੀ ਜਿਵੇਂ ਆਪਾਂ ਪੇਂਡੂ ਗਰੀਬੀ 'ਚ ਦੇਖਿਆ ਸੀ, ਉਹਦੇ 'ਚ ਇਸੇ ਤਰ੍ਹਾਂ ਉਹ ਵੀ ਜਿਹੜਾ ਆ ਆਪਣੀ ਮਾਂ ਦੀ ਸਹਾਇਤਾ ਕਰਦੀ ਆ ਕੰਮਾਂ ਕਾਰਾਂ ਦੇ ਵਿੱਚ। ਹੁਣ ਆਹ ਦੇਖੋ ਇੱਦਾਂ ਦਾ ਘਰ ਆ, ਠੀਕ ਹੈ, 2 ਕਮਰਿਆਂ ਦਾ ਘਰ ਆ। ਇੱਕ ਕਮਰੇ ਦੀ ਹਾਲਤ ਤੁਸੀਂ ਦੇਖ ਲਓ ਕਿਹੋ ਜਿਹੀ ਹੈਗੀ ਆ, ਕਿੰਨੀ ਗੰਦਗੀ ਆ, ਕਿਵੇਂ ਸਮਾਨ ਇੱਧਰ ਉੱਧਰ ਪਿਆ ਹੋਇਆ, ਕੋਈ ਵੀ ਚੀਜ਼ ਕਿਸੇ ਢੰਗ ਨਾਲ ਸਾਨੂੰ ਪਈ ਨਜ਼ਰ ਨਹੀਂ ਆ ਰਹੀ। ਕਿੰਨੇ ਵਿਅਕਤੀ ਜਿਹੜੇ ਆ ਇੱਕ ਛੋਟੇ ਜਿਹੇ ਕਮਰੇ ਵਿੱਚ ਹੈਗੇ ਆ, 2 ਕਮਰਿਆਂ ਦਾ ਘਰ ਹੈਗਾ, ਹਾਲਾਤ ਜਿਹੜੇ ਬਹੁਤ ਮਾੜੇ ਆ, ਠੀਕ ਹੈ ਜੀ। ਆ ਉਸ ਸੁੰਦਰ ਦੀ ਜਿਹੜੀ ਬਜ਼ੁਰਗ ਮਾਤਾ ਜੋ ਬਿਮਾਰ ਰਹਿੰਦੀ ਆ। ਇਸ ਤੋਂ ਪਹਿਲਾਂ ਉਹ 'ਚ ਇੱਕ ਗੱਲ ਹੋਰ ਲਿਖੀ ਹੋਈ ਆ ਵੀ ਜਿਹੜਾ ਉਹਦਾ ਪਿਤਾ ਸੀ ਉਹ ਵੀ ਬਿਮਾਰ ਰਹਿੰਦਾ ਸੀ, ਪਰ ਇਹਨਾਂ ਕੋਲ ਪੈਸੇ ਨਾ ਹੋਣ ਕਰਕੇ ਉਹ ਜਿਹੜਾ ਆ ਉਹਦੀ ਦਵਾਈ ਨਹੀਂ ਲਈ ਜਾ ਸਕੀ, ਉਹਦਾ ਇਲਾਜ ਨਹੀਂ ਹੋ ਸਕਿਆ ਅਤੇ ਉਸ ਦੀ ਮੌਤ ਹੋ ਜਾਂਦੀ ਆ। ਹੁਣ ਇਸ ਵੇਲੇ ਇਸ ਮਾਤਾ ਦੀ ਹਾਲਤ ਵੀ ਠੀਕ ਨਹੀਂ ਹੈ, ਪੈਸੇ ਨਹੀਂ ਹੈਗੇ, ਦਵਾਈ ਨਹੀਂ ਆ ਪਾ ਰਹੀ ਅਤੇ ਬਜ਼ੁਰਗ ਮਾਤਾ ਬਿਮਾਰ ਰਹਿੰਦੀ ਆ, ਠੀਕ ਹੈ। ਅੱਗੇ ਦੇਖਦੇ ਹਾਂ। ਇੱਥੇ ਵੀ ਪਰਿਵਾਰ 'ਚ ਇੱਦਾਂ ਹੀ ਆ, ਇੱਕ ਵੱਡੀ ਲੜਕੀ ਆ ਜਿਹੜੀ ਉਹ ਆਪਣੇ 2 ਛੋਟੇ ਭਰਾਵਾਂ ਦਾ ਜਿਹੜਾ ਖਿਆਲ ਰੱਖਦੀ ਆ। ਘਰ ਦੇ ਵਿੱਚ ਐਡੀ ਵੱਡੀ ਫੈਮਿਲੀ ਆ, ਅਤੇ ਤੁਸੀਂ ਅਕਸਰ ਦੇਖੋਗੇ ਤੁਹਾਡੇ ਆਲੇ ਦੁਆਲੇ ਜੇਕਰ ਕੋਈ ਗਰੀਬ ਵਿਅਕਤੀ ਜਾਂ ਕੁਛ ਲੋਕ ਐਸੇ ਰਹਿੰਦੇ ਆ ਤਾਂ ਉਹਨਾਂ ਦਾ ਪਰਿਵਾਰ ਬਹੁਤ ਵੱਡਾ ਹੋਊਗਾ। ਜਿੱਡਾ ਵੱਡਾ ਪਰਿਵਾਰ ਹੋਊਗਾ ਉਹਨੂੰ ਪਾਲਣਾ ਬੜਾ ਔਖਾ ਹੋ ਜਾਂਦਾ ਹੈ। ਤਾਂ ਇਹ ਸ਼ਹਿਰੀ ਗਰੀਬੀ ਦੀ ਕਿਸਮ ਹੈ। ਸ਼ਹਿਰ 'ਚ ਗਰੀਬੀ ਇਸ ਤਰ੍ਹਾਂ ਦੀ ਹੈ, ਟੁੱਟਾ ਫੁੱਟਾ ਘਰ ਆ, ਖਾਣ ਪੀਣ ਨੂੰ ਹੈ ਨਹੀਂ ਗਾ, ਪਾਣੀ ਸਾਫ਼ ਨਹੀਂ ਹੈਗਾ, ਬਿਮਾਰ ਆ ਘਰ ਦੇ ਵਿੱਚ ਲੋਕ, ਬੱਚੇ ਵੀ ਬਿਮਾਰ ਆ, ਉਹਨਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਨਹੀਂ ਹੋ ਪਾ ਰਿਹਾ। ਇਹ ਸ਼ਹਿਰੀ ਜਿਹੜੀ ਗਰੀਬੀ ਦੀ ਕਿਸਮ ਆ। ਤਾਂ ਅੱਗੇ ਚੱਲਦੇ ਹਾਂ। ਹੁਣ ਕੀ ਆ, ਹੁਣ ਜੋ ਅਸੀਂ ਆ ਦੋਵੇਂ ਚੀਜ਼ਾਂ ਦੇਖੀਆਂ ਆ, ਪੇਂਡੂ ਗਰੀਬੀ ਅਤੇ ਸ਼ਹਿਰੀ ਗਰੀਬੀ, ਇਹਦੇ ਵਿੱਚ ਕੁਛ ਗੱਲਾਂ ਅਸੀਂ ਨੋਟ ਕੀਤੀਆਂ। ਉਹ ਕਿਹੜੀਆਂ ਆ? ਪਹਿਲੀ ਗੱਲ ਆ ਲੈਂਡਲੈਸਨੈਸ, ਯਾਨੀ ਜ਼ਮੀਨ ਨਾ ਹੋਣਾ।
ਦੋਵਾਂ ਤਰ੍ਹਾਂ ਦੀ ਗਰੀਬੀ ਦੇ ਵਿੱਚ ਜਿਹੜੇ ਮਾਲਕ ਆ, ਜਿਹੜਾ ਵਿਅਕਤੀ ਆ, ਉਹਦੇ ਕੋਲ ਆਪਣੀ ਜ਼ਮੀਨ ਨਹੀਂ ਹੈਗੀ। ਆਪਣੀ ਜ਼ਮੀਨ ਦਾ ਮਤਲਬ ਜਿਵੇਂ ਪਿੰਡਾਂ ਦੇ ਵਿੱਚ ਖੇਤ ਹੁੰਦੇ ਆ, ਇੱਕ ਖੇਤ ਆ, ਅੱਧਾ ਖੇਤ ਆ, ਉਹ ਬੰਦਾ ਆਪਣਾ ਕੰਮ ਕਰਦਾ, ਉੱਥੇ ਕੁਛ ਬੀਜਦਾ ਆ, ਫਿਰ ਉਹ ਵੱਢਦਾ ਆ, ਫਿਰ ਭਾਵੇਂ ਜੇ ਜ਼ਿਆਦਾ ਆ ਤਾਂ ਵੇਚ ਦਿੰਦਾ, ਕੁਛ ਘਰ ਵਾਸਤੇ ਰੱਖ ਲੈਂਦਾ ਆ। ਉਹਦੇ ਕੋਲ ਜ਼ਮੀਨ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਆ ਬੇਰੁਜ਼ਗਾਰੀ, ਕੰਮ ਨਹੀਂ ਹੈਗਾ, ਅਨਇੰਪਲੋਇਮੈਂਟ ਆ। ਹੁਣ ਜੇਕਰ ਲੋਕ ਕੰਮ ਵੀ ਕਰਦੇ ਪਏ ਨਾ ਤਾਂ ਆਪਾਂ ਦੇਖਿਆ ਵੀ ਉਹ ਬੰਦਾ ਜਿਹੜਾ ਆ ਭੋਲਾ ਜਿਹੜਾ ਆ ਉਹ 60 ਰੁਪਏ ਦਿਹਾੜੀ 'ਤੇ ਕੰਮ ਕਰਦਾ ਪਿਆ। ਕਿਉਂ ਕਰਦਾ? ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਆ ਦਿਹਾੜੀ ਘੱਟ ਦਿੱਤੀ ਜਾਂਦੀ ਆ। ਜੇਕਰ ਕੋਈ ਜ਼ਿਆਦਾ ਮੰਗਦਾ ਤਾਂ ਉਹਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਆ। ਸ਼ਹਿਰ 'ਚ ਵੀ ਇੱਦਾਂ ਹੀ ਆ। ਬੇਰੁਜ਼ਗਾਰੀ ਆ, ਕੰਮ ਨਹੀਂ ਮਿਲਦਾ ਪਿਆ। ਕੁਛ ਦਿਨ ਵਿਅਕਤੀ ਕੰਮ 'ਤੇ ਜਾਂਦਾ, ਕੁਛ ਦਿਨ ਉਹ ਘਰੇ ਰਹਿੰਦਾ ਆ। ਸਾਈਜ਼ ਆਫ ਫੈਮਿਲੀ, ਪਰਿਵਾਰ ਦਾ ਆਕਾਰ ਵੱਡਾ ਆ। ਗਰੀਬੀ ਦੇ ਵਿੱਚ ਤੁਹਾਨੂੰ ਅਕਸਰ ਜਿਹੜਾ ਪਰਿਵਾਰ ਮਿਲੇਗਾ ਉਹ ਵੱਡਾ ਮਿਲੇਗਾ। 6 ਤੋਂ 8 ਜਾਂ 8 ਤੋਂ 10 ਬੰਦਿਆਂ ਦਾ ਪਰਿਵਾਰ ਮਿਲੂਗਾ। ਅਨਪੜ੍ਹਤਾ, ਸਭ ਤੋਂ ਵੱਡੀ ਸਮੱਸਿਆ ਇਹੀ ਆ ਵੀ ਅਨਪੜ੍ਹਤਾ ਜਿਹੜੀ ਆ ਗਰੀਬਾਂ ਦੇ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ। ਕਿਉਂ? ਕਿਉਂਕਿ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਬੱਚਾ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਆ, ਉਹਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਾ ਕੇ ਪੈਸੇ ਕਮਾਉਣ ਦਾ ਜਿਹੜਾ ਸਾਧਨ ਬਣਾ ਲਿਆ ਜਾਂਦਾ ਆ। ਉਹਦੀ ਪੜ੍ਹਾਈ ਵੱਲ ਖਿਆਲ ਨਹੀਂ ਕੀਤਾ ਜਾਂਦਾ। ਜਦੋਂ ਬੱਚਾ ਨਹੀਂ ਪੜ੍ਹਦਾ ਤਾਂ ਉਹ ਪੜ੍ਹੂਗਾ ਨਹੀਂ ਅਤੇ ਅੱਗੇ ਜਾ ਕੇ ਕੁਛ ਉਹ ਚੰਗਾ ਕੰਮ ਨਹੀਂ ਪ੍ਰਾਪਤ ਕਰ ਸਕਦਾ, ਕੋਈ ਚੰਗੀ ਨੌਕਰੀ ਨਹੀਂ ਲੈ ਸਕਦਾ, ਅਤੇ ਘਰ ਦੇ ਹਾਲਾਤ ਉਹੋ ਜਿਹੇ ਰਹਿੰਦੇ ਆ। ਕਿਉਂਕਿ ਬੱਚਾ ਹੋਰ ਵੱਡਾ ਹੋਊਗਾ, 15, 16, 20 ਸਾਲ ਦਾ ਹੋਊਗਾ, ਉਹਦਾ ਵਿਆਹ ਹੋ ਜਾਂਦਾ, ਘਰ ਤੋਂ ਸੈਪਰੇਟ ਹੋ ਜਾਂਦਾ, ਉਹ ਇੱਕ ਹੋਰ ਵੱਖਰੀ ਗਰੀਬੀ ਦੇ ਵਿੱਚ ਚੱਕਰ ਦੇ ਵਿੱਚ ਫਸ ਜਾਂਦਾ ਅਤੇ ਗਰੀਬੀ ਦੇ ਵਿੱਚੋਂ ਉਹ ਬਾਹਰ ਨਹੀਂ ਪਾ ਰਿਹਾ। ਅਗਲੀ ਗੱਲ ਹੈ ਪੂਅਰ ਹੈਲਥ, ਮੈਲ ਨਿਊਟ੍ਰੀਸ਼ਨ, ਯਾਨੀ ਖਰਾਬ ਸਿਹਤ। ਸਿਹਤ ਕਿਉਂ ਖਰਾਬ ਆ? ਤੁਸੀਂ ਦੇਖਿਓ, ਘਰ ਦੇਖਿਆ ਸੀ ਆਪਾਂ ਵਿੱਚ, ਕਿਹੋ ਜਿਹੇ ਹਾਲਾਤ ਸੀ, ਕਿੰਨੀ ਗੰਦਗੀ ਸੀ, ਘਰ ਵੀ ਸਾਫ਼ ਸੁਥਰਾ ਨਹੀਂ ਸੀ, ਛੱਤ ਜਿਹੜੀ ਵੀ ਉਹ ਵੀ ਟੁੱਟੀ ਫੁੱਟੀ ਸੀ, ਦਰਵਾਜ਼ਾ ਹੈ ਨਹੀਂ ਸੀ, ਮੱਖੀ ਮੱਛਰ ਸਭ ਕੁਛ ਆਈ ਜਾ ਰਿਹਾ ਸੀ, ਲੋਕੈਲਿਟੀ ਵੀ ਠੀਕ ਨਹੀਂ। ਤੁਸੀਂ ਝੁੱਗੀਆਂ ਝੋਪੜੀਆਂ ਦੇ ਹਾਲਾਤ ਦੇਖੇ ਹੋਣੇ ਆਲੇ ਦੁਆਲੇ, ਉਹ ਲੋਕ ਜਿਹੜੇ ਆ ਕਿਹੋ ਜਿਹੇ ਇਲਾਕੇ 'ਚ, ਕਿਹੋ ਜਿਹੀ ਜਗ੍ਹਾ 'ਤੇ ਰਹਿੰਦੇ, ਗੰਦਗੀ 'ਚ ਰਹਿੰਦੇ, ਗੰਦਾ ਪਾਣੀ ਪੀਂਦੇ, ਜਾਂ ਕਈ ਵਾਰੀ ਤਾਂ ਨਲਕੇ ਵੀ ਨਹੀਂ ਹੁੰਦੇ ਆਲੇ ਦੁਆਲੇ, ਉਹ ਟੋਇਆਂ 'ਚੋਂ ਖੇਤਾਂ 'ਚੋਂ ਪਾਣੀ ਲੈ ਕੇ ਆਉਂਦੇ ਆ। ਤਾਂ ਸਿਹਤ ਜਿਹੜੀ ਆ ਸਹੀ ਨਹੀਂ ਹੁੰਦੀ, ਕਿਉਂਕਿ ਖਾਣ ਪੀਣ ਨੂੰ ਵੀ ਨਹੀਂ ਸਹੀ ਮਿਲਦਾ ਉਹਨਾਂ ਨੂੰ, ਗੁਜ਼ਾਰਾ ਬੜਾ ਮਸਾਂ ਹੀ ਹੁੰਦਾ ਹੈ ਉਹਨਾਂ ਦਾ। ਚਾਈਲਡ ਲੇਬਰ, ਬਾਲ ਮਜ਼ਦੂਰੀ, ਛੋਟੇ ਉਮਰ ਦੇ ਵਿੱਚ ਹੀ ਬੱਚਿਆਂ ਨੂੰ ਕੰਮ ਕਰਨਾ ਪੈਂਦਾ ਆ। ਹੈਲਪਲੈਸਨੈਸ, ਮਜਬੂਰੀ ਆ। ਕਾਹਦੀ ਮਜਬੂਰੀ ਆ? ਹਰ ਕੰਮ 'ਚ ਮਜਬੂਰੀ ਆ। ਔਰ ਉਹਨਾਂ ਦੀ ਮਜਬੂਰੀ ਦਾ ਫਾਇਦਾ ਕੌਣ ਚੁੱਕਦਾ? ਜਿਹੜੇ ਅਮੀਰ ਲੋਕ ਆ, ਜਿਨ੍ਹਾਂ ਨੇ ਉਹਨਾਂ ਨੂੰ ਕੰਮ ਦਿੱਤਾ ਹੁੰਦਾ। ਕਿਉਂ? ਕਿਉਂਕਿ ਉਹ ਕਹਿੰਦੇ ਵੀ ਇੰਨੇ ਪੈਸੇ 'ਤੇ ਤੂੰ ਕੰਮ ਕਰਨਾ ਤੇ ਕਰ, ਨਹੀਂ ਕਰਨਾ ਤੇ ਜਾ, ਅਸੀਂ ਕਿਸੇ ਹੋਰ ਨੂੰ ਕੰਮ 'ਤੇ ਰੱਖ ਲਵਾਂਗੇ। ਇਹਨੂੰ ਅਸੀਂ ਕਹਿੰਦੇ ਹਾਂ ਮਜਬੂਰੀ। ਅੱਗੇ ਆ ਭੁੱਖਮਰੀ, ਕਿਉਂਕਿ ਖਾਣ ਪੀਣ ਨੂੰ ਨਹੀਂ ਮਿਲਦਾ, ਪੈਸੇ ਥੋੜ੍ਹੇ ਆ, ਸਮਾਨ ਹੀ ਉਹਨਾਂ ਕਮਾਉਂਦਾ ਕਿ ਬੱਚਿਆਂ ਨੂੰ ਰੱਜ ਕੇ ਭੋਜਨ ਨਹੀਂ ਮਿਲਦਾ, ਮਾਂ ਪਿਓ ਵੀ ਚੱਜ ਨਾਲ ਨਹੀਂ ਖਾ ਪਾਉਂਦੇ, ਦਿਨੋਂ ਦਿਨ ਉਹਨਾਂ ਦੇ ਹਾਲਾਤ ਜਿਹੜੇ ਆ ਮਾੜੇ ਹੁੰਦੇ ਜਾਂਦੇ ਆ। ਲੈਕ ਆਫ ਸ਼ੈਲਟਰ, ਘਰ-ਬਾਰ ਨਾ ਹੋਣਾ, ਆਪਣਾ ਘਰ ਨਹੀਂ ਹੁੰਦਾ। ਜਿੱਥੇ ਕੋਈ ਮਾੜੀ ਮੋਟੀ ਜਗ੍ਹਾ ਸਰਕਾਰੀ ਜਗ੍ਹਾ ਮਿਲ ਜਾਂਦੀ ਆ, ਜਾਂ ਗੰਦੇ ਨਾਲਿਆਂ ਦੇ ਆਲੇ ਦੁਆਲੇ ਜਗ੍ਹਾ ਜਿਹੜੀ ਵਿਹਲੀ ਪਈ ਹੁੰਦੀ ਹੈ, ਜਾਂ ਸੜਕਾਂ ਦੇ ਕਿਨਾਰੇ ਵਿਹਲੀ ਪਈ ਹੁੰਦੀ ਆ, ਉੱਥੇ ਉਹ ਮਾੜੀ ਮੋਟੀ ਆਪਣੀ ਝੁੱਗੀ ਬਣਾ ਲੈਂਦੇ ਆ। ਲੈਕ ਆਫ ਕਲੀਨ ਵਾਟਰ, ਸਾਫ਼ ਪਾਣੀ ਨਹੀਂ ਹੁੰਦਾ। ਅਕਸਰ ਕੀ ਹੁੰਦਾ, ਜੋ ਸਰਕਾਰੀ ਪੰਪ ਲੱਗੇ ਹੋਏ ਆ, ਸਰਕਾਰੀ ਟੂਟੀਆਂ ਲੱਗੀਆਂ, ਉੱਥੋਂ ਪਾਣੀ ਲੈਂਦੇ। ਜੇ ਉਹ ਨਹੀਂ ਹੈਗੇ ਆ ਤਾਂ ਖੇਤਾਂ ਦੇ 'ਚੋਂ ਪਾਣੀ ਲੈਂਦੇ। ਜੇ ਨਹੀਂ ਹੈਗਾ ਤਾਂ ਖੂਹ ਜਿਹੜੇ ਬਣੇ ਹੋਏ ਆ, ਉਹ 'ਚ ਗੰਦਾ ਮੰਦਾ ਪਾਣੀ ਜੋ ਆ ਉਹਨਾਂ ਨੂੰ ਉਹ ਵਰਤਦੇ ਆ। ਸੈਨੀਟੇਸ਼ਨ ਫੈਸਿਲਿਟੀ, ਸਾਫ਼ ਸਫਾਈ ਨਹੀਂ ਹੁੰਦੀ, ਆਲਾ ਦੁਆਲਾ ਸਾਫ਼ ਨਹੀਂ ਹੁੰਦਾ, ਲੈਟਰਿਨ ਬਾਥਰੂਮ ਨਹੀਂ ਹੁੰਦੇ। ਲੈਕ ਆਫ ਰੈਗੂਲਰ ਜੋਬ, ਰੋਜ਼ਾਨਾ ਜੋਬ ਨਹੀਂ ਮਿਲਦਾ, ਕੰਮ ਨਹੀਂ ਮਿਲਦਾ। ਇੱਕ ਦਿਨ ਕੰਮ 'ਤੇ ਚਲੇ ਗਏ, 4 ਦਿਨ ਘਰੇ ਬੈਠੇ ਰਹੇ। ਤਾਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਇਹ ਪੇਂਡੂ ਗਰੀਬੀ ਅਤੇ ਸ਼ਹਿਰੀ ਗਰੀਬੀ 'ਚ ਬੱਚੇ ਅਕਸਰ ਸਾਨੂੰ ਦੇਖਣ 'ਚ ਮਿਲਦੇ ਆ। ਹੁਣ ਅਗਲੀ ਇੱਕ ਸਮੱਸਿਆ ਹੋਰ ਹੈਗੀ ਹੈ, ਸੋਸ਼ਲ ਐਕਸਕਲੂਜ਼ਨ, ਸਮਾਜਿਕ ਬਹਿਸ਼ਕਾਰ। ਹੁਣ ਹੁੰਦਾ ਕੀ ਆ ਦੇਖੋ, ਇੱਕ ਚੱਕਰ ਬਣਿਆ ਹੋਇਆ ਨਾ, ਇਹ ਚੱਕਰ ਕੀ ਸ਼ੋਅ ਕਰਦਾ? ਇਹ ਚੱਕਰ ਇਹ ਸ਼ੋਅ ਕਰਦਾ ਵੀ ਇਹ ਲੋਕ ਜਿਹੜੇ ਆ, ਇਹ ਲੋਕ ਅਮੀਰ ਲੋਕ ਆ, ਜਾਂ ਉਹ ਲੋਕ ਆ ਜਿਨ੍ਹਾਂ ਦਾ ਗੁਜ਼ਾਰਾ ਆਰਾਮ ਦੇ ਨਾਲ ਹੋ ਰਿਹਾ ਆ। ਤਾਂ ਇੱਥੇ ਜਿਹੜਾ ਬੰਦਾ ਗਰੀਬ ਆ ਨਾ ਕੋਈ, ਉਹਨੂੰ ਉਹ ਰਹਿਣ ਨਹੀਂ ਦਿੰਦੇ, ਉਹਨੂੰ ਕੱਢ ਕੇ ਆਪਣੀ ਸੁਸਾਇਟੀ 'ਚੋਂ ਬਾਹਰ ਭੇਜ ਦਿੰਦੇ ਆ। ਤੁਸੀਂ ਦੇਖੋ ਵੀ ਜੇ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਆਲੇ ਦੁਆਲੇ ਕੋਈ ਬਹੁਤ ਹੀ ਗਰੀਬ ਵਿਅਕਤੀ ਰਹਿ ਰਿਹਾ, ਤੁਹਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਨਹੀਂ, ਇਹ ਬੰਦਾ ਇੱਥੋਂ ਕਿਤੇ ਹੋਰ ਚਲ ਜੇ, ਇਹਦੀ ਗੰਦਗੀ ਜਿਹੜੀ ਸਾਨੂੰ ਨੈਗੇਟਿਵਿਟੀ ਪ੍ਰਦਾਨ ਕਰਦੀ ਆ,
ਤਾਂ ਉਹਨੂੰ ਸਮਾਜ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ, ਉਹਨੂੰ ਉਸ ਏਰੀਏ 'ਚ ਭੇਜ ਦਿੱਤਾ ਜਾਂਦਾ ਜਿੱਥੇ ਉਹਦੇ ਵਰਗੇ ਹੋਰ ਗਰੀਬ ਜਿਹੜੇ ਆ ਰਹਿੰਦੇ ਹੋਣਗੇ। ਠੀਕ ਹੈ, ਉਹਨੂੰ ਉਸ ਜਗ੍ਹਾ 'ਤੇ ਭੇਜਿਆ ਜਾਂਦਾ। ਇਹਨੂੰ ਕਹਿੰਦੇ ਸੋਸ਼ਲ ਐਕਸਕਲੂਜਨ, ਯਾਨੀ ਗਰੀਬ ਵਿਅਕਤੀ ਨੂੰ ਸਮਾਜ 'ਚੋਂ ਇੱਕ ਵੱਖਰੇ ਏਰੀਏ 'ਚ ਭੇਜ ਦਿੱਤਾ ਜਾਂਦਾ ਆ। ਜੇਕਰ ਉਹ ਇਸੇ ਇਲਾਕੇ 'ਚ ਰਹਿੰਦਾ ਜਿੱਥੇ ਆਹ ਲੋਕ ਆ, ਉਹ ਹੋ ਸਕਦਾ ਉਹਦੇ ਬੱਚੇ ਇਹਨਾਂ ਦੇ ਬੱਚਿਆਂ ਨੂੰ ਦੇਖ ਕੇ ਜਾਂ ਇਹਨਾਂ ਦੇ ਬੱਚਿਆਂ ਦੀ ਕਿਤਾਬਾਂ ਲੈ ਕੇ ਪੜ੍ਹ ਕੇ ਕੁਛ ਪੜ੍ਹਾਈ ਕਰ ਜਾਂਦੇ, ਕੁਛ ਉਹਨਾਂ ਦੀ ਜ਼ਿੰਦਗੀ 'ਚ ਮਤਲਬ ਵਧੀਆ ਗੱਲ ਹੋ ਜਾਂਦੀ, ਕੁਛ ਚੰਗੀ ਨੌਕਰੀ ਮਿਲ ਜਾਂਦੀ। ਇਹ ਬੰਦਾ ਜਿਹੜਾ ਆ ਉਸ ਚੱਕਰ 'ਚੋਂ ਬਾਹਰ ਆ ਜਾਂਦਾ, ਪਰ ਸਮਾਜ ਨੇ ਇਹਨੂੰ ਬਾਹਰ ਕੱਢਤਾ, ਇਸ ਕਰਕੇ ਇਹ ਗਰੀਬ ਰਹਿ ਗਿਆ। ਅੱਗੇ ਹੈਗਾ ਵਲਨਰੇਬਿਲਟੀ, ਅਤਿ ਸੰਵੇਦਨਸ਼ੀਲਤਾ। ਹੁਣ ਜੇਕਰ ਇੱਕ ਪਰਿਵਾਰ ਆ, ਪਰਿਵਾਰ 'ਚ 8 ਵਿਅਕਤੀ ਆਪਾਂ ਦੇਖਿਆ ਸੀ, 8 ਜਾਣੇ ਆ ਨਾ, ਅਤੇ 8 ਜਾਣਿਆਂ ਦੇ ਵਿੱਚ ਬੇਸ਼ੱਕ ਸਾਰੇ ਦੇ ਸਾਰੇ ਗਰੀਬ ਆ, ਪਰ ਇਹਨਾਂ ਦੇ ਵਿੱਚ ਵੀ ਕੁਛ ਐਸੇ ਹੈਗੇ ਆ ਪਰਿਵਾਰ ਦੇ ਮੈਂਬਰ ਜਿਹੜੇ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਨੇ। ਜਿਵੇਂ ਆਪਾਂ ਪੜ੍ਹਿਆ ਸੀ ਸ਼ਹਿਰੀ ਗਰੀਬੀ ਦੇ ਵਿੱਚ ਜਿਹੜੀ ਬਜ਼ੁਰਗ ਮਾਤਾ ਸੀਗੀ, ਉਹ ਬਿਮਾਰ ਸੀ, ਉਹਨੂੰ ਦਵਾਈ ਨਹੀਂ ਮਿਲ ਰਹੀ ਸੀ। ਠੀਕ ਹੈ, ਉਹਨੂੰ ਅਸੀਂ ਕਵਾਂਗੇ ਵੀ ਉਹ ਅਤਿ ਸੰਵੇਦਨਸ਼ੀਲ ਹਾਲਤ ਦੇ ਵਿੱਚ ਸੀ। ਫਿਰ ਜਿਹੜੇ ਬੱਚੇ ਸੀਗੇ, ਕਿਉਂਕਿ ਬੱਚੇ ਜਿਹੜੇ ਆ ਨਾ ਤਾਂ ਕੰਮ ਕਰ ਜਾ ਰਹੇ ਸੀ, ਨਾ ਉਹਨਾਂ ਨੂੰ ਖਾਣ ਨੂੰ ਮਿਲ ਰਿਹਾ ਸੀ, ਨਾ ਉਹ ਪੜ੍ਹ ਪਾ ਰਹੇ ਸੀ, ਉਹ ਵੀ ਜਿਹੜੇ ਇਸ ਪੋਜੀਸ਼ਨ ਦੇ ਵਿੱਚ ਆ ਜਾਂਦੇ ਆ। ਕਹਿਣ ਦਾ ਮਤਲਬ ਇਹ ਆ ਵੀ ਬੱਚਿਓ, ਵੀ ਜਦੋਂ ਅਸੀਂ ਗੱਲ ਕਰਾਂਗੇ ਵਲਨਰੇਬਿਲਿਟੀ ਦੀ, ਅਤਿ ਸੰਵੇਦਨਸ਼ੀਲਤਾ ਦੀ, ਇਹਦਾ ਮਤਲਬ ਇਹ ਆ ਵੀ ਜੇਕਰ ਪਰਿਵਾਰ ਗਰੀਬ ਆ ਅਤੇ ਗਰੀਬ ਵਿਅਕਤੀਆਂ ਦੇ ਵਿੱਚ ਵੀ ਕੁਛ ਐਸੇ ਲੋਕ ਹੋਣਗੇ ਜਿਨ੍ਹਾਂ 'ਤੇ ਉਸ ਗਰੀਬੀ ਦਾ ਸਭ ਤੋਂ ਵੱਧ ਅਸਰ ਪੈਂਦਾ। ਠੀਕ ਹੈ, ਹੁਣ ਜਿਹੜੇ ਮਾਤਾ ਪਿਤਾ ਕੰਮ 'ਤੇ ਜਾਂਦੇ ਆ, ਉਹਨਾਂ ਨੂੰ ਕੰਮ 'ਤੇ ਆਉਂਦੇ ਜਾਂਦੇ ਜਾਂ ਕੰਮ 'ਤੇ ਵੀ ਕੁਛ ਖਾਣ ਨੂੰ ਮਿਲ ਜਾਂਦਾ, ਉਹ ਖਾ ਲੈਂਦੇ ਆ, ਕੁਛ ਉਹਨਾਂ ਨੂੰ ਵਧੀਆ ਪਾਣੀ ਮਿਲ ਜਾਂਦਾ, ਕੁਛ ਹੋਰ ਉਹਨਾਂ ਦੇ ਹਾਲਾਤ ਠੀਕ ਹੋ ਜਾਂਦੇ। ਪਰ ਜਿਹੜੇ ਵਿਅਕਤੀ ਘਰ ਰਹਿ ਰਹੇ, ਉਹਨਾਂ ਦੇ ਹਾਲਾਤ ਚੰਗੇ ਨਹੀਂ ਗੇ। ਠੀਕ ਹੈ, ਇਹਨੂੰ ਅਸੀਂ ਕਹਿੰਦੇ ਵਲਨਰੇਬਿਲਿਟੀ। ਹੁਣ ਦੇਖੋ, ਇੰਨੇ ਕੁ ਚੌਲ ਆ, ਮੰਗਣ ਵਾਲੇ ਲੈਣ ਵਾਲੇ ਕਿੰਨੇ ਆ? ਕਿਉਂ? ਕਿਉਂਕਿ ਇਹ ਸਾਰੇ ਲੋਕ ਗਰੀਬ ਆ। ਠੀਕ ਹੈ ਜੀ। ਹੁਣ ਅਗਲੀ ਗੱਲ ਜਿਹੜੀ ਆ ਜਾਂਦੀ ਆ ਵੀ ਕਿਹੜੇ ਵਿਅਕਤੀ ਨੂੰ ਅਸੀਂ ਗਰੀਬ ਕਵਾਂਗੇ, ਤਾਂ ਸਰਕਾਰ ਨੇ ਇੱਕ ਪੈਮਾਨਾ ਨਿਸ਼ਚਿਤ ਕੀਤਾ ਆ, ਇੱਕ ਲਾਈਨ ਖਿੱਚੀ ਜਿਹਨੂੰ ਅਸੀਂ ਕਹਿੰਦੇ ਪਾਵਰਟੀ ਲਾਈਨ, ਯਾਨੀ ਗਰੀਬੀ ਰੇਖਾ। ਅਤੇ ਉਸ ਰੇਖਾ ਤੋਂ ਹੇਠਾਂ ਜਿੰਨੇ ਵੀ ਲੋਕ ਰਹਿਣਗੇ ਉਹਨੂੰ ਸਰਕਾਰ ਗਰੀਬ ਮੰਨੂਗੀ ਅਤੇ ਉਹਨਾਂ ਦੇ ਲਈ ਵਿਸ਼ੇਸ਼ ਸੁਵਿਧਾਵਾਂ ਜਾਰੀ ਕੀਤੀਆਂ ਜਾਣਗੀਆਂ। ਤਾਂ ਕਾਮਨ ਮੈਥਡ ਟੂ ਮੇਜਰ ਪਾਵਰਟੀ ਕੀ ਹੈ? ਗਰੀਬੀ ਨੂੰ ਮਾਪਣ ਦੇ 2 ਮੇਨ ਢੰਗ ਹੈਗੇ। ਇੱਕ ਤਾਂ ਹੈਗਾ ਆਮਦਨ, ਮਤਲਬ ਪੈਸੇ ਕਿੰਨੇ ਕਮਾਉਂਦਾ ਪਰਿਵਾਰ। ਦੂਜਾ ਹੈਗਾ ਖਰਚ, ਵੀ ਪੈਸੇ ਕਿੰਨੇ ਖਰਚ ਕਰਦਾ ਹੈ ਪਰਿਵਾਰ। ਠੀਕ ਹੈ, ਜਾਂ ਇੱਕ ਵਿਅਕਤੀ ਕਿੰਨੇ ਪੈਸੇ ਖਰਚ ਕਰ ਲੈਂਦਾ ਜਾਂ ਇੱਕ ਵਿਅਕਤੀ ਕਿੰਨੇ ਪੈਸੇ ਕਮਾਉਂਦਾ, ਉਸ 'ਤੇ ਡਿਪੈਂਡ ਕਰਦਾ ਆ ਵੀ ਕੀ ਉਹ ਵਿਅਕਤੀ ਗਰੀਬ ਆ ਜਾਂ ਨਹੀਂ ਹੈਗਾ। ਅਗਲੀ ਗੱਲ ਆ, ਪਾਵਰਟੀ ਲਾਈਨ ਮੇ ਵੈਰੀ ਵਿਦ ਟਾਈਮ ਐਂਡ ਪਲੇਸ, ਯਾਨੀ ਗਰੀਬੀ ਰੇਖਾ ਸਮੇਂ ਅਤੇ ਜਗ੍ਹਾ ਨਾਲ ਬਦਲਦੀ ਰਹਿੰਦੀ ਹੈ। ਹੁਣ ਬੱਚੇ ਮਹਿੰਗਾਈ ਆ, ਅੱਜ ਜੇ ਤੇਲ ਆਪਾਂ ਸਾਲ ਪਹਿਲਾਂ ਜਿਹੜਾ ਡੀਜ਼ਲ ਸੀਗਾ ਉਹ 60 ਰੁਪਏ ਲੀਟਰ ਸੀਗਾ, ਹੁਣ 100 ਰੁਪਏ ਲੀਟਰ ਹੋ ਗਿਆ ਨਾ। ਤਾਂ ਸਮੇਂ ਦੇ ਨਾਲ 1 ਸਾਲ ਦੇ ਵਿੱਚ ਹੀ ਜਿਹੜੀ ਆ ਗਰੀਬੀ ਦੇ ਲੈਵਲ ਦੇ ਵਿੱਚ ਫਰਕ ਪੈ ਗਿਆ। ਤਾਂ ਕਿਸੇ ਸਥਾਨ 'ਤੇ ਗਰੀਬੀ ਜ਼ਿਆਦਾ, ਕਿਸੇ ਸਥਾਨ 'ਤੇ ਗਰੀਬੀ ਘੱਟ ਹੈ। ਹੁਣ ਪੰਜਾਬ ਜਿਹੜਾ ਆ ਉਹ ਬਹੁਤੇ ਗਰੀਬ ਦੇ ਰਾਜਾਂ ਦੇ ਵਿੱਚ ਨਹੀਂ ਆਉਂਦਾ। ਬਿਹਾਰ ਜਿਹੜਾ ਆ, ਉੜੀਸਾ ਆ, ਉਹ ਸਭ ਤੋਂ ਵੱਧ ਗਰੀਬ ਰਾਜਾਂ 'ਚ ਆਉਂਦੇ ਆ। ਅਤੇ ਜਦੋਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਹਾਂ ਅਤੇ ਗਰੀਬ ਵਿਅਕਤੀ ਦੀ ਹਾਲਤ ਜਿਹੜੀ ਆ, ਉਹਦਾ ਜਿਹੜਾ ਅਨੁਮਾਨ ਆ ਉਹ ਚੇਂਜ ਹੁੰਦਾ ਰਹਿੰਦਾ ਹੈ। ਫਿਰ ਹੈਗਾ ਲਿਵਿੰਗ ਸਟੈਂਡਰਡ, ਰਹਿਣ ਸਹਿਣ ਦਾ ਪੱਧਰ। ਉਹਦੀ ਗੱਲ ਆਪਾਂ ਕਰ ਚੁੱਕੇ ਹਾਂ ਪਹਿਲਾਂ ਹੀ, ਵੀ ਰਹਿਣ ਸਹਿਣ ਦਾ ਪੱਧਰ ਜਿਹੜਾ ਆ ਬਹੁਤ ਨੀਵਾਂ ਹੁੰਦਾ ਆ ਗਰੀਬਾਂ ਦਾ। ਅਮੀਰ ਵਿਅਕਤੀਆਂ ਦਾ ਰਹਿਣ ਸਹਿਣ ਦਾ ਪੱਧਰ ਤੁਸੀਂ ਦੇਖਿਆ ਬਹੁਤ ਉੱਚਾ ਹੁੰਦਾ ਆ। ਹੁਣ ਅੱਗੇ ਗੱਲ ਕਰਦੇ ਆਪਾਂ ਵੀ ਕਿਵੇਂ ਅਸੀਂ ਐਸਟੀਮੇਟ ਲਾ ਸਕਦੇ ਹਾਂ ਪਾਵਰਟੀ ਲਾਈਨ ਦਾ। ਭਾਰਤ ਵਿੱਚ ਗਰੀਬੀ ਰੇਖਾ ਦਾ ਅਨੁਮਾਨ ਕਿਵੇਂ ਲਾ ਸਕਦੇ ਹਾਂ ਅਸੀਂ ਹਰ ਵੇਲੇ ਕੋਈ ਲਾਈਨ ਜਿਹੜੀ ਕੋਈ ਰੱਸੀ ਫੜ ਕੇ ਨਹੀਂ ਘੁੰਮਦੇ ਵੀ ਇਹਦੇ ਹੇਠਾਂ ਜਿਹੜੇ ਲੋਕ ਆ ਉਹ ਗਰੀਬ ਆ, ਇਹਦੇ ਤੋਂ ਜਿਹੜੇ ਉੱਪਰ ਜਿਹੜੇ ਆ ਉਹ ਗਰੀਬੀ ਰੇਖਾ ਤੋਂ ਬਾਹਰ ਆ। ਤਾਂ ਅਸੀਂ ਅੰਦਾਜ਼ਾ ਕਿਸ ਗੱਲ ਤੋਂ ਲਾਉਂਦੇ ਹਾਂ? ਖਾਣੇ ਤੋਂ। ਰਹਿਣ ਦੇ ਲਈ ਜੇਕਰ ਘਰ ਆ, ਕੱਪੜੇ, ਬੂਟ, ਜੁੱਤੇ, ਈਂਧਨ, ਫਿਊਲ, ਮਤਲਬ ਕਿ ਰੋਟੀ ਪਕਾਉਣ ਦੇ ਲਈ ਕੀ ਲੱਕੜਾਂ ਵਰਤੀਆਂ ਜਾਂਦੀਆਂ ਆ, ਕਿ ਕਾਗਜ਼ ਵਰਤੇ ਜਾਂਦੇ ਆ, ਕਿ ਗੋਹਾ ਵਰਤਿਆ ਜਾਂਦਾ, ਗੈਸ ਵਰਤੀ ਜਾਂਦੀ ਆ, ਬੱਤੀ ਹੈਗੀ ਆ ਕਿ ਨਹੀਂ ਹੈਗੀ, ਸਿੱਖਿਆ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ, ਸਿਹਤ ਸੁਵਿਧਾਵਾਂ ਹੈਗੀਆਂ ਕਿ ਨਹੀਂ ਹੈਗੀਆਂ। ਜੇ ਬੱਚਾ ਬਿਮਾਰ ਹੁੰਦਾ ਕੀ ਉਹਨੂੰ ਡਾਕਟਰ ਕੋਲ ਲਾਇਆ ਜਾਂਦਾ ਕਿ ਉਹ ਆਪੇ ਹੀ ਠੀਕ ਹੁੰਦਾ ਹੈ ਜਾਂ ਨਹੀਂ ਠੀਕ ਹੁੰਦਾ।
ਇਹ ਸਾਰੀਆਂ ਚੀਜ਼ਾਂ ਜੇਕਰ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਵੀ ਉਸ ਕਿਸੇ ਵਿਅਕਤੀ ਕੋਲ ਹੈਗੀਆਂ ਆ ਤੇ ਅਸੀਂ ਇਹ ਮੰਨਦੇ ਵੀ ਉਹ ਬੰਦਾ ਗਰੀਬ ਨਹੀਂ ਹੈਗਾ। ਪਰ ਜੇ ਉਸ ਵਿਅਕਤੀ ਨੂੰ ਇਹ ਚੀਜ਼ਾਂ ਨਹੀਂ ਮਿਲ ਪਾ ਰਹੀਆਂ, ਇਹਦਾ ਮਤਲਬ ਅਸੀਂ ਇਹ ਮੰਨ ਕੇ ਚੱਲਦੇ ਵੀ ਉਹ ਬੰਦਾ ਜਿਹੜਾ ਗਰੀਬ ਆ ਤੇ ਸਰਕਾਰ ਨੂੰ ਜਾਂ ਸਾਨੂੰ ਉਹਦੀ ਸਹਾਇਤਾ ਕਰਨੀ ਚਾਹੀਦੀ ਹੈ, ਉਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇਸ ਤਰ੍ਹਾਂ ਅਸੀਂ ਜਿਹੜਾ ਅਨੁਮਾਨ ਗਰੀਬਾਂ ਦਾ, ਗਰੀਬੀ ਰੇਖਾ ਦਾ ਲਾ ਸਕਦੇ ਹਾਂ। ਹੁਣ ਜੋ ਸਰਕਾਰ ਨੇ ਪੈਮਾਨਾ ਤੈਅ ਕੀਤਾ ਆ 2011-12 ਦਾ ਜਿਹੜਾ ਸਰਵੇਖਣ ਹੋਇਆ ਸੀ, ਜਿਹੜਾ ਡਾਟਾ ਇਕੱਠਾ ਕੀਤਾ ਗਿਆ, ਉਹਦੇ ਮੁਤਾਬਕ ਕੈਲਰੀਜ਼ ਰਿਕੁਆਇਰਮੈਂਟ, ਕੈਲਰੀ ਦੀ ਲੋੜ। ਹੁਣ ਕੈਲਰੀ ਬੇਟਾ ਸ਼ਬਦ ਤੁਸੀਂ ਜਿਹੜਾ ਆ ਆਪਣੀ ਸਾਇੰਸ ਦੇ ਵਿੱਚ ਸੁਣਿਆ ਹੋਣਾ ਵੀ ਜਦੋਂ ਅਸੀਂ ਕੁਛ ਵੀ ਖਾਂਦੇ ਹਾਂ, ਭਾਵੇਂ ਰੋਟੀ ਖਾਂਦੇ ਹਾਂ, ਭਾਵੇਂ ਪਰੌਂਠਾ ਖਾਂਦੇ ਹਾਂ, ਭਾਵੇਂ ਦਾਲ ਖਾਂਦੇ ਹਾਂ, ਤੇ ਸਾਨੂੰ ਕੁਛ ਕੈਲਰੀਜ਼ ਮਿਲਦੀ ਆ, એનર્ਜੀ ਜਿਹੜੀ ਉਹ ਮਿਲਦੀ ਹੈ, ਕੈਲਰੀ 'ਚ ਉਹ ਕਨਵਰਟ ਹੁੰਦੀ ਆ। ਉਹਦੇ ਹਿਸਾਬ ਦੇ ਨਾਲ ਜਿਹੜਾ ਆ ਇੱਕ ਪੈਮਾਨਾ ਤੈਅ ਕੀਤਾ ਗਿਆ ਆ ਵੀ ਜੇਕਰ ਇੱਕ ਵਿਅਕਤੀ ਨੂੰ ਇੰਨੀ ਕੈਲਰੀਜ਼ ਮਿਲਦੀ ਆ ਤਾਂ ਉਹ ਜਿਹੜਾ ਗਰੀਬ ਨਹੀਂ ਹੈ। ਤਾਂ ਪੇਂਡੂ ਖੇਤਰ ਦੇ ਵਿੱਚ 2400 ਕੈਲੋਰੀ ਜੇਕਰ ਇੱਕ ਵਿਅਕਤੀ ਨੂੰ ਇੱਕ ਦਿਨ ਦੀ ਮਿਲਦੀ ਆ ਤਾਂ ਉਹ ਗਰੀਬ ਨਹੀਂ ਹੈ। ਤੇ ਸ਼ਹਿਰੀ ਖੇਤਰ 'ਚ 2100 ਕੈਲੋਰੀ। ਇਹ ਫਰਕ ਘੱਟ ਕਿਉਂ ਆ? ਕਿਉਂਕਿ ਬੱਚੇ ਸ਼ਹਿਰ ਦੇ ਵਿੱਚ ਜਿਹੜਾ ਕੰਮ ਆ ਉਹ ਕਰਨ ਦੇ ਲਈ ਵਿਅਕਤੀ ਨੂੰ ਜ਼ਿਆਦਾ એનર્ਜੀ ਦੀ ਲੋੜ ਨਹੀਂ ਪੈਂਦੀ। ਜਿਹੜੇ ਫੈਕਟਰੀਆਂ 'ਚ ਲੱਗੇ ਉਹ ਇੱਕੋ ਥਾਂ 'ਤੇ ਬੈਠੇ ਕੰਮ ਕਰਦੇ ਪਏ ਆਪਣੇ। ਪਰ ਜਿਹੜੇ ਪਿੰਡਾਂ ਦੇ ਵਿੱਚ ਆ ਉਹ ਕਦੀ ਖੇਤ 'ਚ ਵਿਅਕਤੀ ਜਾਂਦਾ ਆ, ਕਦੀ ਘਰ 'ਚ ਕੰਮ ਕਰਦਾ ਆ, ਠੀਕ ਹੈ, ਕਦੀ ਉਹ ਜਾਨਵਰਾਂ ਨੂੰ ਪੱਠੇ ਪਾਉਂਦਾ ਹੈ, ਕਦੀ ਉਹਨਾਂ ਨੂੰ ਚਰਾਉਣ ਨੂੰ ਲੈ ਕੇ ਜਾਂਦਾ। ਇਸ ਤਰ੍ਹਾਂ ਉਹਨੂੰ ਜ਼ਿਆਦਾ એનર્ਜੀ ਦੀ ਲੋੜ ਹੁੰਦੀ ਹੈ। ਇਸ ਕਰਕੇ ਉਹਦੇ ਲਈ 2400 ਕੈਲੋਰੀ ਰੱਖੀ ਗਈ ਆ ਅਤੇ ਸ਼ਹਿਰਾਂ ਵਿੱਚ 2100 ਕੈਲੋਰੀ ਰੱਖੀ ਗਈ ਆ। ਠੀਕ ਹੈ, ਹਰੇਕ ਵਿਅਕਤੀ ਨੂੰ 2400 ਕੈਲੋਰੀ ਭੋਜਨ ਪ੍ਰਾਪਤ ਹੋਣਾ, ਇਹ ਪਿੰਡਾਂ ਦੀ ਲੋੜ ਹੈਗੀ ਆ। ਅਤੇ ਸ਼ਹਿਰਾਂ ਵਿੱਚ 2100 ਕੈਲੋਰੀ ਭੋਜਨ ਪ੍ਰਾਪਤ। ਕਿਵੇਂ ਕੈਲੋਰੀ ਕੈਲਕੂਲੇਟ ਕਰਦੇ, ਅੱਗੇ ਇੱਕ ਚਾਰਟ ਹੈਗਾ ਤੁਹਾਨੂੰ ਮੈਂ ਦਿਖਾਉਣਾ ਹੈ। ਉਸ ਤੋਂ ਪਹਿਲਾਂ ਬੱਚੋ ਜਿਹੜੀ ਹੁਣ ਦੀ ਕਰੰਟ ਪੋਜੀਸ਼ਨ ਆ 2019 ਦੇ ਵਿੱਚ ਜਿਹੜਾ ਡਾਟਾ ਇਕੱਠਾ ਹੋਇਆ ਸੀ ਉਹਦੇ ਮੁਤਾਬਕ ਜਿਹੜੀ ਆ ਇਹ ਥੋੜ੍ਹੀ ਜਿਹੀ ਗਿਣਤੀ ਵੱਧ ਗਈ ਆ। ਪਿੰਡਾਂ ਦੇ ਵਿੱਚ 1059 ਰੁਪਏ ਜਿਹੜਾ ਬੰਦਾ ਨਹੀਂ ਕਮਾ ਪਾ ਰਿਹਾ, ਠੀਕ ਹੈ, ਇੱਕ ਮਹੀਨੇ ਦਾ, ਅਤੇ ਸ਼ਹਿਰਾਂ ਦੇ ਵਿੱਚ 1286 ਰੁਪਏ ਜਿਹੜਾ ਨਹੀਂ ਕਮਾ ਪਾ ਰਿਹਾ ਉਹਨੂੰ ਗਰੀਬ ਮੰਨਿਆ ਜਾਂਦਾ। ਇਹ 2019 ਦੇ ਮੁਤਾਬਕ ਹੈ, ਪਰ ਐਕਚੁਅਲ ਡਾਟਾ ਜਿਹੜਾ 2011-12 ਦਾ ਹੈ, ਠੀਕ ਹੈ, ਉਹ ਕੈਲਰੀਜ਼ ਦੇ ਰੂਪ ਦੇ ਵਿੱਚ ਆਇਆ। ਰੁਪਈਆਂ ਦੇ ਰੂਪ ਵਿੱਚ ਵੀ ਅੱਗੇ ਸਾਡੇ ਕੋਲ ਹੋਏਗਾ। ਹੁਣ ਕੈਲਰੀ ਦੀ ਗੱਲ ਕਰਦੇ ਆਪਾਂ, ਤੁਸੀਂ ਇਸ ਗੱਲ ਨੂੰ ਸਮਝ ਲਓ ਵੀ ਕੈਲਰੀ ਕੀ ਹੁੰਦੀ ਆ। ਹੁਣ ਦੇਖੋ, ਜਦੋਂ ਆਪਾਂ ਇੱਕ ਉਬਲਿਆ ਹੋਇਆ ਆਂਡਾ ਖਾਂਦੇ ਹਾਂ ਤਾਂ ਉਹਦੇ 'ਚੋਂ ਸਾਨੂੰ 125 ਕੈਲੋਰੀ ਮਿਲਦੀ ਆ, ਠੀਕ ਹੈ। ਜੇ ਅਸੀਂ ਰੋਟੀ ਖਾਂਦੇ ਉਹ 'ਚੋਂ ਸਾਨੂੰ 60 ਕੈਲੋਰੀ ਮਿਲਦੀ ਹੈ। ਜੇ ਅਸੀਂ ਪਰੌਂਠਾ ਖਾਂਦੇ ਉਹ 'ਚੋਂ ਸਾਨੂੰ ਇੱਕ ਪਰੌਂਠੇ 'ਚੋਂ 150 ਕੈਲੋਰੀ ਮਿਲਦੀ ਆ। ਜੇ ਸਬਜ਼ੀ ਖਾਂਦੇ ਆ ਤਾਂ ਉਹ 'ਚੋਂ ਸਾਨੂੰ 150 ਕੈਲੋਰੀ ਮਿਲਦੀ ਆ, ਠੀਕ ਹੈ। ਹੋਰ ਵੀ ਚੀਜ਼ਾਂ ਬਹੁਤ ਲਿਖੀਆਂ, ਆਪਾਂ ਸਾਰੀਆਂ ਨਹੀਂ ਪੜ੍ਹ ਸਕਦੇ, ਟਾਈਮ ਵੇਸਟ ਹੋਊਗਾ। ਤੁਸੀਂ ਦੇਖ ਸਕਦੇ ਬਾਅਦ 'ਚ ਵੀ ਇਹਨੂੰ ਸਕਰੀਨਸ਼ਾਟ ਲੈ ਕੇ ਜਾਂ ਕਿੱਦਾਂ। ਜੇਕਰ ਰਾਈਸ ਆਪਾਂ ਚੌਲ ਖਾਂਦੇ 120 ਕੈਲੋਰੀ ਮਿਲਦੀ ਆ, ਨਾਨ ਖਾਂਦੇ 150 ਮਿਲਦੀ ਆ, ਦਾਲ ਖਾਂਦੇ ਤੁਹਾਡੇ ਵੀ 150 ਮਿਲਦੀ ਆ। ਜੇ ਅਸੀਂ ਕੜੀ ਜਾਂ ਮੀਟ ਖਾਂਦੇ 175 ਕੈਲੋਰੀ ਮਿਲਦੀ। ਹੁਣ ਤੁਸੀਂ ਇਹਨੂੰ ਜੇ ਆਪਾਂ ਕੈਲਕੂਲੇਟ ਕਰਾਂਗੇ ਨਾ, ਤੁਸੀਂ ਸਮਝ ਲਓ ਜੇਕਰ ਅਸੀਂ ਸਬਜ਼ੀ ਖਾਂਦੇ ਤਾਂ ਵੀ 150 ਮਿਲਦੀ, ਦਹੀਂ ਖਾਂਦੇ ਤਾਂ ਵੀ 150 ਮਿਲਦੀ ਆ, ਰੋਟੀ 'ਚੋਂ ਸਾਨੂੰ 60 ਕੈਲੋਰੀ ਮਿਲਦੀ ਹੈ, ਪਰੌਂਠੇ 'ਚੋਂ ਸਾਨੂੰ 150 ਕੈਲੋਰੀ ਮਿਲਦੀ ਹੈ। ਇਹਨਾਂ ਸਾਰਿਆਂ ਨੂੰ ਜੋ ਅਸੀਂ ਖਾਂਦੇ ਹਾਂ, ਜਦੋਂ ਅਸੀਂ ਟੋਟਲ ਸਾਰੇ ਦਿਨ ਦਾ ਜੋੜ ਕਰ ਲਈਏ ਨਾ, ਤਾਂ ਜੇਕਰ ਅਸੀਂ ਪਿੰਡ ਦੇ ਵਿੱਚ ਰਹਿੰਦੇ ਹੋਏ ਸਾਨੂੰ 2400 ਕੈਲੋਰੀ ਨਹੀਂ ਮਿਲਦੀ ਤਾਂ ਅਸੀਂ ਗਰੀਬ ਹਾਂ। ਹਾਂ, ਆਪਣੀ ਮਰਜ਼ੀ ਨਾਲ ਅਸੀਂ ਨਾ ਖਾਈਏ, ਭਾਵੇਂ ਸਾਰਾ ਦਿਨ ਨਾ ਖਾਈਏ, ਤਾਂ ਇਹ ਨਹੀਂ ਕਹਾਂਗੇ ਵੀ ਇਹ ਗਰੀਬ ਸੀ ਤਾਂ ਨਹੀਂ ਖਾਂਦਾ, ਉਹ ਆਪਣੀ ਮਰਜ਼ੀ ਸੀ ਨਹੀਂ ਖਾਂਦਾ ਨਾ ਅਸੀਂ। ਪਰ ਜੇ ਸਾਨੂੰ ਇਹ ਨਹੀਂ ਮਿਲ ਪਾ ਰਿਹਾ, ਇੰਨਾ ਭੋਜਨ ਨਹੀਂ ਮਿਲ ਪਾ ਰਿਹਾ, ਤਾਂ ਅਸੀਂ ਗਰੀਬ ਹਾਂ। ਇਹ ਕੈਲਕੂਲੇਸ਼ਨ ਕਰਨ ਦਾ ਬੱਚੋ ਇੱਕ ਢੰਗ ਆ। ਦੂਜਾ ਢੰਗ ਕੀ ਆ? 2011-12 ਦੇ ਡਾਟੇ ਦੇ ਮੁਤਾਬਕ ਕੀ ਪੈਸਿਆਂ ਦੇ ਹਿਸਾਬ ਨਾਲ ਜਿਹੜਾ ਪਿੰਡ 'ਚ ਵਿਅਕਤੀ ਆ ਉਹ 816 ਰੁਪਏ ਮਹੀਨੇ ਦੇ ਨਹੀਂ ਕਮਾ ਪਾ ਰਿਹਾ, ਉਹ ਗਰੀਬ ਆ। ਜੇ ਸ਼ਹਿਰ ਦੇ ਵਿੱਚ 1000 ਰੁਪਇਆ ਨਹੀਂ ਕਮਾ ਪਾ ਰਿਹਾ, ਉਹ ਗਰੀਬ ਆ। ਯਾਨੀ ਇਹ ਮੰਨਿਆ ਜਾ ਰਿਹਾ ਵੀ ਇਹ ਵਿਅਕਤੀ ਜਿਹੜਾ, ਇੱਕ ਵਿਅਕਤੀ ਜੇਕਰ ਇੰਨੇ ਪੈਸੇ ਨਹੀਂ ਕਮਾ ਪਾ ਰਿਹਾ, ਉਹਦੇ ਕੋਲ ਇੰਨੀ ਆਮਦਨ ਨਹੀਂ ਹੈਗੀ, ਤਾਂ ਉਹ ਗਰੀਬ ਆ। ਹੁਣ ਕੀ ਆ, ਮੰਨ ਲਓ 6 ਪਰਿਵਾਰ, ਜਿਹੜੇ 6 ਵਿਅਕਤੀ ਇੱਕ ਪਰਿਵਾਰ 'ਚ ਪਿੰਡ 'ਚ ਰਹਿੰਦੇ ਆ, ਅਤੇ ਜੇਕਰ ਉਹ 4896 ਰੁਪਏ ਨਹੀਂ ਕਮਾ ਪਾ ਰਹੇ। ਹੁਣ ਦੇਖੋ, ਹੁਣ ਕੀ ਹੁੰਦਾ ਵੀ ਪਰਿਵਾਰ ਦੇ ਵਿੱਚ ਅੱਗੇ ਆਪਾਂ ਪੜ੍ਹਿਆ ਸੀਗਾ 8 ਬੰਦੇ ਆ ਜਾਂ 10 ਬੰਦੇ ਆ ਜਾਂ 6 ਬੰਦੇ ਆ, ਉਹ ਕਮਾਉਣ ਵਾਲਾ ਇੱਕੋ ਹੀ ਆ। ਕੈਲਕੂਲੇਸ਼ਨ ਜਿਹੜੀ ਆ, ਜੇਕਰ ਅਸੀਂ ਇੱਕ ਦੀ ਕਰਾਂਗੇ ਫਿਰ ਸਾਨੂੰ ਜਿਹੜੀ ਆ ਉਹ ਕਮਾਈ ਜਿਹੜੀ ਸਾਡੀ ਬਹੁਤ ਘੱਟ ਹੋਊਗੀ। ਹੁਣ 6 ਬੰਦੇ ਪਿੰਡ ਦੇ ਵਿੱਚ ਜੇਕਰ 4896 ਰੁਪਏ ਨਹੀਂ ਕਮਾ ਪਾ ਰਹੇ ਤਾਂ ਉਹ ਪਰਿਵਾਰ ਗਰੀਬ ਆ। ਸ਼ਹਿਰ ਦੇ ਵਿੱਚ ਜੇਕਰ 6 ਬੰਦੇ ਜਿਹੜੇ 6000 ਰੁਪਇਆ ਮਹੀਨੇ ਦਾ ਨਹੀਂ ਕਮਾ ਰਹੇ ਤਾਂ ਉਹ ਗਰੀਬ ਆ। ਇਹ ਸਰਕਾਰੀ ਡਾਟਾ ਕਹਿੰਦਾ ਆ
ਇਹਨੂੰ ਅਸੀਂ ਕਹਿੰਦੇ ਇਨਕਮ ਦੇ ਹਿਸਾਬ ਦੇ ਨਾਲ ਜਿਹੜਾ ਕੈਲਕੂਲੇਸ਼ਨ ਕਰਨੀ ਗਰੀਬੀ ਰੇਖਾ ਦੀ। ਪਹਿਲਾਂ ਅਸੀਂ ਜਿਹੜਾ ਸੀਗਾ ਕੈਲਰੀ ਦੇ ਹਿਸਾਬ ਨਾਲ ਜਾਂ ਖਰਚ ਦੇ ਹਿਸਾਬ ਨਾਲ ਉਹਨੂੰ ਕੈਲਕੂਲੇਸ਼ਨ ਕੀਤੀ ਸੀਗੀ। ਹੁਣ ਬੱਚਿਓ ਇੱਕ ਚੀਜ਼ ਹੈਗੀ NSSO ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ, ਇਹਦਾ ਨਾਂ ਯਾਦ ਰੱਖਿਓ, ਕਈ ਵਾਰੀ ਪੇਪਰ 'ਚ ਕੁਐਸਚਨ ਆ ਜਾਂਦਾ। NSSO ਦੀ ਫੁੱਲ ਫਾਰਮ ਦੱਸੋ, ਤਾਂ ਸਾਨੂੰ ਜਿਹੜਾ ਪਤਾ ਹੋਣਾ ਚਾਹੀਦਾ। ਥੱਲੇ 4 ਆਪਸ਼ਨ ਦਿੱਤੇ ਹੋਣਗੇ, ਪਰ ਜੇਕਰ ਸਾਨੂੰ ਯਾਦ ਆ ਵੀ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਆ ਤਾਂ ਇਹ ਅਸੀਂ ਉਹਨੂੰ ਜਿਹੜਾ ਆਪਣੇ ਆਨਸਰ ਨੂੰ ਸਹੀ ਕਰ ਸਕਦੇ ਹਾਂ। ਤਾਂ ਇਹ ਕੀ ਆ? ਇਹ ਬੱਚਿਓ ਇੱਕ ਐਸੀ ਆਰਗੇਨਾਈਜੇਸ਼ਨ ਆ, ਐਸੀ ਸੰਸਥਾ ਹੈ ਜਿਹੜੀ ਹਰੇਕ 5 ਸਾਲਾਂ ਬਾਅਦ ਗਰੀਬੀ ਦੇ ਸੰਬੰਧ ਨਾਲ ਜਿਹੜਾ ਡਾਟਾ ਇਕੱਠਾ ਕਰਦੀ ਆ ਵੀ ਕਿੰਨੇ ਗਰੀਬ ਹੁਣ ਸਾਡੇ ਕੋਲ ਰਹਿ ਗਏ ਆ, ਜੇਕਰ ਗਰੀਬ ਘਟੇ ਆ ਤਾਂ ਹੋਰ ਘਟਾਉਣ ਦੇ ਲਈ ਆਪਾਂ ਕੀ ਕੋਸ਼ਿਸ਼ ਕਰਨੀ ਹੈ, ਜੇਕਰ ਸਾਡੀ ਕੋਈ ਪਾਲਿਸੀ ਸਹੀ ਨਹੀਂ ਚੱਲ ਰਹੀ ਤਾਂ ਉਹਨੂੰ ਕਿਵੇਂ ਬਦਲ ਕੇ ਅਸੀਂ ਜਿਹੜਾ ਗਰੀਬਾਂ ਨੂੰ ਜਿਹੜਾ ਗਰੀਬੀ ਰੇਖਾ ਤੋਂ ਤਾਹਾਂ ਚੁੱਕ ਸਕਦੇ ਹਾਂ। ਹੁਣ ਅਗਲੀ ਗੱਲ ਇੱਕ ਹੋਰ ਆ, UNO ਕੀ ਆ? ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਯਾਨੀ ਸੰਯੁਕਤ ਰਾਸ਼ਟਰ। ਇੱਕ ਐਸਾ ਸੰਘ ਆ ਜਿਹੜਾ ਸਾਰੇ ਸੰਸਾਰ ਨੂੰ ਕੰਟਰੋਲ 'ਚ ਰੱਖਦਾ ਆ, ਲੜਾਈ ਝਗੜਿਆਂ ਦੇ ਮਾਮਲਿਆਂ 'ਚ ਜਾਂ ਹੋਰ ਵੀ ਕੋਈ ਹੈਲਪ ਕਰਨੀ ਹੋਵੇ ਉਹਦੇ ਮਾਮਲੇ ਦੇ ਵਿੱਚ। ਤਾਂ UNO ਨੇ ਇੱਕ ਰਿਪੋਰਟ ਜਾਰੀ ਕੀਤੀ ਆ ਵੀ ਸੰਸਾਰ ਦੇ ਵਿੱਚ ਜਿਹੜਾ ਬੰਦਾ $1.90 ਇੱਕ ਦਿਨ ਦਾ ਨਹੀਂ ਕਮਾ ਪਾ ਰਿਹਾ ਉਹ ਗਰੀਬ ਆ। ਉਹਨੇ ਇੰਟਰਨੈਸ਼ਨਲ ਇੱਕ ਪਾਵਰਟੀ ਲਾਈਨ ਦੀ ਪਰਿਭਾਸ਼ਾ ਕੱਢਤੀ ਆ। ਅੱਗੇ ਤਾਂ ਅਸੀਂ ਦੇਸ਼ ਦੀ ਗੱਲ ਕਰਦੇ, ਇਹ ਸਾਰੇ ਸੰਸਾਰ ਦੀ ਗੱਲ ਹੋ ਰਹੀ ਆ ਵੀ ਜਿਹੜਾ ਬੰਦਾ $1.90 ਪਰ ਡੇ ਨਹੀਂ ਕਮਾ ਪਾ ਰਿਹਾ ਉਹ ਗਰੀਬ ਹੈ। ਅਗਲਾ ਚਾਰਟ ਬੱਚਿਓ ਸਾਨੂੰ ਕੀ ਦੱਸਦਾ ਆ? ਨੰਬਰ ਆਫ ਪੂਅਰਸ ਇਨ ਮਿਲੀਅਨਸ। ਮਿਲੀਅਨ ਬਾਰੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ, ਮਿਲੀਅਨ ਦੇ ਵਿੱਚ 1 ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਆ। ਇਸ ਗੱਲ ਨੂੰ ਯਾਦ ਰੱਖਿਓ, 1 ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਆ। ਦੇਖੋ ਕੀ ਦਿੱਤਾ ਹੈ ਡਾਟਾ, ਸਾਲ ਦਿੱਤਾ ਆ, ਰੂਰਲ ਅਰਬਨ, ਰੂਰਲ ਮਤਲਬ ਪੇਂਡੂ, ਅਰਬਨ ਮਤਲਬ ਸ਼ਹਿਰੀ, ਅਤੇ ਟੋਟਲ। ਪਹਿਲਾਂ ਉਹਨਾਂ ਦੱਸਿਆ ਵੀ ਕਿੰਨੇ ਗਰੀਬ ਜਿਹੜੇ ਆ ਭਾਰਤ ਵਿੱਚ ਰਹਿੰਦੇ ਸੀ 1993-94 ਦੇ ਵਿੱਚ। ਤਾਂ ਪਿੰਡਾਂ ਦੇ ਵਿੱਚ 328.6 ਮਿਲੀਅਨਸ, ਯਾਨੀ ਇਹਨੂੰ ਆਪਾਂ 10 ਲੱਖ ਨਾਲ ਗੁਣਾ ਕਰਨਾ ਤਾਂ ਇਹ ਬਣ ਜਾਣੇ 32 ਕਰੋੜ 86 ਲੱਖ। ਇੱਦਾਂ ਸ਼ਹਿਰਾਂ ਦੇ ਵਿੱਚ ਕਿੰਨੇ ਬਣ ਜਾਣੇ ਆ? 7 ਕਰੋੜ 45 ਲੱਖ। ਟੋਟਲ 40 ਕਰੋੜ ਲੋਕ ਜਿਹੜੇ 1993-94 ਵਿੱਚ ਗਰੀਬ ਸੀ ਸਾਡੇ ਦੇਸ਼ ਦੇ ਵਿੱਚ। ਅਤੇ ਜਦੋਂ ਸਾਡੇ ਕੋਲ ਡਾਟਾ 11-12 ਦਾ ਆਇਆ ਉਹਦੇ ਵਿੱਚ 26 ਕਰੋੜ ਰਹਿ ਗਏ, ਯਾਨੀ ਕਾਫੀ ਲੋਕ ਜਿਹੜੇ ਆ ਗਰੀਬੀ ਰੇਖਾ ਤੋਂ ਉੱਪਰ ਆ ਗਏ, ਯਾਨੀ ਉਹਨਾਂ ਦੀ ਗਰੀਬੀ ਜਿਹੜੀ ਆ ਦੂਰ ਹੋ ਗਈ। ਤਾਂ ਇਹਦੇ ਵਿੱਚ ਡਾਟਾ ਅਸੀਂ ਜੋ ਦੇਖਦੇ ਹਾਂ ਤਾਂ ਪਿੰਡਾਂ ਵਿੱਚ ਜ਼ਿਆਦਾ ਲੋਕ ਆ, 21 ਕਰੋੜ ਆ 11-12 ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਸ਼ਹਿਰਾਂ ਵਿੱਚ 5 ਕਰੋੜ ਸਾਨੂੰ ਮਿਲਦੇ। ਹੁਣ ਆਪਾਂ 11-12 ਦੀ ਗੱਲ ਕਿਉਂ ਕਰਦੇ ਹਾਂ? ਕਿਉਂਕਿ ਹਰੇਕ 10 ਸਾਲਾਂ ਬਾਅਦ ਇਕਨੋਮਿਕ ਸੈਂਸਸ ਹੁੰਦਾ, ਉਹਦੇ ਵਿੱਚ ਫਿਰ ਦੇਖਿਆ ਜਾਂਦਾ ਵੀ ਕਿਹੜਾ ਵਿਅਕਤੀ ਕੀ ਕੰਮ ਕਰਦਾ, ਕਿੰਨੀ ਉਹਦੀ ਆਮਦਨ ਆ, ਕਿੰਨੇ ਇੱਕ ਪਰਿਵਾਰ 'ਚ ਲੋਕ ਰਹਿੰਦੇ ਆ, ਅਤੇ ਉਸੇ ਤੋਂ ਸਾਰਾ ਡਾਟਾ ਇਕੱਠਾ ਕਰਕੇ ਅਸੀਂ ਹਿਸਾਬ ਲਾਉਂਦੇ ਆ ਵੀ ਕਿੰਨੇ ਲੋਕ ਦੇਸ਼ ਦੇ ਵਿੱਚ ਸਾਡੇ ਗਰੀਬ ਆ ਜਾਂ ਕਿੰਨੇ ਲੋਕ ਕੰਮ ਕਰ ਰਹੇ ਆ, ਬੇਰੁਜ਼ਗਾਰੀ ਕੀ ਆ, ਸਾਰਾ ਕੁਛ ਉਹ ਪਤਾ ਲੱਗਦਾ। ਇਸ ਕਰਕੇ ਆਪਾਂ 11-12 ਦਾ ਡਾਟਾ ਜਿਹੜਾ ਆ ਉਹਦੀ ਹੀ ਗੱਲ ਕਰਦੇ ਪਏ ਆ। ਅੱਗੇ ਆ ਪਾਵਰਟੀ ਰੇਸ਼ੋ, ਗਰੀਬੀ ਰੇਸ਼ੋ। ਜੇ ਅਸੀਂ ਪਰਸੈਂਟੇਜ 'ਚ ਦੇਖੀਏ, ਪਰਸੈਂਟੇਜ ਦਾ ਮਤਲਬ ਹੁੰਦਾ ਬੱਚਿਓ 100 ਦੇ ਵਿੱਚੋਂ, ਮੰਨ ਲਓ ਜੇ ਸਾਰੀ ਦੇਸ਼ ਦੀ ਜਨਸੰਖਿਆ 100 ਆ ਤਾਂ ਉਹਦੇ ਵਿੱਚੋਂ ਕਿੰਨੇ ਲੋਕ ਜਿਹੜੇ ਆ ਗਰੀਬ ਆ? ਤਾਂ 93-94 ਵਿੱਚ ਤਕਰੀਬਨ ਅੱਧੇ ਲੋਕ ਗਰੀਬ ਸੀ, 44% ਲੋਕ ਗਰੀਬ ਸੀ। 4-5 ਦੇ ਵਿੱਚ 37% ਲੋਕ ਰਹਿ ਗਏ। 37% ਦਾ ਮਤਲਬ 100 ਦੇ ਵਿੱਚੋਂ 37 ਲੋਕ ਗਰੀਬ ਸੀ। ਅਤੇ 11-12 ਵਿੱਚ 21% ਲੋਕ ਜਿਹੜੇ ਆ ਉਹ ਸਾਡੇ ਦੇਸ਼ ਦੇ ਵਿੱਚ ਗਰੀਬ ਸਨ। ਠੀਕ ਹੈ, ਇਹਨੂੰ ਸਮਝ ਲਿਓ ਗੱਲ ਨੂੰ ਧਿਆਨ ਨਾਲ। ਪ੍ਰਤੀਸ਼ਤ ਦਾ ਮਤਲਬ ਹੁੰਦਾ 100 ਦੇ ਵਿੱਚੋਂ ਅਸੀਂ ਉਹਨੂੰ ਅਜ਼ਿਊਮ ਕਰ ਲੈਣਾ ਵੀ ਇੰਨੇ ਲੋਕ ਜਿਹੜੇ 100 ਆ ਅਤੇ 100 ਦੇ ਵਿੱਚੋਂ 21 ਲੋਕ ਗਰੀਬ ਆ। ਜੇ 200 ਕਰਾਂਗੇ ਤਾਂ 21 ਦੁਣਾ 42, ਇੱਦਾਂ ਗਿਣਤੀ ਉਹ ਕੈਲਕੂਲੇਸ਼ਨ ਜਿਹੜੀ ਆ ਵੱਧਦੀ ਜਾਊਗੀ। ਠੀਕ ਹੈ ਜੀ। ਤਾਂ ਇਕਨੋਮਿਕ ਸਰਵੇ ਆ 2013-14 ਦਾ, ਕਿਉਂਕਿ 2011-12 'ਚ ਡਾਟਾ ਇਕੱਠਾ ਕੀਤਾ ਗਿਆ, ਉਹਨੂੰ ਕੈਲਕੂਲੇਟ ਕਰਕੇ ਜਦੋਂ ਤੱਕ ਉਹਨੂੰ ਪਬਲਿਸ਼ ਕੀਤਾ ਗਿਆ ਤਾਂ ਉਹ ਅਗਲਾ ਟਾਈਮ ਸਾਡੇ ਕੋਲ ਆ ਗਿਆ ਸੀ 13-14। ਹੁਣ ਦੇਖੋ ਬੱਚਿਓ ਇੱਕ ਹੋਰ ਚੀਜ਼ ਹੈਗੀ ਇੰਪੋਰਟੈਂਟ ਯਾਦ ਰੱਖਣ ਵਾਲੀ। ਹੁਣ ਜਦੋਂ ਅਸੀਂ ਇੱਥੇ ਚਾਰਟ ਦੇ ਵਿੱਚ ਦੇਖਦੇ ਹਾਂ, ਇੱਥੇ ਕੀ ਲਿਖਿਆ? ਸ਼ਡਿਊਲ ਟਰਾਈਬ, ਸ਼ਡਿਊਲ ਕਾਸਟ ਇੰਡੀਆ, ਫਾਰਮ ਲੇਬਰ, ਨੋਨ ਫਾਰਮ ਲੇਬਰ। ਸ਼ਡਿਊਲ ਟਰਾਈਬ, ਠੀਕ ਹੈ, ਸ਼ਡਿਊਲ ਕਾਸਟ, ਇਹ ਜਿਹੜੇ ਲੋਅਰ ਕਾਸਟ ਹੈਗੀਆਂ ਆ, ਨੀਵੀਆਂ ਜਾਤਾਂ ਜਿਹੜੀਆਂ ਹੈਗੀਆਂ ਸਾਡੇ ਦੇਸ਼ ਦੇ ਸੰਵਿਧਾਨ 'ਚ ਸ਼ਾਮਲ ਕੀਤੀਆਂ ਗਈਆਂ, ਉਹਨਾਂ ਦੇ ਵਿੱਚੋਂ ਕਿੰਨੇ ਜਿਹੜੇ ਲੋਕ ਸੀਗੇ, ਕਿੰਨੇ ਪ੍ਰਤੀਸ਼ਤ ਲੋਕ ਜਿਹੜੇ ਸੀਗੇ ਉਹ ਗਰੀਬ ਸੀ, ਉਹ ਪਰਸੈਂਟੇਜ ਦੱਸੀ ਗਈ ਆ। ਦੇਖੋ ਸਭ ਤੋਂ ਵੱਧ ਸ਼ਡਿਊਲ ਟਰਾਈਬ
ਕਿਉਂਕਿ ਇਹ ਲੋਕ ਉਹ ਆ ਜਿਹੜੇ ਜਿਹਨੂੰ ਆਪਾਂ ਆਦੀਵਾਸੀ ਕਹਿ ਦਿੰਦੇ ਆ ਜਾਂ ਜੰਗਲਾਂ 'ਚ ਰਹਿੰਦੇ ਆ, ਬਹੁਤ ਪਿਛੜੇ ਹੋਏ ਆ। ਤਾਂ ਇਹਨਾਂ ਦੀ ਸਭ ਤੋਂ ਵੱਧ ਗਿਣਤੀ ਜਿਹੜੀ ਸੀ ਗਰੀਬੀ ਵਿੱਚ ਸੀਗੀ, 40% ਤੋਂ ਉੱਪਰ ਸੀ। ਸ਼ਡਿਊਲ ਜਿਹੜੇ ਕਾਸਟ ਸੀਗੇ 30% ਸੀ। ਅਤੇ ਪੂਰੇ ਦੇਸ਼ ਦੀ ਸਾਡੀ ਜਿਹੜੀ ਆ 11-12 ਦੀ ਜਿਹੜਾ ਡਾਟਾ ਉਹਦੇ ਵਿੱਚ 22% ਲੋਕ ਗਰੀਬ ਸੀ। ਯਾਨੀ ਪੂਰੇ ਦੇਸ਼ ਦੀ ਜਦੋਂ ਅਸੀਂ ਔਸਤ ਕਰਦੇ ਹਾਂ, ਸਾਰੇ ਦੇਸ਼ ਦੇ 22% ਲੋਕ ਸੀ। ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਲੋਕ ਜਿਹੜੇ ਆ, ਸਾਰੀਆਂ ਵਰਗਾਂ ਦੇ ਲੋਕ ਜਿਹੜੇ ਉਹ 22% ਸੀ। ਇਹਦੇ ਵਿੱਚ ਕੁਛ ਜ਼ਿਆਦਾ ਗਰੀਬ ਸੀ, ਕੁਛ ਘੱਟ ਗਰੀਬ ਸੀ। ਫਾਰਮ ਲੇਬਰ ਜਿਹੜੇ ਲੋਕ ਖੇਤਾਂ 'ਤੇ ਕੰਮ ਕਰਦੇ ਆ, ਉਹਨਾਂ ਦੀ ਗਿਣਤੀ 35% ਸੀਗੀ। ਅਤੇ ਨੌਨ ਫਾਰਮ ਲੇਬਰ ਇਹ ਥੋੜ੍ਹੇ ਜਿਹੇ ਉਸ ਤੋਂ ਘੱਟ ਸੀ, 32-33%। ਇਹ ਪਰਸੈਂਟੇਜ ਆਫ ਪੂਅਰ ਸੀਗੀ 2011-12 ਦੇ ਵਿੱਚ। ਅਗਲੀ ਗੱਲ ਕਰਦੇ ਹਾਂ ਇੰਟਰ ਸਟੇਟ ਡਿਸਪੈਰਿਟੀਜ਼, ਅੰਤਰਰਾਜੀ ਅਸਮਾਨਤਾ। ਅੰਤਰਰਾਜੀ ਅਸਮਾਨਤਾ ਦਾ ਮਤਲਬ ਹੈ ਵੀ ਸਾਡੇ ਦੇਸ਼ ਦੇ ਵਿੱਚ ਜਿਹੜੇ ਵੱਖ-ਵੱਖ ਰਾਜ ਆ ਉਹਨਾਂ ਦੇ ਵਿੱਚ ਗਰੀਬੀ ਦੀ ਕੀ ਸਥਿਤੀ ਹੈ। ਤਾਂ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਅਸਾਮ, ਉੱਤਰ ਪ੍ਰਦੇਸ਼ ਜਿਹੜੇ ਆ ਹੈਵ ਹਾਈ ਪਾਵਰਟੀ ਰੇਟ, ਯਾਨੀ ਇਹਦੇ ਵਿੱਚ ਗਰੀਬਾਂ ਦੀ ਗਿਣਤੀ ਸਭ ਤੋਂ ਵੱਧ ਸੀ। ਬਿਹਾਰ ਅਤੇ ਉੜੀਸਾ ਪਹਿਲੇ ਦੂਜੇ ਨੰਬਰ 'ਤੇ ਆਉਂਦੇ, ਉਸ ਤੋਂ ਬਾਅਦ ਬਾਕੀ ਰਾਜ ਆਉਂਦੇ, ਮੱਧ ਪ੍ਰਦੇਸ਼, ਅਸਾਮ, ਉੱਤਰ ਪ੍ਰਦੇਸ਼। ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਗਰੀਬ ਲੋਕ ਮਿਲਦੇ ਆ ਸਾਨੂੰ। ਫਿਰ ਜਿਹੜੀ ਗਰੀਬੀ ਸਭ ਤੋਂ ਵੱਧ ਘਟੀ ਕਿਹੜੇ ਖੇਤਰ ਦੇ ਵਿੱਚ ਆ? ਕੇਰਲਾ, ਮਹਾਰਾਸ਼ਟਰ, ਤਮਿਲਨਾਡੂ, ਆਂਧਰਾ ਪ੍ਰਦੇਸ਼, ਵੈਸਟ ਬੰਗਾਲ। ਇਹਨਾਂ 'ਚ ਵੀ ਬਹੁਤ ਗਰੀਬੀ ਸੀ, ਪਰ ਇਹਨਾਂ ਲੋਕਾਂ ਨੇ ਗਰੀਬੀ 'ਤੇ ਕਾਬੂ ਪਾ ਲਿਆ। ਠੀਕ ਹੈ, ਇਹ ਗੱਲ ਜਿਹੜੀ ਹੈ ਇੱਥੇ ਯਾਦ ਰੱਖਣ ਵਾਲੀ ਆ। ਅਜੇ ਵੀ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੀ ਸਮਾਨਤਾ ਮਿਲਦੀ ਆ। ਅਗਲੀ ਗੱਲ ਕਰਦੇ ਹਾਂ ਅਸੀਂ ਗਲੋਬਲ ਪਾਵਰਟੀ ਸਿਨਾਰੀਓ, ਵਿਸ਼ਵ ਵਿਆਪੀ ਗਰੀਬੀ ਅਨੁਪਾਤ। ਯਾਨੀ ਸੰਸਾਰ ਦੇ ਵਿੱਚ ਜਿਹੜੀ ਗਰੀਬੀ ਉਹ ਕਿਸ ਢੰਗ ਨਾਲ ਫੈਲੀ ਹੋਈ ਹੈ, ਕਿਹੜੇ ਦੇਸ਼ ਗਰੀਬ ਆ, ਕਿਹੜੇ ਦੇਸ਼ ਜਿਹੜੇ ਆ ਉਹਨਾਂ ਨੇ ਆਪਣੀ ਗਰੀਬੀ ਦੂਰ ਕਰ ਲਈ। ਤਾਂ ਥੋੜ੍ਹਾ ਜਿਹਾ ਸਾਡੇ ਕੋਲ ਇਹਦੇ 'ਚ ਵੀ ਡਾਟਾ ਹੈਗਾ, ਇੱਕ ਚਾਰਟ ਦੇ ਰਾਹੀਂ ਦਿਖਾਇਆ ਗਿਆ। ਦੇਖੋ ਪਹਿਲਾਂ ਆਪਾਂ ਉੱਪਰਲੀ ਹੈਡਿੰਗ ਪੜ੍ਹਨੀ ਆ ਬੱਚਿਓ, ਪਾਵਰਟੀ ਡਿਕਲਾਈਨ ਇਨ ਚਾਈਨਾ ਐਂਡ ਸਾਊਥ ਈਸਟ ਏਸ਼ੀਅਨ ਕੰਟਰੀਜ਼। ਹੁਣ ਇਹਦੇ ਵਿੱਚ ਵੀ ਅੱਗੇ ਤੁਹਾਨੂੰ ਦੱਸਿਆ ਸੀ ਕਿ ਨਕਸ਼ਾ ਸਾਨੂੰ ਪਤਾ ਹੋਣਾ ਚਾਹੀਦਾ, ਭਾਰਤ ਦਾ ਨਕਸ਼ਾ, ਸੰਸਾਰ ਦਾ ਨਕਸ਼ਾ। ਹੁਣ ਇਹਦੇ 'ਚ ਅਸੀਂ ਏਸ਼ੀਆ ਦੀ ਗੱਲ ਕਰਦੇ। ਏਸ਼ੀਆ ਇੱਕ ਮਹਾਂਦੀਪ ਆ। ਇਹਦੇ ਵਿੱਚ ਏਸ਼ੀਆ ਮਹਾਂਦੀਪ ਵਿੱਚ ਵੀ ਅਸੀਂ ਜਦੋਂ ਗਰੀਬੀ ਦੀ ਗੱਲ ਕਰਨੀ ਤਾਂ ਦੋ ਹਿੱਸਿਆਂ ਵਿੱਚ ਅਸੀਂ ਜਿਹੜਾ ਇਹਨੂੰ ਏਸ਼ੀਆ ਮਹਾਂਦੀਪ ਨੂੰ ਵੀ ਸਾਊਥ ਏਸ਼ੀਅਨ ਕੰਟਰੀਜ਼ ਨੂੰ ਵੰਡਣਾ ਆ। ਜਿਹੜੀ ਸਾਊਥ ਈਸਟ ਕੰਟਰੀਜ਼ ਆ, ਯਾਨੀ ਏਸ਼ੀਆ ਦੇ ਵਿੱਚ ਦੱਖਣ ਵਾਲੇ ਪਾਸੇ ਅਤੇ ਪੂਰਬ ਵਾਲੇ ਪਾਸੇ ਜਿਹੜੇ ਦੇਸ਼ ਹੈਗੇ, ਜਿਨ੍ਹਾਂ ਦੇਸ਼ਾਂ ਨੂੰ ਆਪਾਂ ਏਸ਼ੀਆ ਦੇ ਵਿੱਚ ਹੀ ਰੱਖਦੇ ਹਾਂ, ਜਿਵੇਂ ਜਾਪਾਨ ਆ, ਇੰਡੋਨੇਸ਼ੀਆ ਆ, ਸਿੰਗਾਪੁਰ ਆ। ਇਹ ਜਿਹੜੇ ਦੇਸ਼ ਆ ਇਹ ਵੀ ਕਿਸੇ ਵੇਲੇ ਗਰੀਬ ਸੀ, ਪਰ ਇਹਨਾਂ ਨੇ ਆਪਣੀ ਗਰੀਬੀ ਦੂਰ ਕਰ ਲਈ। ਦੇਖੋ ਤੁਸੀਂ ਆਹ ਚਾਰਟ ਦੇਖ ਰਹੇ ਹੋ, ਆਹ ਐਰੋ ਲਾਈਨ ਆ ਰਹੀ ਆ, ਇੱਥੇ ਆ ਕੇ ਮੁੱਕਦੀ ਪਈ ਆ। ਯਾਨੀ ਜਦੋਂ ਅਸੀਂ ਗੱਲ ਕਰਦੇ ਹਾਂ 1990 ਦੀ, 1990 ਦੀ ਜਦੋਂ ਗੱਲ ਕਰਦੇ ਹਾਂ ਤਾਂ ਇੰਨੇ ਲੋਕ ਇਹਦੇ ਵਿੱਚ ਗਰੀਬ ਸੀ। ਹੌਲੀ ਹੌਲੀ ਜਦੋਂ ਅਸੀਂ 2015 ਤੱਕ ਆਹ ਡਾਰਕ ਲਾਈਨ ਵਿੱਚ ਖਿੱਚੀ ਆ, ਕਿਉਂਕਿ ਉਸ ਤੋਂ ਅੱਗੇ ਅਸੀਂ ਹਾਲੇ ਜ਼ਿਆਦਾ ਡਾਟਾ ਇਕੱਠਾ ਨਹੀਂ ਕੀਤਾ ਹੋਇਆ, ਉਹ ਅੰਦਾਜ਼ਾ ਹੀ ਆ। ਅਤੇ 215 ਤੱਕ ਦੇਖੋ ਇੰਨੇ ਕੁ ਲੋਕ ਗਰੀਬ ਰਹਿ ਗਏ ਆ। ਇਹ ਸਾਊਥ ਈਸਟ ਕੰਟਰੀ ਦੀ ਗੱਲ ਹੈ। ਐਕਚੁਅਲੀ ਡਾਟਾ ਸਾਡੇ ਕੋਲ ਜਿਹੜਾ ਬੱਚੇ 2030 ਤੱਕ ਆ। ਕਿਉਂ 2030 ਤੱਕ ਆ? ਕਿਉਂਕਿ ਯੂਨਾਈਟਿਡ ਨੇਸ਼ਨ ਨੇ ਇਹ ਮੰਨਿਆ ਹੈ ਵੀ 2030 ਤੱਕ ਸਾਡੇ ਸਾਰੇ ਸੰਸਾਰ ਦੇ ਵਿੱਚੋਂ ਸਾਰੀ ਗਰੀਬੀ ਜਿਹੜੀ ਆ ਉਹ ਖਤਮ ਹੋ ਜਾਏਗੀ। ਅਗਲੀ ਜਿਹੜੀ ਗੱਲ ਉਹਨੇ ਸਿਰਫ ਮੰਨ ਕੇ ਚੱਲੀ, ਜਿਵੇਂ ਆਪਾਂ ਮੈਥ 'ਚ ਮੰਨ ਕੇ ਚੱਲਦੇ ਹਾਂ ਨਾ, ਉਹ ਗੱਲ ਕੀਤੀ ਹੈ। ਤਾਂ ਇਹਦੇ ਵਿੱਚ ਆ ਜਿਹੜੇ ਦੇਸ਼ ਜਿਹੜੇ ਹੈਗੇ ਆ, ਇਹਨਾਂ ਨੇ ਆਪਣੀ ਗਰੀਬੀ ਬਹੁਤ ਘਟਾਈ ਆ। ਅੱਗੇ ਆ ਸਾਊਥ ਏਸ਼ੀਅਨ ਕੰਟਰੀਜ਼। ਇਹਦੇ ਵਿੱਚ ਇੰਡੀਆ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਇਹ ਉਹ ਦੇਸ਼ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ ਵੀ ਗਰੀਬੀ ਘਟੀ ਆ, ਪਰ ਉਹਦੀ ਪਰਸੈਂਟੇਜ ਦੇਖੋ ਕਾਫੀ ਘੱਟ ਆ। ਅਸੀਂ ਹੁਣ ਇਹਨਾਂ ਦੇਸ਼ਾਂ ਵਿੱਚ 34% ਜਿਹੜੀ ਗਰੀਬੀ ਰਹਿ ਗਈ ਆ। ਕਿਸੇ ਵੇਲੇ ਇੱਥੇ ਵੀ ਕਾਫੀ ਵੱਡਾ ਸੀਗਾ। ਹੁਣ ਜਦੋਂ 2015 ਦੀ ਅਸੀਂ ਗੱਲ ਕੀਤੀ ਤਾਂ ਇੰਨੀ ਰਹਿ ਗਈ, ਅਤੇ 2030 ਦੇ ਵਿੱਚ ਇਹ ਗਰੀਬੀ ਸਮਾਪਤ ਹੋ ਜਾਏਗੀ। ਫਿਰ ਅਗਲੀ ਗੱਲ ਹੈਗੀ ਆ ਅਫਰੀਕਨ ਕੰਟਰੀਜ਼। ਅਫਰੀਕਨ ਕੰਟਰੀਜ਼ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਗਰੀਬੀ ਸੀਗੀ, 51% ਸੀਗੀ। 51 ਤੋਂ ਘੱਟ ਕੇ ਉਹ 2015 ਵਿੱਚ 41% ਰਹਿ ਗਈ। ਤਾਂ ਆਹ ਦੇਖੋ, ਆਹ ਹੈਗੇ ਆ ਅਫਰੀਕਨ ਕੰਟਰੀਜ਼। ਠੀਕ ਹੈ, ਹੁਣ ਦੇਖੋ ਇੱਥੇ ਆ ਕੇ ਡਾਟਾ ਜਿਹੜਾ ਆ, ਆਪਾਂ ਜਦੋਂ ਗੱਲ ਕਰਦੇ ਇੱਥੇ ਗਰੀਬੀ ਵਧਣ ਦੇ ਚਾਂਸ ਜ਼ਿਆਦਾ ਆ 2030 ਤੱਕ। ਬੇਸ਼ੱਕ UNO ਨੇ ਕਿਹਾ ਆ ਵੀ 2030 ਤੱਕ ਗਰੀਬੀ ਸਮਾਪਤ ਕਰ ਦਿੱਤੀ ਜਾਊਗੀ, ਪਰ ਇਹ ਡਾਟਾ ਜਿਹੜਾ ਚਾਰਟ ਸਾਡਾ ਇਹ ਕਹਿੰਦਾ ਵੀ ਅਫਰੀਕਨ ਕੰਟਰੀ ਵਿੱਚ ਗਰੀਬੀ ਵਧਣ ਦੇ ਚਾਂਸ ਜ਼ਿਆਦਾ ਆ।
ਉਸ ਤੋਂ ਬਾਅਦ ਅੱਗੇ ਲੇਟਿਨ ਅਮਰੀਕਨ ਕੰਟਰੀਜ਼, ਇਹਦੇ ਵਿੱਚ ਜਿਹੜਾ ਆ ਦੱਖਣੀ ਅਮਰੀਕਾ, ਮੈਕਸੀਕੋ, ਇੱਦਾਂ ਦੇ ਜਿਹੜੇ ਬ੍ਰਾਜ਼ੀਲ ਵਰਗੇ ਦੇਸ਼ ਹੈਗੇ ਆ। ਹੁਣ ਇਹਨਾਂ ਦੇ ਵਿੱਚ ਵੈਸੇ ਹੀ ਗਰੀਬੀ ਥੱਲੇ ਘੱਟ ਸੀ। ਆਹ ਵਾਲਾ ਏਰੀਆ ਆ ਵੀ ਯੈਲੋ ਜਿਹਾ ਜਿਹੜਾ ਨਜ਼ਰ ਆ ਰਿਹਾ, ਇਹਦੇ ਵਿੱਚ ਦੇਖੋ 10% ਸੀਗੀ, 10 ਤੋਂ ਹੁਣ ਰਹਿ ਗਈ ਆ 4%। 2015 ਤੱਕ 4% ਰਹਿ ਗਈ ਆ। ਅਤੇ ਕਿਉਂਕਿ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਵੀ ਇੱਕ ਜਿਹੜਾ ਡਾਟਾ ਹੈ ਹਰੇਕ 5 ਸਾਲਾਂ ਬਾਅਦ ਇਕੱਠਾ ਕੀਤਾ ਜਾਂਦਾ ਆ। ਹੁਣ 2015 ਦਾ ਡਾਟਾ ਸਾਡੇ ਕੋਲ ਹੈਗਾ ਆ। ਜਿਹੜਾ 2020 ਦੇ ਵਿੱਚ ਡਾਟਾ ਇਕੱਠਾ ਹੋਣਾ ਸੀਗਾ ਉਹ ਕਰੋਨਾ ਕਰਕੇ ਇਕੱਠਾ ਨਹੀਂ ਹੋ ਪਾਇਆ, ਨਹੀਂ ਤਾਂ ਉਹ ਡਾਟਾ ਸਾਡੇ ਕੋਲ ਆ ਜਾਣਾ ਸੀ। 10% ਤੋਂ 4% ਜਿਹੜੇ ਆ ਇਹ ਲੇਟਿਨ ਅਮਰੀਕਨ ਦੇਸ਼ਾਂ ਦੇ ਵਿੱਚ ਰਹਿ ਗਿਆ ਆ। ਹੁਣ ਆਹ ਦੇਖੋ ਜਿਹੜੀ ਗੱਲ ਹੈ, ਯੂਨਾਈਟਿਡ ਨੇਸ਼ਨ ਦਾ ਇਹ ਟੀਚਾ ਆ, ਗੋਲ ਦਾ ਮਤਲਬ ਤਾਂ ਟੀਚਾ, ਏਮ ਆ। ਕੀ ਏਮ ਆ? ਵੀ ਜਿਹੜੀ ਗਰੀਬੀ ਆ 2030 ਤੱਕ ਆਪਾਂ ਸਾਰੇ ਸੰਸਾਰ ਤੋਂ ਦੂਰ ਕਰ ਦੇਣੀ ਆ। ਉਹਦੇ ਲਈ ਵੱਡੇ ਵੱਡੇ ਦੇਸ਼ ਜਿਹੜੇ ਆ ਗਰੀਬ ਦੇਸ਼ਾਂ ਦੀ ਸਹਾਇਤਾ ਵੀ ਕਰਦੇ ਪਏ ਆ, ਅਤੇ ਕੁਛ ਇਸ ਤਰ੍ਹਾਂ ਦੀ ਪਲਾਨਿੰਗ ਵੀ ਕੀਤੀ ਜਾ ਰਹੀ ਹੈ ਵੀ ਇਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੇ, ਸਿੱਖਿਆ ਮਿਲੇ, ਸਿਹਤ ਸੁਵਿਧਾਵਾਂ ਮਿਲੇ। ਤਾਂ ਇੱਕ ਚਾਰਟ ਹੋਰ ਬੱਚੇ ਹੋਏ ਹੈਗਾ, ਇਹਦੇ ਵਿੱਚ ਦੇਖੋ ਸਾਊਥ ਈਸਟ ਏਸ਼ੀਆ ਵਾਲੇ ਜਿਹੜੇ, ਜਿਵੇਂ ਆਪਾਂ ਤਾਂ ਪਹਿਲਾਂ ਸਿੰਪਲ ਸਿੱਧਾ ਬਣਾਇਆ ਸੀਗਾ, ਹੁਣ ਇਹ ਬਣਿਆ ਹੋਇਆ ਚਾਰਟ ਦੇਖੋ। ਇਹਨਾਂ ਵਿੱਚ ਗਰੀਬੀ ਪਹਿਲਾਂ ਜਿਵੇਂ ਸਾਊਥ ਈਸਟ ਏਸ਼ੀਅਨ ਕੰਟਰੀਜ਼ ਜਿਹੜੀਆਂ ਹੈਗੀਆਂ, ਜਿਵੇਂ ਜਾਪਾਨ, ਇੰਡੋਨੇਸ਼ੀਆ, ਮਿਆਂਮਾਰ ਦੀ ਆਪਾਂ ਗੱਲ ਕੀਤੀ ਸੀ, ਕਿਸੇ ਵੇਲੇ ਇੱਥੇ 80% ਜਿਹੜੀ ਗਰੀਬੀ ਸੀ ਇਹਨਾਂ ਨੇ ਦੇਖੋ ਕਿੱਥੇ ਲੈ ਆਂਦੀ ਆ। ਇਹ 0% ਦੇ ਲਾਗੇ ਆ ਗਿਆ ਰੈੱਡ ਲਾਈਨ ਦੀ, ਜਦੋਂ ਆਪਾਂ ਗੱਲ ਕਰਦੇ ਹਾਂ। ਤਾਂ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ, ਕੀ ਦੇਖ ਸਕਦੇ ਹਾਂ ਵੀ ਕਿਵੇਂ ਕਿਹੜੇ ਦੇਸ਼ਾਂ ਨੇ ਗਰੀਬੀ ਦੂਰ ਕੀਤੀ। ਅਫਰੀਕਨ ਕੰਟਰੀਜ਼ ਹੈਗੇ ਆ, ਅਫਰੀਕਨ ਕੰਟਰੀਜ਼ ਅਜੇ ਉਹ ਸਿੱਧੀ ਲਾਈਨ 'ਚ ਹੀ ਫਿਰਦੇ ਪਏ, ਇਹਨਾਂ ਵਿੱਚ ਗਰੀਬੀ ਜਿਹੜੀ ਜ਼ਿਆਦਾ ਨਹੀਂ ਘੱਟ ਪਾਈ ਆ। ਸੰਸਾਰ ਦੀ ਗੱਲ ਕਰਦੇ ਹਾਂ ਤਾਂ ਸੰਸਾਰ ਦਾ ਡਾਟਾ ਜਿਹੜਾ ਇੱਥੇ ਤੱਕ ਆ ਜਾਂਦਾ ਆ। ਬਾਕੀ ਅਮਰੀਕਨ ਕੰਟਰੀਜ਼ ਜਾਂ ਯੂਰੋਪੀਅਨ ਕੰਟਰੀ, ਇਹਨਾਂ ਦੇ ਵਿੱਚ ਗਰੀਬੀ ਬਹੁਤ ਵੱਡੀ ਮਾਤਰਾ ਵਿੱਚ ਘੱਟ ਹੋਈ। ਇਸ ਚਾਰਟ ਨੂੰ ਤੁਸੀਂ ਧਿਆਨ ਨਾਲ ਟਾਈਮ ਦੇ ਕੇ ਜੇ ਪੂਰਾ ਦੇਖੋਗੇ ਕੰਪਲੀਟਲੀ ਤੁਹਾਨੂੰ ਪਤਾ ਲੱਗੂਗੀ। ਇੱਧਰ ਬੱਚੇ ਪਰਸੈਂਟੇਜ ਦਿੱਤੀ ਹੋਈ ਆ, ਇੱਧਰ ਸਾਲ ਦਿੱਤੇ ਹੋਏ, ਕਿਹੜੇ ਸਾਲ 'ਚ ਕਿੰਨੇ ਲੋਕ ਜਿਹੜੇ ਆ ਇਹਨਾਂ ਦੇਸ਼ਾਂ ਦੇ ਵਿੱਚ ਗਰੀਬ ਸੀ। ਹੁਣ ਆਪਾਂ ਅੱਗੇ ਦੇਖਣੇ ਆ ਵੀ ਗਰੀਬੀ ਦੇ ਕਾਰਨ ਕੀ ਆ। ਅਸੀਂ ਇਹ ਤਾਂ ਦੇਖ ਲਿਆ ਵੀ ਗਰੀਬੀ ਕੀ ਆ, ਕਿੰਨੇ ਤਰ੍ਹਾਂ ਦੀ ਗਰੀਬੀ ਆ, ਕਿੱਥੋਂ ਕਿੰਨੀ ਗਰੀਬੀ ਸੀ, ਕਿੰਨੀ ਘਟ ਗਈ ਆ, ਕਿਵੇਂ ਕੀ ਹੋਇਆ। ਹੁਣ ਅੱਗੇ ਅਸੀਂ ਇਹ ਦੇਖਣਾ ਵੀ ਗਰੀਬੀ ਦੇ ਕਾਰਨ ਕੀ ਆ, ਕਿੰਨਾਂ ਕਾਰਨਾਂ ਦੇ ਕਰਕੇ ਲੋਕ ਜਿਹੜੇ ਆ ਗਰੀਬ। ਮੁੱਖ ਕਾਰਨ ਇਹਨਾਂ ਦੇ ਜਿਹੜੇ 4-5 ਕਾਰਨ ਹੈਗੇ ਆ, ਉਹ ਬਾਕੀ ਨਾਲ ਇਹਨਾਂ ਦੇ ਵੈਸੇ ਜੁੜੇ ਹੋਏ ਆ। ਪਹਿਲਾ ਕਾਰਨ ਸਭ ਤੋਂ ਇੰਪੋਰਟੈਂਟ ਹੈਗਾ ਲੋ ਲੈਵਲ ਆਫ ਇਕਨੋਮਿਕ ਡਿਵੈਲਪਮੈਂਟ ਡਿਊਰਿੰਗ ਬ੍ਰਿਟਿਸ਼ ਕਲੋਨੀਅਲ ਐਡਮਿਨਿਸਟ੍ਰੇਸ਼ਨ। ਅੰਗਰੇਜ਼ੀ ਸ਼ਾਸਨ ਦੌਰਾਨ ਆਰਥਿਕ ਵਿਕਾਸ ਦਾ ਹੇਠਲਾ ਪੱਧਰ। ਸਾਨੂੰ ਪਤਾ ਆ ਵੀ ਬਹੁਤ ਲੰਮਾ ਸਮਾਂ ਸਾਡਾ ਦੇਸ਼ ਅੰਗਰੇਜ਼ਾਂ ਦੇ ਅਧੀਨ ਰਿਹਾ ਆ, ਅਤੇ ਅੰਗਰੇਜ਼ਾਂ ਨੇ ਭਾਰਤ ਦਾ ਬਹੁਤ ਸ਼ੋਸ਼ਣ ਕੀਤਾ ਹੈ। ਭਾਰਤ ਦੇ ਵਿੱਚੋਂ ਬਹੁਤ ਮਹੱਤਵਪੂਰਨ ਚੀਜ਼ਾਂ ਉਹ ਚੱਕ ਕੇ ਇੰਗਲੈਂਡ ਲੈ ਗਏ, ਅਤੇ ਭਾਰਤ ਦੇ ਲੋਕਾਂ ਨੂੰ ਵੀ ਉਹਨਾਂ ਨੇ ਬਹੁਤ ਲੁੱਟਿਆ, ਉਹਨਾਂ ਦੇ ਕੰਮਾਂ ਕਾਰਾਂ ਨੂੰ ਵੀ ਖਤਮ ਕਰ ਦਿੱਤਾ। ਤਾਂ ਕੀ ਸੀਗਾ, ਜਿਸ ਵੇਲੇ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਦੋਂ ਲੋਕ ਹੱਥਾਂ ਨਾਲ ਕੰਮ ਕਰਦੇ ਸੀ। ਕੱਪੜਿਆਂ ਦੀ ਬੁਣਾਈ ਵੀ ਹੱਥਾਂ ਦੇ ਨਾਲ ਹੁੰਦੀ ਸੀ। ਆਹ ਦੇਖੋ ਇੱਕ ਖੱਡੀ ਜਿਹੀ ਬਣੀ ਹੋਈ, ਇਹਦੇ 'ਚ ਕਿਵੇਂ ਕੱਪੜੇ ਨੂੰ ਬਣਾਇਆ ਜਾ ਰਿਹਾ ਆ। ਠੀਕ ਹੈ, ਆਹ ਚਰਖਾ ਆ, ਚਰਖੇ ਤੋਂ ਜਿਹੜਾ ਆ ਕਪਾਹ ਦੇ ਨਾਲ ਸੂਤ ਕੱਤਿਆ ਜਾਂਦਾ ਸੀਗਾ, ਫਿਰ ਉਹਦੀਆਂ ਗੋਲੇ ਬਣਾ ਕੇ ਫਿਰ ਉਹਨੂੰ ਵਰਤਿਆ ਜਾਂਦਾ ਸੀਗਾ। ਹੱਥਾਂ ਦੇ ਨਾਲ ਇੱਦਾਂ ਮੂਰਤੀਆਂ ਜਾਂ ਕੋਈ ਚੀਜ਼ਾਂ ਬਣਾਈਆਂ ਜਾਂਦੀਆਂ ਸੀ, ਸਾਰਾ ਕੰਮ ਹੱਥਾਂ ਦੇ ਨਾਲ ਸੀ। ਜੁੱਤੀਆਂ ਹੱਥਾਂ ਨਾਲ ਬਣਾਈਆਂ ਜਾਂਦੀਆਂ ਸੀ। ਪਰ ਜਦੋਂ ਅੰਗਰੇਜ਼ ਆ ਗਏ ਉਹਨਾਂ ਨੇ ਕੀ ਕੀਤਾ, ਇਹਨਾਂ ਕੰਮ ਧੰਦਿਆਂ ਨੂੰ ਬੰਦ ਕਰ ਦਿੱਤਾ। ਬੰਦ ਕਿਵੇਂ ਕੀਤਾ? ਉਹਨਾਂ ਨੇ ਆਪਣੇ ਦੇਸ਼ ਦੇ ਵਿੱਚੋਂ ਲਿਆ ਕੇ ਦੁਕਾਨਾਂ ਖੋਲ੍ਹ ਲਈਆਂ, ਮਸ਼ੀਨਾਂ ਨਾਲ ਬਣਿਆ ਹੋਇਆ ਸਮਾਨ ਲਿਆ ਕੇ ਉਹ ਵੇਚਣ ਲੱਗ ਪਏ। ਮਸ਼ੀਨਾਂ ਵਾਲਾ ਸਮਾਨ ਜਿਹੜਾ ਦੇਖਣ 'ਚ ਵੀ ਸੋਹਣਾ ਲੱਗਦਾ ਸੀ, ਸਸਤਾ ਵੀ ਸੀ, ਤਾਂ ਲੋਕ ਉਹ ਖਰੀਦਣ ਲੱਗ ਪਏ, ਅਤੇ ਜਿਹੜਾ ਭਾਰਤੀ ਜਿਹੜਾ ਕੰਮ ਧੰਦਾ ਸੀਗਾ ਉਹ ਬੰਦ ਹੋਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਕਰਦੇ ਕਰਦੇ ਉਹ ਸਮਾਪਤ ਹੋ ਗਿਆ। ਦੂਜਾ ਕਾਰਨ ਹੈਗਾ ਗ੍ਰੀਨ ਰੈਵੋਲੂਸ਼ਨ ਇਜ਼ ਇਨ ਲਿਮਟਡ ਸਟੇਟਸ। ਸਾਨੂੰ ਪਤਾ ਹੈ ਵੀ 1966-67 ਦੇ ਵਿੱਚ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਤਾਂ ਸਰਕਾਰ ਨੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ, ਚੰਗੇ ਬੀਜ ਦਿੱਤੇ, ਖਾਦਾਂ ਦਿੱਤੀਆਂ, ਹੋਰ ਜਿਹੜੀ ਮਸ਼ੀਨਰੀ ਵੀ ਆ ਗਈ, ਟਰੈਕਟਰ ਵਗੈਰਾ। ਤਾਂ ਉਹਦੇ ਨਾਲ ਖੇਤੀ ਜਿਹੜੀ ਸੀਗੀ ਉਹਨੂੰ ਨਵੇਂ ਢੰਗ ਨਾਲ ਕਰਨ ਦਾ ਮੌਕਾ ਮਿਲਿਆ, ਤਾਂ ਕਿਸਾਨਾਂ ਨੇ ਬਹੁਤ ਹਿੰਮਤ ਦੇ ਨਾਲ ਜਿਹੜਾ ਆ ਸਾਰਾ ਕੰਮ ਕੀਤਾ। ਅਤੇ 1966-67 ਦੇ ਵਿੱਚ ਤਕਰੀਬਨ 25-30% ਜਿਹੜਾ ਆ ਸਾਡੇ ਉਤਪਾਦਨ ਦੇ ਵਿੱਚ ਵਾਧਾ ਹੋਇਆ। ਉਹਨੂੰ ਅਸੀਂ ਹਰੀ ਕ੍ਰਾਂਤੀ ਦਾ ਨਾਂ ਦਿੰਦੇ ਹਾਂ। ਪਰ ਇਹ ਹਰੀ ਕ੍ਰਾਂਤੀ ਸਾਰੇ ਦੇਸ਼ ਦੇ ਵਿੱਚ ਨਹੀਂ ਆਈ। ਇਸੇ ਕਾਰਨ ਜਿਹੜਾ ਆ ਗਰੀਬੀ ਰਹਿ ਗਈ ਸਾਡੇ ਦੇਸ਼ ਦੇ ਵਿੱਚ। ਇਹ ਸਿਰਫ ਇੰਨਾ
ਰਾਜਾਂ 'ਚ ਆਈ ਆ, ਬਾਕੀ ਸਾਰੇ ਰਾਜ ਜਿਹੜੇ ਆ ਇਹਨਾਂ ਦੇ ਵਿੱਚ ਹਰੀ ਕ੍ਰਾਂਤੀ ਨਹੀਂ ਆਈ। ਹੁਣ ਦੇਖੋ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦਾ ਵੀ ਅੱਧਾ ਕੁ ਭਾਗ ਸੀਗਾ ਜਿਹਦੇ ਵਿੱਚ ਹਰੀ ਕ੍ਰਾਂਤੀ ਆਈ। ਹਰੀ ਕ੍ਰਾਂਤੀ ਨਾਲ, ਕਿਉਂਕਿ ਸਾਨੂੰ ਪਤਾ ਵੀ ਸਾਡੇ ਦੇਸ਼ ਦੇ ਬਹੁਤ ਸਾਰੇ ਲੋਕ ਜਿਹੜੇ ਆ ਪਿੰਡਾਂ ਵਿੱਚ ਰਹਿੰਦੇ ਆ। ਇਸ ਵੇਲੇ ਵੀ 60% ਤੋਂ ਉੱਪਰ ਲੋਕ ਪਿੰਡਾਂ 'ਚ ਰਹਿੰਦੇ ਆ। ਅਤੇ ਜਦੋਂ ਅਸੀਂ ਹਰੀ ਕ੍ਰਾਂਤੀ ਦੀ ਗੱਲ ਕਰਦੇ ਹਾਂ 1966-67 ਦੀ ਗੱਲ ਕਰਦੇ ਹਾਂ, ਉਸ ਵੇਲੇ ਤਕਰੀਬਨ 80-85% ਲੋਕ ਪਿੰਡਾਂ ਵਿੱਚ ਰਹਿੰਦੇ ਸੀ। ਜੇ ਉਸ ਵੇਲੇ ਸਾਰੇ ਦੇਸ਼ ਦੇ ਵਿੱਚ ਹਰੀ ਕ੍ਰਾਂਤੀ ਆਈ ਹੁੰਦੀ ਤਾਂ ਸਾਰੇ ਦੇਸ਼ ਨੇ ਹੀ ਜਿਹੜਾ ਆ ਇੱਕ ਸਨਮਾਨਜਨਕ ਸਥਿਤੀ ਦੇ ਵਿੱਚ ਹੋਣਾ ਸੀਗਾ। ਤੀਸਰਾ ਪੁਆਇੰਟ ਆ ਮਾਈਗ੍ਰੇਸ਼ਨ ਟੂ ਸਿਟੀਜ਼। ਮਾਈਗ੍ਰੇਸ਼ਨ ਦਾ ਹੁੰਦਾ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਣਾ, ਸ਼ਹਿਰਾਂ ਵੱਲ ਨੂੰ ਪ੍ਰਤੀਸਥਾਪਨ, ਯਾਨੀ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਆ ਉਹ ਸ਼ਹਿਰਾਂ ਵੱਲ ਜਾ ਰਹੇ। ਕਿਉਂ ਜਾ ਰਹੇ ਆ? ਕਿਉਂਕਿ ਜਿਹੜੀ ਜ਼ਮੀਨ ਸੀਗੀ ਉਹ ਘਟਦੀ ਜਾ ਰਹੀ। ਕਿਵੇਂ ਘਟਦੀ ਜਾ ਰਹੀ ਹੈ? ਇੱਕ ਪਰਿਵਾਰ ਦੇ ਵਿੱਚ ਜੇਕਰ 10 ਖੇਤ ਆ ਤਾਂ ਅੱਗੇ ਉਹਨਾਂ ਦੇ 2 ਬੱਚੇ ਆ ਤਾਂ ਉਹ 5-5 ਖੇਤ ਰਹਿ ਜਾਂਦੇ। ਅੱਗੇ ਫਿਰ ਅਗਲੀ ਫੈਮਿਲੀ ਉਹਨਾਂ ਦੀ ਜਦੋਂ ਆਉਂਦੀ ਫਿਰ 2-2 ਬੱਚੇ ਆ ਅਤੇ ਉਹ 2.5-2.5 ਖੇਤ ਰਹਿ ਜਾਂਦੇ। ਇੱਦਾਂ ਕਰਦੇ ਕਰਦੇ ਜ਼ਮੀਨਾਂ ਜਿਹੜੀਆਂ ਛੋਟੀਆਂ ਹੁੰਦੀਆਂ ਜਾ ਰਹੀਆਂ। ਇੱਕ ਪਰਿਵਾਰ ਦੇ ਕੋਲ ਜ਼ਮੀਨ ਦੀ ਜਿਹੜੀ ਆ ਉਹ ਬਹੁਤ ਘੱਟ ਮਾਤਰਾ ਵਿੱਚ ਰਹਿ ਗਈ ਆ, ਅਤੇ ਇਸ ਕਰਕੇ ਉਹ ਲੋਕ ਜਿਹੜੇ ਉਸ ਜ਼ਮੀਨ ਤੋਂ ਕੋਈ ਵੱਧ ਉਤਪਾਦਨ ਜਾਂ ਆਪਣਾ ਰੁਜ਼ਗਾਰ ਚੰਗੀ ਤਰ੍ਹਾਂ ਨਹੀਂ ਪ੍ਰਾਪਤ ਕਰ ਪਾਏ ਅਤੇ ਨਾ ਹੀ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਪਾ ਰਹੇ। ਇਸ ਕਰਕੇ ਪਰਿਵਾਰ ਦੇ ਵਿੱਚੋਂ ਕੁਛ ਲੋਕ ਮੂਵ ਕਰਕੇ ਸ਼ਹਿਰਾਂ ਵਿੱਚ ਆ ਜਾਂਦੇ ਆ ਤਾਂ ਕਿ ਉਹ ਆਪਣਾ ਕੋਈ ਰੁਜ਼ਗਾਰ ਸ਼ੁਰੂ ਕਰ ਸਕਣ ਜਾਂ ਕੀ ਕਰ ਸਕਣ, ਖੇਤੀ ਦੇ ਨਾਲ ਹੋਰ ਕੰਮ ਧੰਦੇ ਕਰ ਸਕਣ। ਹੁਣ ਅਰਬਨ ਸ਼ਿਫਟ ਲਿਖਿਆ ਹੋਇਆ, ਕਿੰਨੇ ਲੋਕ ਦੇਖੋ 33% ਲੋਕ ਜਿਹੜੇ ਆ ਉਹ ਚੰਡੀਗੜ੍ਹ ਦੇ ਵਿੱਚ ਸ਼ਿਫਟ ਹੋਏ ਆ, ਦੂਜੀ ਥਾਂ ਤੋਂ ਆ ਕੇ ਰਹੇ ਆ। ਇੱਦਾਂ ਹੀ ਬਾਕੀ ਹੋਰ ਦੇਸ਼ ਦੇ ਰਾਜਾਂ ਦੇ ਵਿੱਚ ਆ ਦੇਖੋ ਸਥਿਤੀ ਦੱਸੀ ਹੋਈ, ਦਿੱਲੀ ਦੀ ਦੱਸੀ ਹੋਈ। ਦਿੱਲੀ 'ਚ ਇੰਨੇ ਲੋਕ 30, 28, 26% ਜਿਹੜੇ ਅਲੱਗ-ਅਲੱਗ ਦਿੱਲੀ ਦੇ ਹਿੱਸਿਆਂ ਦੇ ਵਿੱਚ ਆ ਕੇ ਬਾਹਰਲੇ ਜਗ੍ਹਾ ਤੋਂ ਸਾਡੇ ਦੇਸ਼ 'ਚ ਵਸੇ। ਆਹ ਦੇਖੋ ਉਹਨਾਂ ਨੇ ਦੱਸਿਆ ਵੀ 5% ਤੋਂ ਘੱਟ ਜਿਹੜਾ ਆ ਏਰੀਆ ਜਿੱਥੇ ਮੂਵਮੈਂਟ ਹੋਈ ਆ, ਜਿਹੜੀ ਮਾਈਗ੍ਰੇਸ਼ਨ ਹੋਈ ਆ। ਫਿਰ 20% ਤੱਕ ਕਿੱਥੇ ਮਾਈਗ੍ਰੇਸ਼ਨ ਹੋਈ ਆ। ਇਹ ਜਿਹੜੀ ਆ ਗਰੀਬੀ ਦਾ ਵੱਡਾ ਕਾਰਨ, ਕਿਉਂਕਿ ਅਸੀਂ ਜਦੋਂ ਇੱਕ ਜਗ੍ਹਾ 'ਤੇ ਬੈਠੇ ਹਾਂ ਤਾਂ ਉੱਥੇ ਸਾਨੂੰ ਜਿਹੜਾ ਆ ਸਫਲਤਾ ਦੇ ਚਾਂਸ ਜ਼ਿਆਦਾ ਹੁੰਦੇ ਆ, ਪਰ ਜਦੋਂ ਸਾਨੂੰ ਪਤਾ ਵੀ ਸਾਨੂੰ ਸੁਵਿਧਾਵਾਂ ਨਹੀਂ ਮਿਲਦੀਆਂ ਤਾਂ ਸਾਨੂੰ ਉੱਥੋਂ ਛੱਡਣਾ ਪੈਂਦਾ ਆ। ਮਹਾਰਾਸ਼ਟਰ ਦੇ ਵਿੱਚ 5.73 ਕਰੋੜ ਰੁਪਏ 73 ਕਰੋੜ ਲੋਕ ਜਿਹੜੇ ਆ ਮੂਵ ਕੀਤੇ ਆ। ਉੱਤਰ ਪ੍ਰਦੇਸ਼ 5.91 ਕਰੋੜ ਲੋਕ ਜਿਹੜੇ ਆ ਮਾਈਗ੍ਰੇਟ ਕੀਤੇ ਆ। ਇੱਦਾਂ ਹੀ ਗਿਣਤੀ ਹੋਰ ਵੀ ਰਾਜਾਂ ਦੀ ਦਿੱਤੀ ਹੋਈ ਆ। ਇਹ ਲੋਕ ਉਹ ਆ ਜਿਹੜੇ ਆਪਣੇ ਜਗ੍ਹਾ ਨੂੰ ਛੱਡ ਕੇ, ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਦੇ ਵਿੱਚ ਆਏ ਆ। ਅਗਲਾ ਪੁਆਇੰਟ ਆ ਚੌਥਾ, ਲੋ ਲੈਵਲ ਆਫ ਲਿਵਿੰਗ ਸਟੈਂਡਰਡ, ਜੀਵਨ ਸ਼ੈਲੀ ਦਾ ਨੀਵਾਂ ਪੱਧਰ। ਜੀਵਨ ਸ਼ੈਲੀ ਕੀ ਹੈ? ਵੀ ਕਿਸ ਢੰਗ ਨਾਲ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਕਿੱਥੇ ਰਹਿ ਰਹੇ ਹਾਂ, ਕੀ ਖਾ ਰਹੇ ਹਾਂ, ਕੀ ਪਹਿਨ ਰਹੇ ਹਾਂ, ਕਿਵੇਂ ਸਾਡਾ ਜੀਵਨ ਜਿਹੜਾ ਲੰਘ ਰਿਹਾ। ਤਾਂ ਆਹ ਦੇਖੋ ਹਾਲਤ, ਆਹ ਤੁਹਾਨੂੰ ਜਿਹੜੀ ਆ ਫੋਟੋ ਦੱਸ ਰਹੀ ਆ ਵੀ ਲੋਕ ਇੱਥੇ ਕਿਸ ਹਾਲਤ ਦੇ ਵਿੱਚ ਰਹਿੰਦੇ ਹੋਣਗੇ, ਕਿੱਦਾਂ ਦੀ ਸਥਿਤੀ ਆ। ਨਾ ਘਰ ਆ, ਨਾ ਕੁਛ ਆ, ਇਹ ਝੁੱਗੀਆਂ ਬਣੀਆਂ ਹੋਈਆਂ ਆ। ਰਹਿਣਾ ਸਹਿਣਾ ਬਹੁਤ ਔਖਾ ਹੈ। ਗਿਣਤੀ ਲੋਕਾਂ ਦੀ ਵੱਧ ਹੈ ਇਸ ਏਰੀਏ ਵਿੱਚ ਰਹਿਣ ਵਾਲਿਆਂ ਦੀ। ਆਹ ਇਹਨਾਂ ਦਾ ਦੇਖੋ ਤਰੀਕਾ ਆ, ਕਿਵੇਂ ਇਹ ਖਾ ਪੀ ਰਹੇ ਆ ਅਤੇ ਕਿਵੇਂ ਇਹ ਗੰਦਗੀ ਦੇ ਵਿੱਚੋਂ ਚੀਜ਼ਾਂ ਲੱਭ ਕੇ ਅਤੇ ਉਹਨੂੰ ਵੇਚ ਰਹੇ, ਆਪਣਾ ਜੀਵਨ ਯਾਪਨ ਕਰ ਰਹੇ ਆ। ਅਗਲਾ ਪੁਆਇੰਟ ਹੈ ਵਿਲੇਜ ਇਕੋਨਮੀ, ਪੇਂਡੂ ਅਰਥ ਵਿਵਸਥਾ। ਸਾਡੇ ਪਿੰਡਾਂ ਦੇ ਵਿੱਚ ਅਸੀਂ ਦੇਖ ਲਿਆ ਵੀ 60-70% ਲੋਕ ਦੇਸ਼ ਦੇ ਰਹਿੰਦੇ ਆ। ਅੱਧੀ ਤੋਂ ਵੱਧ ਆਬਾਦੀ ਪਿੰਡਾਂ ਵਿੱਚ ਰਹਿੰਦੀ ਆ। ਪਰ ਜੇਕਰ ਅਸੀਂ ਦੇਖਾਂਗੇ ਵੀ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਆ, ਕੰਮ ਧੰਦੇ ਕਰਦੇ ਆ, ਉਹਨਾਂ ਦਾ ਜਿਵੇਂ ਆਹ ਦੇਖੋ ਇਹ ਵੀ ਲੋਕ ਸਾਰੇ ਪਿੰਡਾਂ ਵਾਲੇ। ਜੇਕਰ ਅਸੀਂ ਇਹਨਾਂ ਨੂੰ ਦੇਖਾਂਗੇ ਤਾਂ ਸਾਡੇ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹਦੇ 'ਚ ਸਿਰਫ 14% ਹਿੱਸਾ ਹੀ ਜਿਹੜਾ ਇਹਨਾਂ ਪੇਂਡੂ ਲੋਕਾਂ ਦਾ ਹੈਗਾ। ਯਾਨੀ ਦੇਸ਼ ਦੀ ਜੇਕਰ ਅਸੀਂ ਵਿਕਾਸ ਦੀ ਗੱਲ ਕਰੀਏ ਜਾਂ ਦੇਸ਼ ਦੀ ਅਸੀਂ ਪ੍ਰੋਪਰਟੀ ਦੀ ਗੱਲ ਕਰੀਏ, ਵੈਲਥ ਦੀ ਗੱਲ ਕਰੀਏ, ਆਮਦਨ ਦੀ ਗੱਲ ਕਰੀਏ, ਉਹਦੇ ਵਿੱਚ 14% ਹਿੱਸਾ ਸਾਡੇ ਪਿੰਡਾਂ ਦੇ ਵਿੱਚੋਂ ਆਉਂਦਾ ਆਸ-ਪਾਸ। ਪਰ ਲੋਕ ਕਿੰਨੇ ਰਹਿ ਰਹੇ ਆ? 60-70% ਲੋਕ ਜਿਹੜੇ ਪਿੰਡਾਂ 'ਚ ਰਹਿ ਰਹੇ ਆ। ਯਾਨੀ ਇੰਨੇ ਜਿਹੜੇ ਬਾਕੀ 40% ਲੋਕ ਆ ਜਿਹੜੇ ਸ਼ਹਿਰਾਂ 'ਚ ਰਹਿ ਰਹੇ, ਉਹ ਆ ਬਾਕੀ ਸਾਰਾ ਹਿੱਸਾ ਜਿਹੜਾ ਇਹ ਉਹਨਾਂ ਦੇ ਵਿੱਚ ਉਹਨਾਂ ਕੋਲੋਂ ਆ ਰਿਹਾ ਹੈ। ਯਾਨੀ ਜੇਕਰ ਆਬਾਦੀ ਸਾਡੀ ਜ਼ਿਆਦਾ ਪਿੰਡਾਂ 'ਚ ਰਹਿ ਰਹੀ ਹੈ ਤਾਂ ਉੱਥੋਂ ਸਾਨੂੰ ਜਿਹੜਾ ਆ ਮਿਲਣਾ ਵੀ ਜ਼ਿਆਦਾ ਚਾਹੀਦਾ ਸੀ, ਪਰ ਨਹੀਂ ਮਿਲ ਪਾ ਰਿਹਾ। ਇਹ ਸਭ ਤੋਂ ਵੱਡੀ ਸਾਡੀ ਤਰਾਸਦੀ ਆ।
ਅਗਲਾ ਜਿਹੜਾ ਸਾਡਾ ਫੈਕਟਰ ਹੈਗਾ ਸੋਸ਼ੀਓ ਕਲਚਰ ਐਂਡ ਇਕਨੋਮਿਕ ਫੈਕਟਰ, ਸਮਾਜਿਕ ਸੰਸਕ੍ਰਿਤਿਕ ਅਤੇ ਆਰਥਿਕ ਕਾਰਨ। ਇਹਦੇ ਵਿੱਚ ਕੁਝ ਪੁਆਇੰਟ ਦਿੱਤੇ ਹੋਏ ਆ ਵੀ ਕਿਹੜੇ ਕਾਰਨ ਹੈ ਵੀ ਸਾਡੇ ਦੇਸ਼ ਦੇ ਲੋਕ ਗਰੀਬ ਆ, ਗਰੀਬੀ ਤੋਂ ਬਾਹਰ ਨਹੀਂ ਆ ਪਾ ਰਹੇ। ਧਾਰਮਿਕ ਰਸਮਾਂ, ਅਸੀਂ ਧਾਰਮਿਕ ਆ ਹਰੇਕ ਧਰਮ ਦੇ, ਭਾਵੇਂ ਹਿੰਦੂ ਆ, ਸਿੱਖ, ਈਸਾਈ ਆ, ਤਾਂ ਕੋਈ ਵੀ ਆ ਘਰ 'ਚ ਸਾਡੇ ਕੋਈ ਜੰਮਦਾ ਆ, ਕੋਈ ਮਰਦਾ ਆ, ਕੋਈ ਵੀ ਗੱਲ ਹੁੰਦੀ, ਵਿਆਹ ਹੁੰਦਾ ਹੈ, ਅਤੇ ਅਸੀਂ ਧਾਰਮਿਕ ਰੀਤੀ ਰਿਵਾਜਾਂ 'ਤੇ ਬਹੁਤ ਖਰਚਾ ਕਰਦੇ ਹਾਂ, ਧਾਰਮਿਕ ਰਸਮਾਂ 'ਤੇ। ਠੀਕ ਹੈ, ਵਿਆਹ ਦੇ ਉੱਤੇ ਜਿੰਨਾ ਕੁ ਸਾਡੇ ਕੋਲ, ਜੇਕਰ ਸਾਡੇ ਕੋਲ ਪੈਸਾ ਨਹੀਂ ਹੈਗਾ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਪ੍ਰਥਾਵਾਂ ਐਸੀਆਂ ਚੱਲੀਆਂ ਹੋਈਆਂ ਆ, ਦਾਜ ਪ੍ਰਥਾ ਆ, ਤਾਂ ਗਰੀਬ ਤੋਂ ਗਰੀਬ ਵਿਅਕਤੀ ਵੀ ਆਪਣੀ ਜਦੋਂ ਕੁੜੀ ਦਾ ਵਿਆਹ ਕਰਦਾ ਤਾਂ ਉਹ ਬਹੁਤ ਸਾਰਾ ਦਾਜ ਦੇਣ ਆ, ਉਹਨੂੰ ਦੇਣਾ ਪੈਂਦਾ, ਕਿਉਂਕਿ ਸਮਾਜ ਦੀ ਜਿਹੜੀ ਆ ਉਹ ਵਿਵਸਥਾ ਹੀ ਐਸੀ ਬਣੀ ਆ ਵੀ ਉਹਨੂੰ ਇੰਨਾ ਕੁਛ ਕਰਨਾ ਪੈਂਦਾ। ਜਦੋਂ ਇਹ ਕੁਛ ਕਰਦਾ ਹੈ ਤਾਂ ਉਹਨੂੰ ਫਿਰ ਕਰਜ਼ਾ ਲੈਣਾ ਪੈਂਦਾ, ਜਦੋਂ ਕਰਜ਼ਾ ਲੈ ਲੈਂਦਾ ਹੈ ਤਾਂ ਕਰਜ਼ਾ ਮੋੜਨਾ ਬੜਾ ਔਖਾ ਹੁੰਦਾ, ਵਿਆਜ ਚੜ੍ਹੀ ਜਾਂਦਾ ਆ ਅਤੇ ਉਹ ਕਰਜ਼ੇ ਵਿੱਚ ਡੁੱਬੀ ਜਾਂਦਾ ਅਤੇ ਆਖਰ ਇੱਕ ਦਿਨ ਐਸੀ ਸਥਿਤੀ ਆਉਂਦੀ ਆ ਉਹ ਕਈ ਵਾਰੀ ਉਹ ਸੁਸਾਈਡ ਵੀ ਕਰ ਲੈਂਦਾ। ਹੁਣ ਜੇਕਰ ਕੋਈ ਬੰਦਾ ਪਰਿਵਾਰ 'ਚ ਮਰ ਜਾਂਦਾ ਆ ਤਾਂ ਉਹਦਾ ਮਰਨਾ ਵੀ ਬੜਾ ਮਹਿੰਗਾ ਪੈਂਦਾ ਆ, ਸਾਰੇ ਪਿੰਡ ਨੂੰ ਜਿਹੜਾ ਆ ਖਾਣਾ ਖਵਾਉਣਾ ਪੈਂਦਾ ਆ, ਖਾਦਾਂ ਬੀਜ ਇਹ ਵੀ ਬਹੁਤ ਮਹਿੰਗੀਆਂ ਆ ਅਤੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਹੁਣ ਤੁਸੀਂ ਦੇਖੋ, ਇਹ ਸਾਡੇ ਰੀਤੀ ਰਿਵਾਜ ਆ, ਧਾਰਮਿਕ ਰੀਤੀ ਰਿਵਾਜ ਆ, ਕਿੰਨਾ ਪੈਸਾ ਜਿਹੜਾ ਆ ਸਾਡੇ ਦੇਸ਼ ਦੇ ਲੋਕ ਇਹਨਾਂ 'ਤੇ ਖਰਚ ਕਰਦੇ ਆ। ਫਿਰ ਪਿੰਡਾਂ ਦੇ ਵਿੱਚ ਜਿਹੜੇ ਆ, ਸ਼ਹਿਰਾਂ ਦੇ ਵਿੱਚ ਜਦੋਂ ਜਨਮ ਮਰਨ ਦੇ ਉੱਤੇ ਜਿਹੜਾ ਆ ਸਾਰੇ ਪਿੰਡ ਨੂੰ ਜਿਹੜਾ ਆ ਜਿਵੇਂ ਪਾਰਟੀ ਕਹਿ ਸਕਦੇ ਜਾਂ ਦਾਵਤ ਦਿੱਤੀ ਜਾਂਦੀ ਹੈ, ਉਹਨਾਂ ਨੂੰ ਖਵਾਉਣਾ ਪੈਂਦਾ ਆ। ਖਾਦ ਪਾਈ ਜਾ ਰਹੀ ਆ, ਦੇਖੋ, ਕਿਉਂਕਿ ਖਾਦਾਂ ਤੋਂ ਬਿਨਾਂ ਫਸਲ ਮੁਸ਼ਕਲ ਆ, ਸਪਰੇਅ ਵੀ ਕੀਤੀ ਜਾ ਰਹੀ ਆ। ਹੁਣ ਇੰਨਾ ਕੁਛ ਕਰਨ ਤੋਂ ਬਾਅਦ ਜਿਹੜਾ ਆ ਜਿਹੜੀ ਸਾਡੀ ਖੇਤੀ ਉਤਪਾਦਨ ਹੈ, ਇੱਕ ਤਾਂ ਜ਼ਮੀਨਾਂ ਘੱਟ ਆ, ਥੋੜ੍ਹੀ ਥੋੜ੍ਹੀ ਜ਼ਮੀਨ ਹੈ, ਕਿਸੇ ਕੋਲ 2 ਖੇਤ ਹੈ, ਕਿਸੇ ਕੋਲ 4 ਖੇਤ ਆ, ਜ਼ਿਆਦਾ ਖੇਤਾਂ ਵਾਲੇ ਲੋਕ ਬਹੁਤ ਘੱਟ ਆ। ਜੇ ਥੋੜ੍ਹੇ ਖੇਤ ਆ ਤਾਂ ਸਾਡਾ ਖਰਚਾ ਉੱਤੇ ਜ਼ਿਆਦਾ ਆ ਰਿਹਾ, ਅਸੀਂ ਮਸ਼ੀਨਰੀ ਵੀ ਖਰੀਦ ਰਹੇ ਹਾਂ, ਅਸੀਂ ਖਾਦਾਂ ਵੀ ਪਾ ਰਹੇ ਹਾਂ, ਅਸੀਂ ਬੀਜ ਵੀ ਮਹਿੰਗੇ ਲੈ ਰਹੇ ਹਾਂ, ਅਤੇ ਸਾਨੂੰ ਉਹਦੇ ਵਿੱਚੋਂ ਜੋ ਉਤਪਾਦਨ ਹੁੰਦਾ ਉਹਨੂੰ ਵੇਚ ਕੇ ਪੈਸੇ ਘੱਟ ਪ੍ਰਾਪਤ ਹੁੰਦੇ। ਸਾਰਾ ਸਾਲ ਅਸੀਂ ਮਿਹਨਤ ਕਰਦੇ ਹਾਂ ਅਤੇ ਪੈਸੇ ਬਹੁਤ ਥੋੜ੍ਹੇ ਮਿਲਦੇ ਆ। ਇਹ ਵੀ ਬਹੁਤ ਵੱਡੀ ਸਾਡੀ ਹੈਗੀ ਆ। ਅਗਲਾ ਅਗਲਾ ਜਿਹੜਾ ਕਾਰਨ ਹੈਗਾ ਗਰੀਬੀ ਦਾ, ਉਹ ਹੈਗਾ ਬੇਰੁਜ਼ਗਾਰੀ। ਬੇਰੁਜ਼ਗਾਰੀ ਮਤਲਬ ਕੰਮ ਦਾ ਨਾ ਮਿਲਣਾ। ਅਸੀਂ ਕੰਮ ਕਰਨਾ ਚਾਹੁੰਦੇ ਪਰ ਕੰਮ ਸਾਨੂੰ ਨਹੀਂ ਮਿਲਦਾ ਪਿਆ, ਕਿਉਂਕਿ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਆ, ਬਹੁਤ ਸਾਰੇ ਲੋਕ ਵਿਹਲੇ ਰਹਿੰਦੇ ਆ। ਕਿਉਂ ਵਿਹਲੇ ਰਹਿੰਦੇ? ਕਿਉਂਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ। ਤਾਂ ਜੇਕਰ ਅਸੀਂ ਗਿਣਤੀ ਕਰੀਏ 77 ਦੇ ਵਿੱਚ ਤਕਰੀਬਨ 3.5% ਲੋਕ ਜਿਹੜੇ ਆ ਦੇਸ਼ ਦੇ ਗਰੀਬ ਸੀ, ਯਾਨੀ 100 ਦੇ ਵਿੱਚੋਂ 3 ਲੋਕ ਜਾਂ 4 ਲੋਕ ਗਰੀਬ ਸੀ। ਹੁਣ ਦੇਖੋ ਆਹ ਜਿਹੜੀ ਹੁਣ ਦੀ ਸਥਿਤੀ ਸਾਡੇ ਕੋਲ ਹੈਗੀ ਹੈ 17-18 ਦੀ ਜਿਹੜੀ ਆ, ਉਹਦੇ ਵਿੱਚ 6% ਲੋਕ ਸਾਡੇ ਦੇਸ਼ ਦੇ ਵਿੱਚ ਗਰੀਬ ਆ। ਅਤੇ ਕਿਉਂ 6% ਲੋਕ ਸਾਡੇ ਦੇਸ਼ ਦੇ ਵਿੱਚ ਬੇਰੁਜ਼ਗਾਰ ਆ? ਕਿਉਂਕਿ ਆਬਾਦੀ ਬਹੁਤ ਤੇਜ਼ੀ ਨਾਲ ਵੱਧਦੀ ਪਈ ਆ, ਕੰਮਕਾਰ ਵੱਧਦੇ ਨਹੀਂ ਪਏ, ਘਟਦੇ ਪਏ। ਸਗੋਂ ਸਾਡੇ ਦੇਸ਼ ਦੀਆਂ ਸਰਕਾਰਾਂ ਵੀ ਜਿਹੜੀਆਂ ਇਸ ਪਾਸੇ ਬਹੁਤਾ ਧਿਆਨ ਨਹੀਂ ਦੇ ਪਾ ਰਹੀਆਂ ਹਨ ਵੀ ਲੋਕਾਂ ਨੂੰ ਰੁਜ਼ਗਾਰ ਮਿਲੇ। ਆਹ ਚਾਰਟ ਦੇਖੋ, ਸਾਰਾ ਪਿੱਛੇ ਬਰਾਬਰ ਆਉਂਦਾ ਸਾਰੇ ਸਾਲਾਂ ਦਾ। ਇੱਥੇ ਆ ਕੇ 2017-18 ਦੀ ਜਦੋਂ ਗੱਲ ਹੁੰਦੀ ਆ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਗਰੀਬੀ 'ਚ ਵੱਧ ਜਾਂਦੇ ਆ। ਜੇ 3% ਸੀ ਤਾਂ ਡਬਲ ਹੋ ਜਾਂਦੇ, ਯਾਨੀ 100 ਦੇ ਵਿੱਚੋਂ 6 ਲੋਕਾਂ ਨੂੰ ਦੇਸ਼ ਦੇ ਵਿੱਚ ਕੰਮ ਨਹੀਂ ਮਿਲ ਪਾ ਰਿਹਾ। ਇਹ ਬੜੀ ਵੱਡੀ ਸਮੱਸਿਆ, ਕਿਉਂਕਿ ਕੰਮ ਨਹੀਂ ਮਿਲੂਗਾ ਤਾਂ ਪੈਸੇ ਨਹੀਂ ਆਉਣਗੇ, ਪੈਸੇ ਨਹੀਂ ਆਉਣਗੇ ਅਤੇ ਨਾ ਤਾਂ ਚੰਗੀ ਤਰ੍ਹਾਂ ਖਾ ਸਕੂ, ਨਾ ਰਹਿ ਸਕੂ, ਨਾ ਪਹਿਨ ਸਕੂ, ਨਾ ਹੀ ਉਹਨੂੰ ਜਿਹੜੀਆਂ ਕੋਈ ਸਿਹਤ ਸੁਵਿਧਾਵਾਂ ਮਿਲੂ, ਕੋਈ ਬਿਮਾਰੀ ਦੇ ਵਿੱਚ, ਕੋਈ ਇਲਾਜ ਦੇ ਵਿੱਚ ਉਹਨੂੰ, ਕੋਈ ਆਪਣੇ ਮਾਂ ਪਿਓ ਦੇ ਬੱਚਿਆਂ ਦੇ ਇਲਾਜ ਦੇ ਵਿੱਚ ਕੋਈ ਉਹਨੂੰ ਜਿਹੜਾ ਸਹਾਇਤਾ ਨਹੀਂ ਮਿਲ ਪਾਊਗੀ, ਅਤੇ ਉਹ ਬੰਦਾ ਗਰੀਬ ਦਾ ਗਰੀਬ ਹੀ ਰਹੀ ਜਾਊਗਾ। ਠੀਕ ਹੈ ਨਾ। ਹੁਣ ਦੇਖੋ ਆਹ ਕੀ ਆ, ਸਕੂਲ ਦਿੱਤਾ ਹੋਇਆ। ਹੁਣ ਸਕੂਲ ਦੇ ਵਿੱਚ ਬੱਚੇ ਪੜ੍ਹਦੇ, ਸਰਕਾਰ ਨੇ ਸਹੂਲਤ ਦਿੱਤੀ ਆ। ਕੀ ਦਿੱਤੀ ਆ? ਵੀ ਵੱਧ ਤੋਂ ਵੱਧ ਜਿਹੜਾ ਬੱਚਿਆਂ ਨੂੰ ਪੜ੍ਹਾਇਆ ਜਾਏ। ਬੱਚੇ ਪੜ੍ਹੀ ਜਾਂਦੇ ਆ। ਹਾਈ ਸਕੂਲ ਦਾ ਮਤਲਬ ਹੁੰਦਾ 10ਵੀਂ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਬਾਹਰ ਆ ਰਹੇ ਆ, ਪਰ ਉਹਨਾਂ ਨੂੰ ਕੰਮ ਨਹੀਂ ਮਿਲ ਪਾ ਰਿਹਾ। ਠੀਕ ਹੈ ਨਾ। ਤਾਂ ਉਹ ਕੰਮ ਤੋਂ ਜਿਹੜੇ ਆ ਦੂਰ ਹੀ ਆ। ਅੱਗੇ ਆ ਕਿਹੜੇ ਕਾਰਨ ਆ, ਕਿਹੜੀਆਂ ਚੀਜ਼ਾਂ ਆ ਜਿਹਦੇ ਨਾਲ ਅਸੀਂ ਗਰੀਬੀ ਨੂੰ ਦੂਰ ਕਰ ਸਕਦੇ ਹਾਂ, ਅਤੇ ਸਰਕਾਰ ਨੇ ਕੀ ਉਪਾਅ ਕੀਤੇ ਆ? ਕਿਉਂਕਿ ਬਹੁਤ ਵੱਡੀ ਮਾਤਰਾ ਵਿੱਚ ਗਰੀਬ ਸਾਡੇ ਦੇਸ਼ 'ਚ ਹੈਗੇ ਆ। 100 ਦੇ ਵਿੱਚੋਂ 22 ਲੋਕ ਸਾਡੇ ਦੇਸ਼ 'ਚ ਗਰੀਬ ਆ। ਅਤੇ ਜੇ ਇੰਨੇ ਲੋਕ ਦੇਸ਼ 'ਚ ਗਰੀਬ ਆ, ਅਤੇ ਇਹਨਾਂ ਨੂੰ ਜਿਹੜਾ ਗਰੀਬੀ ਨੂੰ ਦੂਰ ਕਰਨ ਦੇ ਲਈ ਸਰਕਾਰ ਕੀ ਕਰਦੀ ਪਈ ਆ?
ਤੇ ਕਿਵੇਂ ਇਹ ਗਰੀਬੀ ਨੂੰ ਦੂਰ ਕਰ ਸਕਦੇ ਹਾਂ, ਅਸੀਂ ਉਹਦੇ ਬਾਰੇ ਜਿਹੜੇ ਐਂਟੀ ਪਾਵਰਟੀ ਮੈਜਰਸ, ਗਰੀਬੀ ਨੂੰ ਦੂਰ ਕਰਨ ਦੇ ਉਪਾਅ, ਉਹਨਾਂ ਦੇ ਬਾਰੇ ਚਰਚਾ ਕਰਾਂਗੇ। ਪ੍ਰਮੋਸ਼ਨ ਆਫ ਇਕਨੋਮਿਕ ਗਰੋਥ, ਆਰਥਿਕ ਵਾਧੇ ਨੂੰ ਪ੍ਰੋਤਸਾਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਾਡੇ ਦੇਸ਼ ਦਾ ਜੇਕਰ ਵਿਕਾਸ ਹੋਊਗਾ, ਆਰਥਿਕ ਵਾਧਾ ਹੋਊਗਾ, ਤਾਂ ਹੀ ਸਾਰੇ ਦੇਸ਼ ਦੇ ਲੋਕਾਂ ਦਾ ਵਿਕਾਸ ਹੋਊਗਾ। ਹੁਣ ਕੀ ਆ ਉਹ ਡਾਟਾ ਜਿਹੜਾ ਸਾਡੇ ਕੋਲ ਹੈ, ਲੋ ਇਕਨੋਮਿਕ ਗਰੋਥ ਬਿਫੋਰ 1980। 1980 ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਜਿਹੜੀ ਆਰਥਿਕ ਵਿਕਾਸ ਸੀ ਬਹੁਤ ਘੱਟ ਸੀ, ਕਿਉਂਕਿ ਅਸੀਂ ਨਵੇਂ ਆਜ਼ਾਦ ਹੋਏ ਸੀ, 1947 'ਚ ਆਜ਼ਾਦ ਹੋਏ ਹਾਂ। ਫਿਰ ਸਾਡਾ ਇਨਫਰਾਸਟਰਕਚਰ, ਸਾਰੀ ਪਲੈਨਿੰਗ ਅਸੀਂ ਜਦੋਂ ਕੀਤੀ ਆ, ਉਸ ਤੋਂ ਬਾਅਦ ਅਸੀਂ ਜਦੋਂ ਉਦਯੋਗ ਲਾਏ ਆ ਜਾਂ ਹੋਰ ਵੀ ਕੁਛ ਕੀਤਾ ਆ, ਦੂਸਰੇ ਦੇਸ਼ਾਂ ਦੇ ਅਧਿਐਨ ਕੀਤਾ ਆ, ਫਿਰ ਜਾ ਕੇ ਥੋੜ੍ਹਾ ਬਹੁਤ ਅਸੀਂ ਦੇਖਿਆ ਵੀ ਕਿਵੇਂ ਅਸੀਂ ਤਰੱਕੀ ਕਰ ਸਕਦੇ ਹਾਂ। 1980 ਤੋਂ ਪਹਿਲਾਂ ਤਾਂ ਸਾਡਾ ਵਿਕਾਸ ਜਿਹੜਾ ਆਰਥਿਕ ਵਾਧਾ ਸੀ ਬਹੁਤ ਘੱਟ ਸੀ। ਫਿਰ 80 ਤੋਂ ਲੈ ਕੇ 90 ਦੇ ਵਿੱਚ ਅਸੀਂ ਬਹੁਤ ਤੇਜ਼ੀ ਨਾਲ ਗਰੋਥ ਕੀਤੀ ਆ। ਸੰਸਾਰ ਦੇ ਵਿੱਚ ਸਭ ਤੋਂ ਫਾਸਟੈਸਟ ਇਕੋਨਮੀ ਰਹੀ ਹੈ ਸਾਡੀ, ਤਕਰੀਬਨ 6% ਦੇ ਨਾਲ ਅਸੀਂ ਜਿਹੜਾ ਵਾਧਾ ਕੀਤਾ ਆ। ਹੁਣ ਟਾਰਗੇਟਿਡ ਐਂਟੀ ਪਾਵਰਟੀ ਪ੍ਰੋਗਰਾਮਸ ਜਿਹੜੇ ਗਰੀਬੀ ਨੂੰ ਹਟਾਉਣ ਦੇ ਪ੍ਰੋਗਰਾਮ ਸਰਕਾਰ ਨੇ ਜਾਰੀ ਕੀਤੇ ਆ, ਬਹੁਤ ਸਾਰੇ ਬਣਾਏ ਆ, ਜਿਹਦੇ ਨਾਲ ਕਿ ਦੇਸ਼ ਦੇ ਵਿੱਚ ਜਿਹੜੇ ਲੋਕ ਗਰੀਬ ਆ ਉਹਨਾਂ ਨੂੰ ਕੁਛ ਸੁਵਿਧਾਵਾਂ ਮਿਲ ਸਕੇ, ਉਹ ਲੋਕ ਜਿਹੜਾ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ। ਸਭ ਤੋਂ ਇੰਪੋਰਟੈਂਟ ਉਹਦੇ ਵਿੱਚ ਹੈਗਾ ਪਹਿਲਾ, ਜਿਹਨੂੰ ਆਪਾਂ ਮਨਰੇਗਾ ਸਕੀਮ ਕਹਿੰਦੇ ਆ। ਤੁਸੀਂ ਦੇਖਿਆ ਹੋਣਾ ਤੁਹਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਅਤੇ ਬਹੁਤ ਸਾਰੇ ਜੈਂਟਸ ਜਿਹੜੇ ਇਕੱਠੇ ਹੋ ਕਿਸੇ ਪਾਸੇ ਕੰਮ ਕਰਦੇ, ਕਦੀ ਉਹ ਸੜਕਾਂ ਦੇ ਆਲੇ ਦੁਆਲੇ ਘਾਹ ਦੀ ਸਫਾਈ ਕਰਦੇ ਹੁੰਦੇ, ਕਦੀ ਨਾਲੀਆਂ ਦੀ ਸਫਾਈ ਕਰਦੇ ਹੁੰਦੇ, ਕਦੀ ਸਕੂਲ 'ਚ ਲੱਗੇ ਹੁੰਦੇ। ਉਹ ਲੋਕ ਕੌਣ ਹੈ? ਉਹ ਮਨਰੇਗਾ ਦੇ ਅਧੀਨ ਜਿਹੜੇ ਇੱਕ ਸਕੀਮ ਹੈ ਮਨਰੇਗਾ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਾਰੰਟੀ ਐਕਟ, ਇਹਦਾ ਪੂਰਾ ਨਾਂ ਆ, ਠੀਕ ਹੈ, ਮਨਰੇਗਾ, MGNREGA, ਮਨਰੇਗਾ ਸ਼ਾਰਟ ਫਾਰਮ ਹੈਗੀ ਆ। ਇਹਨੂੰ ਫੁੱਲ ਫਾਰਮ 'ਚ ਇੱਦਾਂ ਲਿਖਿਆ ਜਾ ਸਕਦਾ ਆ, ਅਤੇ ਤੁਸੀਂ ਇਹਨੂੰ ਯਾਦ ਰੱਖਣਾ ਹੈ, ਆਪਣੀ ਕਾਪੀ 'ਤੇ ਨੋਟ ਕਰ ਲੈਣਾ। ਇਹ ਬਹੁਤ ਇੰਪੋਰਟੈਂਟ ਸਕੀਮ ਹੈਗੀ, ਸਾਰੇ ਪਿੰਡਾਂ ਦੇ ਵਿੱਚ ਚੱਲਦੀ ਪਈ ਹੈ ਹੁਣ ਵੀ। ਇਹਦੇ ਵਿੱਚ ਕੀ ਰੱਖਿਆ ਉਦੇਸ਼ ਵੀ ਹਰੇਕ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ 100 ਦਿਨ ਰੁਜ਼ਗਾਰ ਘੱਟੋ ਘੱਟ ਮਿਲੇਗਾ। ਇਹ ਸਰਕਾਰ ਨੇ ਇਹਦੀ ਸਕੀਮ ਦੇ ਵਿੱਚ ਪਲੈਨਿੰਗ ਕੀਤੀ ਹੈ, ਅਤੇ ਉਹਦੇ ਵਿੱਚੋਂ ਵੀ ਤੀਜਾ ਹਿੱਸਾ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਕੰਮ ਦਿੱਤਾ ਜਾਏਗਾ। SC ST ਅਤੇ ਵੂਮਨਸ ਦੀ ਅਲੱਗ ਉਹਨਾਂ ਨੇ ਰੱਖੀ ਹੋਈ ਰੇਸ਼ੋ। ਅਤੇ ਪਹਿਲਾਂ ਇਹਨਾਂ ਦੀ ਦਿਹਾੜੀ ਜਿਹੜੀ ਸੀਗੀ 65 ਰੁਪਏ ਸੀ, 2006-07 ਤੱਕ ਸੀ, ਜਿਹੜੀ ਵਧਾ ਕੇ 132 ਕਰ ਦਿੱਤੀ ਗਈ 13-14 'ਚ। ਹੁਣ ਸ਼ਾਇਦ ਇਹ ਜਿਹੜੀ ਹੋਰ ਥੋੜ੍ਹੀ ਵੱਧ ਹੈਗੀ। ਤੁਸੀਂ ਇਹਦੇ ਬਾਰੇ ਜਾਣਕਾਰੀ ਆਪਣੇ ਪਿੰਡ ਦੇ ਉਹਨਾਂ ਲੋਕਾਂ ਤੋਂ ਲੈ ਸਕਦੇ ਜਿਹੜੇ ਇਸ ਦੇ ਅਧੀਨ ਕੰਮ ਕਰ ਰਹੇ ਆ। ਅਗਲੀ ਸਕੀਮ ਹੈਗੀ ਪ੍ਰਾਈਮ ਮਿਨਿਸਟਰ ਰੋਜ਼ਗਾਰ ਯੋਜਨਾ, PMRY। ਇਹ 1993 'ਚ ਸ਼ੁਰੂ ਹੋਈ ਸੀ। ਇਹਦੇ ਵਿੱਚ ਇਹ ਸੀਗਾ ਵੀ ਲੋਕਾਂ ਨੂੰ ਸਿੱਖਿਆ ਦੇਣੀ ਕਿ ਉਹ ਆਪਣਾ ਰੁਜ਼ਗਾਰ ਆਪ ਸ਼ੁਰੂ ਕਰ ਸਕਣ। ਉਹ ਹੈਗੀ PMRY। ਇਹਦੇ ਵਿੱਚ ਲੋਕਾਂ ਨੂੰ ਕੁਛ ਪੈਸੇ ਜਾਂ ਕੋਈ ਲੋਨ ਦਿੱਤਾ ਜਾਂਦਾ ਸੀ ਤਾਂ ਕਿ ਉਹ ਆਪਣਾ ਕੰਮ ਧੰਦਾ ਸ਼ੁਰੂ ਕਰ ਸਕਣ। ਅਗਲੀ ਆ ਰੂਰਲ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ, REGP। ਬੱਚੋ ਇਹ ਜਿਹੜੀ ਫੁੱਲ ਫਾਰਮ ਹੈਗੀ ਆ ਨਾ, REGP, ਜਿਵੇਂ ਪੇਪਰ 'ਚ ਆ ਸਕਦਾ ਤੁਹਾਨੂੰ ਵੀ REGP ਕਿਹੜੀ ਸਕੀਮ ਹੈਗੀ, ਥੱਲੇ 4 ਆਪਸ਼ਨ ਹੋਣਗੇ, ਤੁਹਾਨੂੰ ਐਗਜ਼ੈਕਟ ਸਹੀ ਨਾਂ ਉਹਦਾ ਪਤਾ ਹੋਣਾ ਚਾਹੀਦਾ, ਤਾਂ ਤੁਸੀਂ ਇਹ ਯਾਦ ਰੱਖਣਾ ਆ। ਰੂਰਲ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਆ, ਇਹ 1995 'ਚ ਸ਼ੁਰੂ ਹੋਇਆ। ਇਹਦਾ ਜਿਹੜਾ ਏਮ ਵੀ ਸੀਗਾ ਪਿੰਡਾਂ ਦੇ ਵਿੱਚ ਜਿਹੜਾ ਆ ਸਵੈ ਰੁਜ਼ਗਾਰ ਨੂੰ ਵਧਾਵਾ ਦੇਣਾ ਅਤੇ 25 ਲੱਖ ਦੇ ਲਾਗੇ ਜਿਹੜੇ ਨਵੇਂ ਰੁਜ਼ਗਾਰ ਪੈਦਾ ਕਰਨੇ, ਇਹ ਇਸ ਸਕੀਮ ਦਾ ਉਦੇਸ਼ ਸੀਗਾ। ਅੱਗੇ ਐਂਟੀ ਪਾਵਰਟੀ ਮੈਜਰ ਦੇ ਵਿੱਚ ਹੈਗਾ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ, SGSY। ਇਹ 1999 'ਚ ਸ਼ੁਰੂ ਕੀਤੀ ਗਈ। ਇਹ 'ਚ ਗਰੀਬ ਪਰਿਵਾਰਾਂ ਨੂੰ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸੀ ਉਹਨਾਂ ਦੀ ਹੈਲਪ ਕਰਨੀ ਸੀ ਤਾਂ ਕਿ ਉਹ ਗਰੀਬੀ ਰੇਖਾ ਤੋਂ ਉੱਪਰ ਆ ਸਕਣ। ਫਿਰ ਇਹ ਪ੍ਰਧਾਨ ਮੰਤਰੀ ਗ੍ਰਾਮੋਦਇਆ ਯੋਜਨਾ, PMGY, ਇਹ 2000 ਦੇ ਵਿੱਚ ਲਾਂਚ ਕੀਤੀ ਗਈ। ਇਹਦੇ ਵਿੱਚ ਇਹ ਸੀ ਵੀ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲੋਕ ਗਰੀਬ ਰਹਿ ਰਹੇ ਆ ਉਹਨਾਂ ਨੂੰ ਸਿਹਤ ਸੁਵਿਧਾਵਾਂ, ਉਹਨਾਂ ਨੂੰ ਸਿੱਖਿਆ, ਉਹਨਾਂ ਨੂੰ ਰਹਿਣ ਵਾਸਤੇ, ਉਹਨਾਂ ਨੂੰ ਸਾਫ ਸੁਥਰਾ ਪਾਣੀ ਦੇਣ ਦਾ ਪ੍ਰਬੰਧ ਇਸ ਸਕੀਮ ਦੇ ਰਾਹੀਂ ਕੀਤਾ ਗਿਆ ਸੀ। ਅਗਲੀ ਸਕੀਮ ਹੈਗੀ SGRY, ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ। ਇਹ 25 ਸਤੰਬਰ 2001 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 2004 'ਚ ਇਹਨੂੰ ਜਿਹੜਾ ਲਾਗੂ ਕੀਤਾ ਗਿਆ। ਇਹਦੇ ਵਿੱਚ ਕੀ ਸੀ, 2 ਸਕੀਮਾਂ ਸੀਗੀਆਂ, JGSY ਜਵਾਹਰ ਗ੍ਰਾਮੀਣ ਸਮਰਿੱਧੀ ਯੋਜਨਾ ਅਤੇ EAS ਇੰਪਲੋਇਮੈਂਟ ਐਸ਼ੋਰੈਂਸ ਸਕੀਮ। ਵਿੱਚ ਉਹ ਬਹੁਤ ਸਾਰੇ ਨਾਂ ਹੈਗੇ ਆ, ਸ਼ਾਰਟ ਫਾਰਮਸ ਹੈਗੀਆਂ, ਉਹਨਾਂ ਨੂੰ ਤੁਸੀਂ ਯਾਦ ਰੱਖਣਾ ਆ, ਕਾਪੀ 'ਤੇ ਨੋਟ ਕਰ ਲੈਣਾ ਆ, ਤੁਹਾਡੇ ਕੰਮ ਆਉਣਗੀਆਂ। ਇਹ 2 ਸਕੀਮਾਂ ਨੂੰ ਜੁਆਇੰਟ ਕਰਕੇ ਇੱਕ ਸਕੀਮ ਬਣਾ ਦਿੱਤੀ ਗਈ ਅਤੇ ਉਹ ਇੱਕ ਸਕੀਮ ਬਣਾ ਕੇ
ਜਿਹੜਾ ਆ ਗਰੀਬੀ ਨੂੰ ਦੂਰ ਕਰਨ ਦੇ ਯਤਨ ਕੀਤੇ ਗਏ ਤੇ ਇਹਦੇ ਵਿੱਚ ਇਹ ਸੀਗਾ ਵੀ ਜਿੰਨੇ ਵੀ ਲੋਕ ਹੈਗੇ ਉਹਨਾਂ ਨੂੰ ਖਾਣ ਪੀਣ ਦੀ ਜਿਹੜੀ ਆ ਉਹ ਸੁਵਿਧਾਵਾਂ ਦਿੱਤੀਆਂ ਜਾ ਸਕਣ। ਉਸ ਤੋਂ ਅੱਗੇ ਅੰਤੋਦਿਆ ਅੰਨ ਯੋਜਨਾ AAY, ਅੰਤੋਦਿਆ ਅੰਨ ਯੋਜਨਾ ਵਿੱਚੋਂ ਨਾਂ ਕੁਛ ਇੱਦਾਂ ਦੇ ਆ, ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ, ਕੋਈ ਏਡਾ ਔਖਾ ਕੰਮ ਨਹੀਂ। ਸਾਰੀਆਂ ਯੋਜਨਾਵਾਂ ਤਕਰੀਬਨ ਦੇਖੋ 1995 ਤੋਂ ਲੈ ਕੇ 2000 ਦੇ ਵਿੱਚ ਸ਼ੁਰੂ ਹੋਈਆਂ ਆ, ਕੋਈ ਬਹੁਤੀ ਨਵੀਂ ਯੋਜਨਾ ਇਹ 'ਚ ਕੋਈ ਵੀ ਹੈ ਨਹੀਂ ਗੀ। ਦਸੰਬਰ 2000 ਦੇ ਵਿੱਚ ਸ਼ੁਰੂ ਕੀਤੀ ਗਈ। ਇਹਦੇ ਵਿੱਚ ਕੀ ਸੀ ਵੀ ਜਿਹੜੇ BPL, ਇੱਕ BPL ਵਰਡ ਵੀ ਆ ਗਿਆ, ਬਿਲੋ ਪਾਵਰਟੀ ਲਾਈਨ, ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਲੋਕ ਹੈ, ਤੁਸੀਂ ਦੇਖੋਗੇ ਤੁਹਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ BPL ਕਾਰਡ ਵੀ ਬਣੇ ਆ। ਤੁਸੀਂ BPL ਕਾਰਡ ਤਾਂ ਸੁਣਿਆ ਹੋਊਗਾ ਵੀ BPL ਕਾਰਡ ਕੀ ਹੈ, ਪਰ ਤੁਹਾਨੂੰ ਪੂਰਾ ਨਹੀਂ ਪਤਾ ਹੋਊਗਾ ਉਹਦਾ ਮਤਲਬ ਕੀ ਆ। ਉਹਦਾ ਮਤਲਬ ਇਹ ਆ ਵੀ ਜਿਹੜੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਉਹਨਾਂ ਦੇ ਕਾਰਡ ਬਣਦੇ ਆ, ਉਸ ਕਾਰਡ ਦੇ ਬੇਸ 'ਤੇ ਉਹਨਾਂ ਨੂੰ ਜਿਹੜਾ ਕੁਛ ਸੁਵਿਧਾਵਾਂ ਦਿੱਤੀਆਂ ਜਾਂਦੀਆਂ, ਖਾਣ ਪੀਣ ਦਾ ਸਮਾਨ, ਚੌਲ, ਕਣਕ, ਆਟਾ, ਦਾਲ ਦਿੱਤਾ ਜਾਂਦਾ, ਘੱਟ ਰੇਟ 'ਤੇ ਦਿੱਤੀ ਜਾਂਦੀ ਹੈ ਜਾਂ ਫ੍ਰੀ ਦਿੱਤੀ ਜਾਂਦੀ। ਤਾਂ ਇਹਦੇ ਵਿੱਚ ਪਹਿਲਾਂ ਸੀਗਾ ਵੀ 25 ਕਿਲੋਗ੍ਰਾਮ ਜਿਹੜਾ ਸੀਗਾ ਹਰੇਕ ਪਰਿਵਾਰ ਨੂੰ ਜਿਹੜਾ ਆ ਜਿਹੜੇ ਆ ਫੂਡ ਗ੍ਰੇਨਸ ਯਾਨੀ ਅਨਾਜ ਦਿੱਤਾ ਜਾਂਦਾ ਸੀ, ਕਣਕ ਜਾਂ ਚੌਲ ਦਿੱਤੇ ਜਾਂਦੇ ਸੀ, ਉਹ ਵੀ 2 ਰੁਪਏ ਕਿਲੋ ਦੇ ਹਿਸਾਬ ਨਾਲ, ਠੀਕ ਹੈ। ਚੌਲ ਜਿਹੜੇ 2 ਕਿਲੋ 3 ਰੁਪਏ ਕਿਲੋ ਦੇ ਹਿਸਾਬ ਨਾਲ, ਕਣਕ ਜਿਹੜੀ 2 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਂਦੀ ਸੀ। 2002 ਦੇ ਵਿੱਚ 25 ਕਿਲੋ ਤੋਂ ਗਿਣਤੀ ਵਧਾ ਕੇ 35 ਕਿਲੋ ਕਰ ਦਿੱਤੀ ਗਈ। ਇਹ ਸੀ AAY, ਅੰਤੋਦਿਆ ਅੰਨ ਯੋਜਨਾ। ਸੋ ਬੱਚਿਓ, ਇਹ ਸੀ ਆਪਣਾ ਗਰੀਬੀ ਦੇ ਨਾਲ ਸੰਬੰਧਿਤ ਪਾਠ ਵੀ ਗਰੀਬੀ ਨੂੰ ਦੂਰ ਕਰਨ ਦੇ ਵਿੱਚ ਕੀ ਕੀ ਚੁਣੌਤੀਆਂ ਆ ਸਰਕਾਰ ਦੇ ਸਾਹਮਣੇ, ਸਾਡੇ ਸਾਹਮਣੇ, ਕਿਵੇਂ ਅਸੀਂ ਜਿਹੜਾ ਆ ਸਰਕਾਰ ਦੀ ਸਹਾਇਤਾ ਕਰ ਸਕਦੇ ਹਾਂ ਅਤੇ ਸਰਕਾਰ ਨੇ ਕਿਹੜੀਆਂ ਯੋਜਨਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਤਾਂ ਕਿ ਗਰੀਬੀ ਨੂੰ ਦੇਸ਼ ਦੇ ਵਿੱਚੋਂ ਦੂਰ ਕੀਤਾ ਜਾ ਸਕੇ। ਬਹੁਤ ਤੇਜ਼ੀ ਦੇ ਨਾਲ ਅਸੀਂ ਗਰੀਬੀ ਨੂੰ ਘਟਾਈ ਹੈ। ਹੁਣ ਬੱਚਿਓ, ਇੱਥੇ ਗੱਲ ਇੱਕ ਹੋਰ ਯਾਦ ਰੱਖਣ ਵਾਲੀ ਆ ਵੀ ਜੇਕਰ 816 ਰੁਪਏ ਜੇ ਜਿਹੜਾ ਪਿੰਡ 'ਚ ਕਮਾਉਂਦਾ ਆ ਅਤੇ ਉਹ ਜੇ ਗਰੀਬ ਨਹੀਂ, ਉਹਨੂੰ ਆਪਾਂ ਇਹ ਨਹੀਂ ਕਹਿਣਾ ਵੀ ਉਹ ਗਰੀਬ ਨਹੀਂ ਹੈਗਾ। ਹੁਣ ਮੰਨ ਲਓ 816 ਨਹੀਂ ਕਮਾਉਂਦਾ, 820 ਕਮਾਉਂਦਾ, ਅਤੇ ਕੀ ਉਹ ਅਮੀਰ ਹੋ ਗਿਆ? ਨਾ, ਉਹ ਅਮੀਰ ਨਹੀਂ ਹੈਗਾ। ਉਹ ਇੱਕ ਲਾਈਨ ਨੂੰ ਟੱਪਿਆ ਆ ਵੀ ਉਹ ਗਰੀਬੀ 'ਚੋਂ ਬਾਹਰ ਆਉਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਹੋਰ ਕਰਦਾ, ਤਰੱਕੀ ਕਰਦਾ ਹੋਇਆ ਉਹ ਆਪਣੀ ਇਨਕਮ ਨੂੰ, ਆਪਣੀ ਆਮਦਨ ਨੂੰ ਵਧਾਉਂਦਾ ਜਾਊਗਾ। ਅਤੇ ਸਰਕਾਰ ਨੇ ਸਿਰਫ ਇਹੀ ਤੈਅ ਕੀਤਾ ਆ ਵੀ 816 ਦੇ ਨਾਲ ਉਹ ਆਪਣਾ ਸਿਰਫ ਗੁਜ਼ਾਰਾ ਕਰ ਸਕਦਾ ਆ। ਉਹਨੂੰ ਜਿੰਨੇ ਕੈਲੋਰੀ ਭੋਜਨ ਚਾਹੀਦਾ ਆ, 2400 ਕੈਲੋਰੀ ਜੇਕਰ ਭੋਜਨ ਚਾਹੀਦਾ, ਉਹ 816 ਨਾਲ ਉਹ ਇਹ ਮੰਨ ਕੇ ਚੱਲਦੇ ਵੀ ਉਹਨੂੰ ਮਿਲ ਜਾਂਦਾ ਆ। ਤਾਂ ਕਰਕੇ ਉਹਨਾਂ ਨੇ ਕਿਹਾ ਵੀ ਇਹ ਗਰੀਬੀ ਰੇਖਾ ਤੋਂ ਬਾਹਰ ਆ ਗਿਆ ਹੈ। ਪਰ ਜਿਹੜਾ 820 ਜਾਂ 900 ਜਾਂ 1000 ਵੀ ਕਮਾਉਂਦਾ ਆ ਮਹੀਨੇ ਦਾ, ਉਹਦਾ ਵੀ ਗੁਜ਼ਾਰਾ ਬੜਾ ਔਖਾ ਹੁੰਦਾ ਆ। ਅਤੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਦੇਸ਼ 'ਚੋਂ ਗਰੀਬੀ ਜਿਹੜੀ ਦੂਰ ਹੋ ਗਈ ਆ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ 816 ਤੋਂ ਲੈ ਕੇ 1000 ਦੀ ਰੇਂਜ ਦੇ ਵਿੱਚ ਵੀ ਰਹਿੰਦੇ ਹੋਏ ਆ। ਸੋ ਬੱਚਿਓ, ਇਹ ਸੀ ਸਾਡਾ ਪਾਠ, ਪਾਵਰਟੀ ਚੈਲੰਜ ਫੇਸ ਇੰਡੀਆ, ਵੀ ਭਾਰਤ ਨੇ ਕਿਵੇਂ ਕਿਵੇਂ ਇਹਨੂੰ ਐਜ਼ ਏ ਚੁਣੌਤੀ ਲਿਆ ਅਤੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।